ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਸਾਡੇ ਨਾਲ ਬੈਠੇ ਹੈ ਤਰਨਪ੍ਰੀਤ ਸਿੰਘ ਜੀ, ਦਾ ਫਿਟਨੈਸ ਟ੍ਰੇਨਰ। ਹਾਂਜੀ ਵੀਰ ਜੀ, ਹਾਊ ਆਰ ਯੂ ਟੁਡੇ? ਬਹੁਤ ਵਧੀਆ ਵੀਰ ਜੀ, ਤੁਸੀਂ ਸੁਣਾਓ? ਚੜ੍ਹਦੀ ਕਲਾ ਪਿਆਰਿਓ। ਸਾਨੂੰ ਬਹੁਤ ਖੁਸ਼ੀ ਹੈ ਤੁਸੀਂ ਸਾਡੇ ਨਾਲ ਅੱਜ ਬੈਠੇ ਹੋ। ਅਸੀਂ ਰਸਤੇ ਜਾਂਦੇ ਗੱਲ ਕਰਦੇ ਸੀ ਕਿ ਤੁਹਾਡੇ ਨਾਲ ਅੱਜ ਬੈਠਣਾ ਪੋਡਕਾਸਟ ਲਈ, ਅਤੇ ਅਸੀਂ ਕੌਫੀ ਪੀਣ ਜਾਂਦੇ ਸੀ। ਅਤੇ ਕੌਫੀ ਵਿੱਚ ਹੁਣ ਜਿਵੇਂ ਮੈਂ ਸ਼ੂਗਰ ਨਹੀਂ ਪਾਉਂਦਾ, ਚਾਹ 'ਚ ਵੀ ਨਹੀਂ ਪਾਉਂਦਾ, ਚਾਹ ਤਾਂ ਚਲੋ ਛੱਡ ਦਿੱਤੀ ਹੈ। ਅਤੇ ਮੈਂ ਸੋਚਿਆ ਸੀ ਕਿ ਸ਼ੂਗਰ ਵਰਗੀ ਚੀਜ਼ ਤੋਂ ਹੀ ਮਿੱਠੀ ਚੀਜ਼ ਹੈ, ਅਤੇ ਉੱਥੇ ਸ਼ੁਰੂ ਕਰਦੇ ਹਾਂ। ਅਤੇ ਮੈਂ ਤੁਹਾਨੂੰ ਪੁੱਛਣਾ ਸੀ ਕਿਉਂਕਿ ਮੇਰੇ ਮਾਈਂਡ ਵਿੱਚ ਥੋੜ੍ਹੇ ਟਾਈਮ ਤੋਂ ਇਹ ਚੀਜ਼ ਰਹੀ ਹੈ ਸ਼ੂਗਰ ਬਾਰੇ, ਕਿ ਅਸੀਂ ਕਹਿੰਦੇ ਕਿ ਖੰਡ ਘੱਟ ਖਾਣੀ ਹੈ ਜਾਂ ਖੰਡ ਨਹੀਂ ਖਾਣੀ। ਉਹਦਾ ਕਾਰਨ ਕੀ ਹੈ ਕਿ ਸ਼ੂਗਰ ਕੀ ਕਰਦੀ ਹੈ? ਵੀਰੇ ਮੋਡਰੇਸ਼ਨ ਇਸ ਦਾ ਕੀ ਮਤਲਬ, ਐਸੀ ਕੋਈ ਚੀਜ਼ ਤੋਂ ਭੱਜਣ ਦੀ ਲੋੜ ਨਹੀਂ ਹੈਗੀ ਤੁਹਾਨੂੰ। ਓਕੇ, ਜੇ ਮੈਂ ਤੁਹਾਨੂੰ ਕਹਾਂ ਕਿ ਅੱਜ ਕਿਸੇ ਚੀਜ਼ ਨੂੰ ਤੁਸੀਂ ਬੰਦ ਹੀ ਕਰ ਦਿਓ, ਲਾਈਫ ਲੌਂਗ ਤੁਸੀਂ ਬੰਦ ਨਹੀਂ ਰੱਖ ਸਕਦੇ ਉਸ ਚੀਜ਼ ਨੂੰ। ਜਾਂ ਤੁਸੀਂ ਚਾਹ ਪੀਣੀ ਸ਼ੁਰੂ ਕਰਤੀ ਬਿਨਾਂ ਸ਼ੂਗਰ ਵਾਲੀ, ਸਾਰੀ ਜ਼ਿੰਦਗੀ ਤਾਂ ਨਹੀਂ ਪੀਓਗੇ ਨਾ ਜੀ। ਅੰਦਰ ਬਾਹਰ ਵੀ ਬੰਦਾ ਜਾਂਦਾ, ਸਾਡੇ ਪਰਿਵਾਰਾਂ 'ਚ ਖਾਸ ਕਰਕੇ ਬੰਦਾ ਬਾਹਰ ਵੀ ਘੁੰਮਣ ਫਿਰਨ ਜਾਂਦਾ ਹੀ ਹੈ। ਲਾ ਲਓ ਘਰਾਂ 'ਚ ਵੀ ਸਾਡੇ ਚਾਹ ਰੋਜ਼ ਬਣਦੀਆਂ, ਉਹ ਚੀਜ਼ਾਂ ਤੁਸੀਂ ਭੱਜ ਨਹੀਂ ਸਕਦੇ। ਮੋਡਰੇਸ਼ਨ ਇਜ਼ ਦਾ ਕੀ। ਓਕੇ, ਕਰਨਾ ਉਹਨੇ ਕੁਛ ਨਹੀਂ, ਅਗਰ ਤੁਸੀਂ ਆਪਣੀ ਬੋਡੀ ਨੂੰ ਫਿਊਲ ਦੇ ਰਹੇ ਹੋ ਅਤੇ ਉਹਨੂੰ ਯੂਟੀਲਾਈਜ਼ ਨਹੀਂ ਕਰ ਰਹੇ, ਐਕਸਰਸਾਈਜ਼ ਨਹੀਂ ਕਰ ਰਹੇ, ਜਾਂ ਤੁਸੀਂ ਲੈਟਸ ਸੇ ਵਰਕਆਊਟ ਨਹੀਂ ਕਰ ਰਹੇ ਕਿਸੇ ਵੀ ਫਾਰਮ 'ਚ, ਚਾਹੇ ਤੁਸੀਂ ਜਿਮ 'ਚ ਨਾ ਹੋ, ਤੁਸੀਂ ਪਲੇ ਅ ਸਪੋਰਟ। ਮੈਂ ਬਹੁਤ ਪ੍ਰਮੋਟ ਕਰਦਾ ਇਸ ਚੀਜ਼ ਨੂੰ ਕਿ ਗੇਮ ਖੇਲਿਆ ਕਰੋ। ਬੰਦਾ ਬੋਰ ਵੀ ਨਹੀਂ ਹੁੰਦਾ ਅਤੇ ਬੰਦਾ ਐਕਚੁਅਲੀ ਇੰਟਰਸਟ ਲੈ ਕੇ ਉਸ ਚੀਜ਼ ਨੂੰ ਕਰਦਾ, ਐਕਚੁਅਲ ਫਿਜ਼ੀਕਲ ਗੇਮਸ। ਜੇ ਬਸ ਤੁਸੀਂ ਖਪਤ ਕਰ ਰਹੇ ਹੋ ਉਸ ਚੀਜ਼ ਦੀ ਤਾਂ ਯੂ ਆਰ ਗੁੱਡ। ਓਕੇ, ਆਪਣੀ ਬੋਡੀ 'ਚ ਤੁਸੀਂ ਕੋਈ ਚੀਜ਼ ਫਿਊਲ ਕਰ ਰਹੇ ਹੋ ਉਹਨੂੰ, ਅਤੇ ਉਹਨੂੰ ਐਨਰਜੀ ਨੂੰ ਕੰਜ਼ਿਊਮ ਕਰ ਰਹੇ ਹੋ ਜਾਂ ਵਰਕਆਊਟ ਕਰ ਰਹੇ ਹੋ, ਤਾਂ ਯੂ ਆਰ ਗੁੱਡ। ਉਹ ਕੋਈ ਵੀ ਪ੍ਰੋਬਲਮ ਨਹੀਂ ਦਊਗੀ ਤੁਹਾਨੂੰ, ਚਾਹੇ ਸ਼ੂਗਰ ਹੈ, ਚਾਹੇ ਰੋਟੀ ਹੈ, ਚਾਹੇ ਕੁਛ ਵੀ ਹੈਗਾ। ਬਟ ਅਗੇਨ ਮੋਡਰੇਸ਼ਨ ਇਜ਼ ਦਾ ਕੀ। ਜੇ ਤੁਸੀਂ ਕਹੋ ਵੀ ਤੁਸੀਂ ਦਿਨ 'ਚ 4 ਕੱਪ ਚਾਹ ਪੀਣੀ ਹੈ ਅਤੇ ਚਾਰਾਂ 'ਚ ਤੁਸੀਂ ਦੋ ਸਪੂਨ ਜਾਂ ਚਮਚ ਮਿੱਠੇ ਦੇ ਪਾਣੀ ਦੇ, ਦੈਟਸ ਨਾਟ ਗੋਨਾ ਵਰਕ। ਫੇਅਰ ਇਨਫ। ਅਤੇ ਜਦੋਂ ਫਿਰ ਖੰਡ ਦੀ ਗੱਲ ਕਰਦੇ ਹਾਂ, ਇਜ਼ ਦੇਅਰ ਅ ਬੈਟਰ ਆਲਟਰਨੇਟਿਵ ਅਗਰ ਉਹਨਾਂ ਲੋਕਾਂ ਲਈ ਜਿਹੜੇ ਖੰਡ ਬਿਲਕੁਲ ਨਹੀਂ ਖਾਂਦੇ ਜਾਂ ਨਹੀਂ ਖਾਣਾ ਚਾਹ ਰਹੇ, ਚਲੋ, ਜਾਂ ਮੋਡਰੇਸ਼ਨ 'ਚ ਨਹੀਂ ਰਹਿ ਪਾ ਰਹੇ? ਬੈਟਰ ਆਲਟਰਨੇਟਿਵ ਜੇ ਤੁਸੀਂ ਗੱਲ ਕਰੋ, ਬਰਾਊਨ ਸ਼ੂਗਰ ਕਹਿੰਦੇ ਨੇ ਲੋਕੀਆਂ, ਗੁੜ ਨੇ, ਚੀਜ਼ਾਂ ਉੱਥੇ ਹੀ ਨੇ ਸਾਰੀਆਂ। ਠੀਕ ਹੈ, ਤੁਹਾਡੀ ਬੋਡੀ ਜਾ ਕੇ ਸਾਰਿਆਂ ਨੇ ਉਹੀ ਕੁਛ ਕਰਨਾ। ਜੇ ਤੁਸੀਂ ਕਹਿ ਰਹੇ ਹੋ, ਆਪਣੇ ਦਿਲ ਨੂੰ ਸਮਝਾ ਰਹੇ ਹੋ ਵੀ ਮੈਂ ਨੋਰਮਲ ਸ਼ੂਗਰ ਦੀ ਜਗ੍ਹਾ ਬਰਾਊਨ ਸ਼ੂਗਰ ਯੂਜ਼ ਕਰ ਰਿਹਾ, ਜਾਂ ਬਰਾਊਨ ਦੀ ਜਗ੍ਹਾ ਮੈਂ ਗੁੜ ਪਾ ਲੈਣਾ, ਤਸੱਲੀ ਹੈ, ਜਿੱਦਾਂ ਤਸੱਲੀ ਦੀ ਗੱਲ ਹੈ ਬਸ ਉਹ। ਸੋ ਉਹ ਚੀਜ਼ਾਂ ਤੋਂ ਭੱਜੋ ਨਾ। ਲੋਕ ਨਾ ਐਕਚੁਅਲੀ ਰਿਐਲਿਟੀ ਤੋਂ ਭੱਜਦੇ ਨੇ, ਦੈਟ ਯੂ ਹੈਵ ਟੂ ਵਰਕਆਊਟ। ਅੱਜ ਕੱਲ੍ਹ ਦਾ ਜਿਹੜਾ ਲਾਈਫ ਸਟਾਈਲ ਹੈ ਲੋਕਾਂ ਦਾ, ਉਹ ਇਹ ਕਹਿ ਰਹੇ ਤੁਹਾਨੂੰ ਵੀ ਵਰਕਆਊਟ ਕਰੋ, ਕਿਉਂਕਿ ਤੁਹਾਡਾ ਖਾਣਾ ਅੱਛਾ ਨਹੀਂ ਹੈਗਾ, ਤੁਹਾਡੀ ਸਲੀਪ ਸਾਈਕਲ ਅੱਛੀ ਨਹੀਂ ਹੈਗੀ। 90% ਲੋਕ ਸਾਡੇ ਇੱਥੇ ਸਲੀਪ ਸਾਈਕਲ ਜਿਨ੍ਹਾਂ ਦੀ ਅੱਛੀ ਨਹੀਂ ਹੈਗੀ, ਉਹਦੇ ਕਰਕੇ ਸਾਰੀ ਪ੍ਰੋਬਲਮਸ ਹੈਲਥ ਦੀਆਂ, ਵਟ ਆਈ ਸੀ ਥਰੂ ਆਊਟ ਮਾਈ ਡੇ। 100%। ਸੋ ਉਹ ਚੀਜ਼ਾਂ ਤੋਂ ਲੋਕ ਭੱਜਦੇ ਨੇ ਕਿ ਵਰਕਆਊਟ ਦੀ ਲੋੜ ਹੈਗੀ ਹੈ ਤੁਹਾਨੂੰ। ਸਪੈਸ਼ਲੀ ਵਰਕ ਫਰੋਮ ਹੋਮ ਦੇ ਆਉਣ ਤੋਂ ਬਾਅਦ ਲੋਕ ਜ਼ਿਆਦਾ ਆਈ ਥਿੰਕ ਲੇਜ਼ੀ ਹੋ ਗਏ, ਕਿਉਂਕਿ ਘਰ ਬੈਠੇ ਰਹਿਣਾ ਪੂਰਾ ਦਿਨ। ਹੁਣ ਜਿੰਨਾ ਟਰੈਵਲ ਸੀ, ਜਿੰਨੀ ਵਾਕਿੰਗ ਬੰਦੇ ਨੇ ਬਾਹਰ ਬੱਸ ਫੜ ਕੇ ਕਰਨੀ, ਉਹ ਵੀ ਹੁਣ ਘਟੀ ਹੈ। ਹਾਂ, ਦੇਖੋ ਬੇਸਿਕ ਲੈਵਲ 'ਤੇ ਜਿਹੜਾ ਬੰਦਾ ਵਾਕ ਵੀ ਕਰਦਾ ਸੀਗਾ, ਜਾਂ ਤੁਸੀਂ ਕਹਿ ਲਓ ਇੱਕ ਲਾਈਫ ਸਟਾਈਲ ਸੀ ਜਿਹੜੀ ਵਾਕ ਸੀਗੀ, ਉਹ ਵੀ ਚਲੀ ਗਈ ਹੁਣ ਤਾਂ। ਅੱਛਾ, ਘਰੇ ਜਦੋਂ ਬੰਦਾ ਬੈਠਾ ਅਤੇ ਡਾਈਟ ਹੋਰ ਔਖੀ ਹੋ ਜਾਂਦੀ ਹੈ ਕਰਨੀ। ਘਰੇ ਬੰਦਾ ਬੈਠਾ ਸਾਰਾ ਦਿਨ ਖਾਊਗਾ ਜੀ। ਅਗਰ ਮੈਂ ਆਪਣੀ ਵੀ ਗੱਲ ਕਰਾਂ, ਇਫ ਯੂ ਆਰ ਫਰੀ ਜਾਂ ਤੁਸੀਂ ਘਰੇ ਬੈਠੇ ਹੋ, ਤੁਸੀਂ ਯੂ ਆਰ ਮੰਚਿੰਗ ਥਰੂ ਆਊਟ ਦਾ ਡੇ, ਜਾਂ ਤੁਸੀਂ ਜਿੱਥੇ 3 ਮੀਲਸ ਖਾਂਦੇ ਹੋ, ਉੱਥੇ 5-6 ਖਾਓਗੇ ਦਿਨ ਦੀਆਂ, ਬਿਕੋਜ਼ ਤੁਹਾਡੇ ਕੋਲ ਘਰੇ ਟਾਈਮ ਹੈਗਾ ਬਣਾਉਣ ਦਾ ਉਹਦਾ। ਬਟ ਇਫ ਯੂ ਆਰ ਵਰਕਿੰਗ ਆਊਟਸਾਈਡ ਆਫ ਯੂਰ ਹੋਮ, ਦੈਨ ਯੂ ਆਰ ਫਾਈਨ। ਫੇਅਰ ਇਨਫ ਜੀ। ਅਤੇ ਵੀ ਜੀ, ਜਦੋਂ ਅਸੀਂ ਹੁਣ ਫਿਟਨੈਸ ਦੀ ਗੱਲ ਕਰਦੇ ਹਾਂ ਜੀ, ਨੋਰਮਲੀ ਜਿੱਦਾਂ ਅਸੀਂ ਸਾਰੇ, ਤੁਸੀਂ ਵੀ ਇਮੀਗ੍ਰੈਂਟ ਆਏ ਹੋ ਰਾਈਟ? ਹਾਂਜੀ, ਤੁਸੀਂ ਵੀ ਉੱਦਾਂ ਹੀ, ਤੁਹਾਡੀ ਵੀ ਜਰਨੀ ਉੱਦਾਂ ਦੀ ਹੈ ਜਿਵੇਂ ਕਿੰਨੇ ਲੋਕਾਂ ਦੀ ਹੈ ਸਾਡੇ ਵਰਗੇ ਜਿਹੜੇ ਸਟੂਡੈਂਟਸ ਆਏ ਸੀ ਇੱਥੇ। ਹੁਣ ਅਸੀਂ ਦੇਖੀਦਾ ਨੋਰਮਲੀ ਬੰਦਾ IT 'ਚ ਗਿਆ, ਕੋਈ ਐਡਮਿਨ ਕਰ ਰਿਹਾ, ਕੋਈ ਬਿਜ਼ਨਸ 'ਚ ਬੰਦਾ ਚਲਾ ਗਿਆ। ਜਿਹੜਾ ਫਿਟਨੈਸ ਵੱਲ ਰੁਝਾਨ ਹੈਗਾ, ਇਹ ਬਹੁਤ ਘੱਟ ਹੈਗਾ ਲੋਕਾਂ ਦਾ। ਅਗੇਨ ਇਹਦੇ ਵਿੱਚ ਕਿਉਂਕਿ ਮੋਟੀਵੇਸ਼ਨ ਲੱਗਦੀ ਹੈ, ਲੋਕ ਇੱਧਰ ਨਹੀਂ ਜ਼ਿਆਦਾ ਆਉਣਾ ਚਾਹੁੰਦੇ, ਅਤੇ ਅਗਰ ਆਉਣਾ ਚਾਹੁੰਦੇ ਵੀ ਹੈ ਤਾਂ ਦੇ ਹੈਵ ਟੂ ਬੀ ਫਿਟ, ਹੈ ਨਾ। ਉਹੀ ਗੱਲ ਹੋ ਗਈ ਕਿ ਤੋਂਦ ਲੈ ਕੇ ਤੁਸੀਂ ਕਹਿ ਰਹੇ ਹੋ ਜਾਂ ਕਿ ਮੈਂ ਹਲਵਾਈ 'ਤੇ ਹੈਗਾ, ਬਟ ਕੋਈ ਬੰਦਾ ਜੇਕਰ ਫਿਟ ਨਹੀਂ ਹੈਗਾ ਤਾਂ ਉਹ ਕਿਵੇਂ ਕਹਿ ਸਕਦਾ ਕਿ ਮੈਂ ਫਿਟਨੈਸ ਟ੍ਰੇਨਰ। ਸੋ ਇਹ ਵਾਲੀ ਚੀਜ਼ ਤੁਹਾਡਾ ਰੁਝਾਨ ਕਿਵੇਂ ਬਣਿਆ ਕਿ ਮੈਂ ਫਿਟਨੈਸ ਟ੍ਰੇਨਰ ਬਣਨਾ ਚਾਹ ਰਿਹਾ ਹਾਂ? ਮੈਂ ਸੀਗਾ ਵੀਰੇ ਬਹੁਤ ਜ਼ਿਆਦਾ ਮੋਟਾ। ਅੱਛਾ ਜੀ। ਮਤਲਬ ਮੈਂ ਟਰੈਂਡ ਦੇ ਨਾਲ ਨਹੀਂ ਆਪਣੇ ਆਪ ਨੂੰ ਚੇਂਜ ਕੀਤਾ। ਲੈਟਸ ਸੇ ਇੱਕ ਵੇਵ ਆਈ ਸੀਗੀ 2014, 15 ਜਾਂ 16 ਤੋਂ ਬਾਅਦ ਕਹਿ ਲਓ, ਫੈਟ ਟੂ ਫਿਟ ਵਾਲੀ। ਓਕੇ। ਅਤੇ ਉਹਨੂੰ ਇੰਸਟਾਗ੍ਰਾਮ ਬੜੀ ਹਾਈਪ 'ਤੇ ਸੀਗਾ ਅਤੇ ਹਰ ਬੰਦਾ ਸਟੋਰੀਆਂ ਪਾਉਣਾ ਚਾਹ ਰਿਹਾ ਸੀਗਾ। ਮੈਂ ਜਿਮ ਸ਼ੁਰੂ ਕੀਤੀ ਸੀਗੀ 2012-13 ਦੇ ਗੇੜ ਵਿੱਚ, 12 ਦੇ ਆਸ ਪਾਸ ਹੀ ਲਾ ਲਓ। ਮੈਂ ਸੀਗਾ 110 ਦੇ ਆਸ ਪਾਸ ਦਾ ਉਸ ਟਾਈਮ। ਓਕੇ। ਅਤੇ ਮੈਂ ਜਦੋਂ ਜਿਮ ਸ਼ੁਰੂ ਕੀਤੀ ਸੀਗੀ ਉਸ ਟਾਈਮ, ਮਤਲਬ ਇੱਕ ਨਾ ਉਹ ਟਰੈਂਡ ਨਹੀਂ ਸੀਗਾ ਕਿ ਜਿਮ ਜਾ ਕੇ ਤੁਸੀਂ ਪੋਸਟ ਵੀ ਕਰ ਰਹੇ ਹੋ, ਕੁਛ ਨਹੀਂ ਚੱਲਦਾ ਸੀਗਾ। ਫੇਸਬੁੱਕ ਵੀ ਕਿੰਨੇ ਯੂਜ਼ ਕਰ ਲਓਗੇ ਤੁਸੀਂ ਉਸ ਟਾਈਮ ਵੀ। ਅਤੇ ਉਸ ਟਾਈਮ ਬੇਸਿਕਲੀ ਜਿੰਮਾਂ ਹੁੰਦੀ ਸੀ 200-250 ਰੁਪਏ ਜਿਹੜੇ ਮਹੀਨੇ ਦੀ ਫੀਸ ਹੁੰਦੀ ਸੀਗੀ। ਉਸ ਟਾਈਮ ਇੱਕ ਟ੍ਰੇਨਰ ਲਿਆ ਸੀਗਾ ਅਤੇ ਮੈਂ 1000-1200 ਦਿੰਦਾ ਸੀ ਸ਼ਾਇਦ ਮਹੀਨੇ ਦੇ। ਅਤੇ ਉਸ ਟਾਈਮ ਤੋਂ ਇੱਕ ਇੰਟਰਸਟ ਆ ਗਿਆ ਜਿਮ 'ਚ। ਇੱਕ ਜਦੋਂ ਬੋਡੀ ਚੇਂਜ ਹੁੰਦੀ ਹੈ, ਤੁਸੀਂ ਕੌਨਫੀਡੈਂਟ ਜ਼ਿਆਦਾ ਫੀਲ ਕਰਦੇ ਹੋ, ਥੋੜ੍ਹਾ ਮੋਡਲਿੰਗ ਵਿੱਚ ਇੰਟਰਸਟ ਆ ਗਿਆ ਉਸ ਟਾਈਮ। ਓਕੇ।
ਅਤੇ ਉਹਦੇ ਕਰਕੇ ਮੈਂ ਕਾਫੀ ਜ਼ਿਆਦਾ ਪੁਸ਼ ਕੀਤਾ ਆਪਣੇ ਆਪ ਨੂੰ, ਕਾਫੀ ਟ੍ਰੇਨਰਸ ਬਦਲੇ ਉਸ ਟਾਈਮ। ਮਤਲਬ ਮੈਂ ਇਨੀਸ਼ੀਅਲੀ ਨਹੀਂ ਸੋਚਿਆ ਸੀਗਾ ਕਿ ਮੈਂ ਇਸ ਲਾਈਨ ਵਿੱਚ ਐਜ਼ ਅ ਪ੍ਰੋਫੈਸ਼ਨ ਜਾਣਾ ਜਾਂ ਇਹਨੂੰ ਮੈਂ ਪ੍ਰੋਫੈਸ਼ਨ ਬਣਾਉਣਾ। ਤੁਸੀਂ ਅੱਜ ਦੀ ਗੱਲ ਕਰੋ ਜਾਂ ਲੈਟਸ ਸੇ ਮੈਨੂੰ ਇੱਥੇ ਆਉਣ ਤੋਂ ਪਹਿਲੇ ਵੀ ਨਹੀਂ ਪਤਾ ਸੀਗਾ ਕਿ ਮੈਂ ਇਹਨੂੰ ਆਪਣਾ ਪ੍ਰੋਫੈਸ਼ਨ ਬਣਾਉਣਾ। ਓਕੇ, ਬਟ ਵਿਦ ਦਾ ਟਾਈਮ ਬਣਿਆ। ਇੱਥੇ ਆਏ ਕਦੋਂ ਸੀ ਤੁਸੀਂ? ਮੈਂ 2019 ਦੇ ਲਾਸਟ ਵਿੱਚ ਆਇਆ ਵੀਰੇ। ਅੱਛਾ ਜੀ, 3-3.5 ਸਾਲ ਹੀ ਹੋਏ। ਤੇ ਇਸ ਤੋਂ ਪਹਿਲੇ ਵੀ ਕੋਈ ਕੰਮ ਕੀਤਾ ਕਿ ਸਿੱਧਾ ਆਉਂਦੇ ਸਾਰੀ ਨਹੀਂ ਫਿਟਨੈਸ? ਨਹੀਂ, ਮੈਂ ਵੀਰੇ ਪਹਿਲੇ ਰੈਸਟੋਰੈਂਟ ਕੀਤਾ। ਓਕੇ, 1.5 ਸਾਲ ਉੱਥੇ ਲਾਇਆ ਸੀਗਾ ਮੈਂ। ਅਤੇ ਮੁੜ ਕੇ ਮੈਂ ਨਾਲ ਸਕਿਪ ਸਕੁਪ ਤਾਂ ਚੱਲਦੀ ਰਹਿੰਦੀ ਸੀਗੀ। ਫੈਕਟਰੀਆਂ ਵੀ ਲਾਈਆਂ ਆਉਂਦੀ 2-3-4 ਮਹੀਨੇ, 4 ਕੁ ਮਹੀਨੇ ਫੈਕਟਰੀਆਂ ਵੀ ਲਾਈਆਂ ਨੇ। ਬਟ ਮੈਂ ਸਾਈਡ 'ਤੇ ਸ਼ੁਰੂ ਕਰਤਾ ਸੀਗਾ ਆਪਣੀ ਸਰਟੀਫਿਕੇਸ਼ਨ। ਮੈਂ ਸ਼ੁਰੂ ਕਰਤੀ ਸੀਗੀ ਜਦੋਂ ਮੈਂ ਸਟੂਡੈਂਟ ਸੀਗਾ। ਮਤਲਬ ਮੇਰੀ ਜਿਹੜੀ ਗ੍ਰੈਜੂਏਸ਼ਨ ਹੈ ਅਤੇ ਜਿਹੜੀ ਮੇਰੀ ਫਿਟਨੈਸ ਸਰਟੀਫਿਕੇਸ਼ਨ ਹੈ ਇਕੱਠੀ ਆਈ ਸੀਗੀ। ਓਕੇ, ਅਤੇ ਔਨ ਦਾ ਸਾਈਡ ਮੈਂ ਐਜ਼ ਅ ਟ੍ਰੇਨਿੰਗ ਸ਼ੁਰੂ ਕਰਤਾ ਸੀਗਾ ਫਿਟਨੈਸ ਇੱਥੇ। ਆਈ ਯੂਜ਼ ਟੂ ਵਰਕ ਐਜ਼ ਅ ਟ੍ਰੇਨਿੰਗ ਪਹਿਲੇ ਇੱਥੇ ਸਟੂਡੀਓ 'ਚ ਹੀ। ਓਕੇ, ਅਤੇ ਫਿਰ ਸਲੋਲੀ ਐਂਡ ਗ੍ਰੈਜੂਅਲੀ ਮੈਂ ਸ਼ੌਪ ਸ਼ੁਰੂ ਕਰਤੀ। ਅੱਛਾ ਜੀ, ਅਤੇ ਬਸ ਇਹ ਫੁੱਲ ਟਾਈਮ ਬਣ ਗਿਆ। ਵਾਓ। ਇਨੀਸ਼ੀਅਲੀ ਤਾਂ ਇੰਨਾ ਕੀ ਸੀ ਕਿ ਆਪਣਾ ਥੋੜ੍ਹਾ ਬਹੁਤਾ ਖਰਚਾ ਨਿਕਲ ਜਾ ਕਰੂਗਾ, ਸਾਈਡ ਤੋਂ ਥੋੜ੍ਹਾ ਬਹੁਤਾ ਅਰਨਿੰਗ ਹੋ ਜਾਂਦੀ ਹੈ, ਦੈਨ ਯੂ ਆਰ ਗੁੱਡ। ਅਤੇ ਜਿਹੜੀ ਇਹ ਲਈ ਨੌਲੇਜ ਹੈਗੀ ਹੈ ਅਬਾਊਟ ਦ ਨਿਊਟਰੀਐਂਟਸ, ਕਿਉਂਕਿ ਜਦੋਂ ਤੁਸੀਂ ਫਿਟਨੈਸ ਚਾਹੁੰਦੇ ਆ ਸਿਰਫ ਇਹ ਤਾਂ ਹੈ ਨਹੀਂ ਕਿ ਸਿਰਫ ਐਕਸਰਸਾਈਜ਼ ਕਰ ਲਓ ਅਤੇ ਚੜ੍ਹਦੀ ਕਲਾ, ਥੋੜ੍ਹੀ ਬਹੁਤ ਨੌਲੇਜ ਹੋਣੀ ਚਾਹੀਦੀ ਕਿ ਅਸੀਂ ਖਾ ਕੀ ਰਹੇ ਹਾਂ। ਜੀ, ਜਿਵੇਂ ਕਹਿੰਦੇ ਆ ਜੈਸਾ ਅੰਨ ਤੈਸਾ ਮਨ। ਜੀ, ਸੋ ਇਹਦਾ ਜਿਹੜਾ ਇੰਟਰਸਟ ਹੁੰਦਾ ਕਿ ਨਿਊਟਰੀਐਂਟਸ ਬਾਰੇ ਪਤਾ ਹੋਣ ਦਾ, ਵੁੱਡ ਯੂ ਸੇ ਕਿ ਇਹ ਜ਼ਿਆਦਾ ਸਰਟੀਫਿਕੇਸ਼ਨ ਵਿੱਚ ਪੜ੍ਹ ਕੇ ਆਉਂਦਾ? ਦੇਖੋ ਵੀਰੇ, ਗੱਲ ਇਹ ਹੈ, ਪਹਿਲੇ ਤਾਂ ਸਾਨੂੰ ਇਹ ਚੀਜ਼ਾਂ ਨੂੰ ਬਹੁਤ ਅੱਛੀ ਗੱਲ ਤੁਸੀਂ ਕੀਤੀ ਹੈ ਕਿ ਨਿਊਟ੍ਰੀਸ਼ਨਸ ਬਾਰੇ। ਮੈਂ ਡਾਇਟੀਸ਼ੀਅਨ ਨਹੀਂ ਹੈਗਾ। ਓਕੇ, ਡਾਇਟੀਸ਼ੀਅਨ ਜੇ ਤੁਸੀਂ ਇਸ ਕੰਟਰੀ ਵਿੱਚ ਬਣਨਾ 3 ਸਾਲ ਦੀ ਉਹਦੀ ਸਟੱਡੀ ਹੈ। ਓਕੇ, ਸਮਝੋ ਇਸ ਗੱਲ ਨੂੰ। ਜੋ ਮੈਂ ਹੈਗਾ ਫਿਟਨੈਸ ਟ੍ਰੇਨਰ, ਮੈਨੂੰ ਐਕਸਰਸਾਈਜ਼ ਸਾਇੰਸ ਦੇ ਬਾਰੇ ਪਤਾ, ਮੈਨੂੰ ਐਕਸਰਸਾਈਜ਼ ਪਤਾ ਕਿੱਦਾਂ ਲੱਗਦੀ ਹੈ, ਜਾਂ ਮੈਨੂੰ ਪਤਾ ਤੁਸੀਂ ਕਿਹੜਾ ਮਸਲ ਕਿੱਦਾਂ ਟ੍ਰੇਨ ਕਰਨਾ। ਉਹਦੇ ਵਿੱਚ ਮੇਰੀ ਐਕਸਪਰਟੀਜ਼ ਨਹੀਂ ਹੈਗੀ। ਓਕੇ, ਉਹ ਮੈਂ ਸੁਜੈਸਟ ਕਰ ਸਕਦਾ, ਦੀਜ਼ ਆਰ ਦਾ ਥਿੰਗਸ ਯੂ ਸ਼ੁੱਡ ਟੇਕ ਐਂਡ ਦੀਜ਼ ਆਰ ਦਾ ਥਿੰਗਸ ਯੂ ਸ਼ੁੱਡ ਅਵੋਇਡ। ਉਹ ਮੈਂ ਦੱਸ ਸਕਦਾ ਸੁਜੈਸ਼ਨਸ, ਬਟ ਆਈ ਕੈਨ ਨਾਟ ਸੇ ਯੂ ਕਿ ਇਹੀ ਖਾਓ। ਐਜ਼ ਅ ਫਿਟਨੈਸ ਟ੍ਰੇਨਰ ਯੂ ਕੈਨ ਜਸਟ ਸੁਜੈਸਟ ਇਟ। ਅੱਜ ਕੱਲ੍ਹ ਕੀ ਚੱਲੀ ਜਾਂਦਾ, ਹਰ ਫਿਟਨੈਸ ਟ੍ਰੇਨਰ ਡਾਇਟੀਸ਼ੀਅਨ ਹੈ। ਤੁਸੀਂ ਡਾਇਟੀਸ਼ੀਅਨ ਕੋਲ ਜਾ ਕੇ ਦੇਖੋ, ਕੰਸਲਟੇਸ਼ਨ ਫੀਸ ਉਹਨਾਂ ਦੀ $100 ਹੈ ਇਸ ਟਾਈਮ। ਓਕੇ, ਦਿਸ ਇਜ਼ ਹਾਊ ਇਟ ਵਰਕਸ। ਇਹ ਨਾ ਥੋੜ੍ਹਾ ਜਿਹਾ ਚੀਜ਼ਾਂ ਕਨਫਿਊਜ਼ਿੰਗ ਨੇ ਇੱਥੇ। ਮੈਂ ਨਿਊਟ੍ਰੀਸ਼ਨਸ ਤੁਹਾਨੂੰ ਬੇਸਿਕ ਦੱਸ ਸਕਦਾ ਕਿੱਦਾਂ ਚੱਲਣਗੇ ਨਿਊਟ੍ਰੀਸ਼ਨਸ, ਇਹ ਤੁਹਾਨੂੰ ਯੂਜ਼ ਕਰਨੇ ਚਾਹੀਦੇ ਨੇ। ਬਟ ਸਟਿਲ ਇਫ ਯੂ ਆਰ ਹੈਵਿੰਗ ਸਮ ਬੇਸਿਕ ਹੈਲਥ ਇਸ਼ੂਜ਼, ਜਾਂ ਤੁਸੀਂ ਕਹੋ ਕਿ ਕਾਫੀ ਟਾਈਮ ਤੋਂ ਜਿਹੜੇ ਇਸ਼ੂਜ਼ ਚੱਲ ਰਹੇ ਨੇ ਤੁਹਾਨੂੰ, ਸਟਿਲ ਕੰਸਲਟ ਅ ਡਾਕਟਰ ਔਰ ਅ ਡਾਇਟੀਸ਼ੀਅਨ, ਦੈਟ ਕੈਨ ਹੈਲਪ ਯੂ। ਦੈਟ ਮੇਕ ਸੈਂਸ। ਹਾਂਜੀ ਹਾਂ, ਬੇਸਿਕ ਨਿਊਟ੍ਰੀਸ਼ਨਸ ਵੀ ਨੋ ਕਿ ਬੋਡੀ ਵੇਟ ਦੇ ਇੰਨਾ ਤੁਹਾਨੂੰ ਇਹ ਲੈਣਾ ਚਾਹੀਦਾ ਮਸਲ ਵਾਸਤੇ, ਜਾਂ ਮਸਲ ਗੇਨ ਵਾਸਤੇ, ਜਾਂ ਤੁਹਾਨੂੰ ਫੈਟ ਲੋਸ ਵਾਸਤੇ ਇੰਨਾ ਇਹ ਕਰਨਾ ਚਾਹੀਦਾ। ਇਹ ਬੇਸਿਕ ਚੀਜ਼ਾਂ ਨੇ ਜਿਹੜੀ ਮੈਂ ਦੱਸ ਸਕਦਾ। ਬਟ ਮੈਂ ਕਹਾਂ ਤੁਹਾਨੂੰ ਪ੍ਰੋਪਰ ਵਾਈਟਾਮਿਨ ਇੰਨੇ ਲਓ, ਦੈਟ ਮੇਕਸ ਨੋ ਸੈਂਸ। ਨਹੀਂ, 100%। ਐਂਡ ਆਈ ਥਿੰਕ ਮੈਂ ਰਿਲੇਟ ਤਾਂ ਵੀ ਕਰ ਸਕਦਾ, ਕਿਉਂਕਿ ਜਿੰਨਾ ਕੁ ਜਦੋਂ ਅਸੀਂ ਮਾਰਕੀਟ ਵਿੱਚ ਜਾਂਦੇ ਹਾਂ, ਇਟਸ ਲਾਈਕ ਅ ਮਿਥ ਬਸਟਰ, ਕਿਉਂਕਿ ਇੰਨੇ ਮਿਥ ਚੱਲ ਰਹੇ ਇਸ ਟਾਈਮ 'ਤੇ ਮਾਰਕੀਟ ਵਿੱਚ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਹਨਾਂ ਕੋਲ ਸਰਟੀਫਿਕੇਸ਼ਨਸ ਨਹੀਂ ਹੈਗੀ, ਬਟ ਦੇ ਪ੍ਰੀਟੈਂਡਿੰਗ ਟੂ ਬੀ ਸਮਥਿੰਗ ਜੋ ਉਹ ਨਹੀਂ ਹੈਗੇ। ਸੋ ਉਹ ਲਈ ਚੀਜ਼ ਅੱਛੀ ਹੈ ਕਿ ਤੁਸੀਂ ਕਿਵੇਂ ਸਪਸ਼ਟ ਕਰ ਰਹੇ ਹੋ ਕਿ ਦਿਸ ਇਜ਼ ਸਮਥਿੰਗ ਆਈ ਐਮ, ਦਿਸ ਸਮਥਿੰਗ ਆਈ ਐਮ ਨਾਟ। ਦੈਟਸ ਅ ਥਿੰਗ ਵੀਰੇ। ਮੈਂ ਤੁਹਾਨੂੰ ਦੱਸ ਸਕਦਾ ਜੋ ਮੇਰੀ ਐਕਸਪਰਟੀਜ਼ ਹੈਗੀ ਹੈ। ਹਾਂ, ਮੈਨੂੰ ਨੌਲੇਜ ਹੈਗੀ ਹੈ ਉਹਦੇ ਬਾਰੇ, ਬਟ ਆਈ ਐਮ ਨਾਟ ਅ ਸਰਟੀਫਾਈਡ ਡਾਇਟੀਸ਼ੀਅਨ ਕਿ ਮੇਰੇ ਕੋਲ ਤੁਸੀਂ ਆ ਕੇ, ਹਾਂ ਮੈਂ ਤੁਹਾਨੂੰ ਦੱਸ ਸਕਦਾ ਕਿ ਤੁਸੀਂ ਵੀਰੇ ਮਸਲ ਗੇਨ ਕਰਨਾ, ਹੈਲਥ ਇਸ਼ੂਜ਼ ਨਹੀਂ ਹੈ, ਕਿ ਦਿਸ ਇਜ਼ ਦਾ ਡਾਈਟ ਯੂ ਸ਼ੁੱਡ ਫੋਲੋ, ਦੀਜ਼ ਆਰ ਦਾ ਸਜੈਸ਼ਨਸ, ਬਟ ਸਟਿਲ ਦਿਸ ਇਜ਼ ਦਾ ਡਾਈਟ ਵਿਚ ਆਈ ਸਜੈਸਟਡ। ਤੁਸੀਂ ਫੋਲੋ ਕਰਕੇ ਦੇਖੋ। ਅਗਰ ਤੁਹਾਨੂੰ ਕੋਈ ਇਸ਼ੂਜ਼ ਆ ਰਹੇ ਨੇ, ਤੁਸੀਂ ਡਾਇਟੀਸ਼ੀਅਨ ਔਰ ਡਾਕਟਰ, ਕਿਉਂਕਿ ਕਦੇ ਇਹਨਾਂ ਕੰਟਰੀਆਂ 'ਚ ਖਾਸ ਕਰਕੇ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ ਚੀਜ਼ਾਂ, ਕਿਉਂਕਿ ਇੱਥੇ ਅਕਾਊਂਟੇਬਿਲਿਟੀ ਬਹੁਤ ਜ਼ਰੂਰੀ ਹੈ ਆਪਣੀ। ਜੀ, ਜੇ ਮੈਂ ਕਿਸੇ ਨੂੰ ਕੋਈ ਚੀਜ਼ ਦੱਸ ਰਿਹਾ, ਕਰਾ ਰਿਹਾ, ਆਈ ਸ਼ੁੱਡ ਬੀ ਅਕਾਊਂਟੇਬਲ ਫॉर ਇਟ। ਦੈਟਸ ਕਰਕੇ ਰਿਸਪੌਂਸਿਬਿਲਿਟੀ ਤੇ ਅਕਾਊਂਟੇਬਿਲਿਟੀ ਦੋਵੇਂ ਮੇਰੇ ਉੱਤੇ ਹੈ। ਬਿਕੋਜ਼ ਲਾਇਸੈਂਸ ਸਸਪੈਂਡ ਕਰ ਦੇਣਗੇ। ਦੈਟਸ ਦਾ ਥਿੰਗ। ਅੱਛਾ, ਰਹੀ ਗੱਲ ਟ੍ਰੈਂਡ ਦੇ ਹਿਸਾਬ ਨਾਲ, ਜਿਵੇਂ ਤੁਸੀਂ ਕਿਹਾ ਮਿਥ ਬਹੁਤ ਨੇ ਜੀ। ਇੱਕ ਨਾ ਦੋ ਹੀ ਕੰਸੈਪਟ ਨੇ ਜਿਮ ਵਿੱਚ। ਤੁਸੀਂ ਫੈਟ ਲਾਸ ਅਤੇ ਮਸਲ ਗੇਨ ਦੀ 90% ਲੋਕ ਸੋਚ ਰਹੇ ਨੇ ਜੀ, ਅਤੇ ਉਹ ਜਿਹੜੇ ਕੰਸੈਪਟ ਨੇ ਨਾ, ਉਹਦੇ ਆਨਸਰ ਵੀ 2-3 ਹੀ ਨੇ। ਜੇ ਤੁਸੀਂ ਫੈਟ ਲਾਸ ਕਰਨਾ ਤਾਂ ਕੈਲਰੀ ਡੈਫੀਸਿਟ ਕਰਨਾ ਪਊਗਾ, ਕਿਸੇ ਵੀ ਫਾਰਮ 'ਚ ਕਰੋ। ਕੈਲਰੀ ਜਿਹਨੂੰ ਤੁਸੀਂ ਸਾਰੇ ਦਿਨ 'ਚ ਖਾ ਰਹੇ ਹੋ, ਉਸ ਤੋਂ ਜ਼ਿਆਦਾ ਬਰਨ ਕਰਨੀ ਪੈਣਗੀਆਂ। ਹੁਣ ਜੇ ਇੱਕੋ ਗੱਲ ਹਰ ਟ੍ਰੇਨਰ ਦੱਸੂਗਾ ਨਾ, ਅਤੇ ਕਿਸੇ ਨੂੰ ਉਹ ਕਹਿਣਾ ਯਾਰ ਤਾਂ ਸਾਰੇ ਦੱਸੀ ਜਾਂਦੇ ਨੇ, ਤੂੰ ਕੋਈ ਨਵੀਂ ਚੀਜ਼ ਦੱਸ। ਅਤੇ ਉਹ ਉੱਥੋਂ ਕ੍ਰੀਏਟ ਹੁੰਦੇ ਨੇ ਮਿਥਸ। ਉਹਨੂੰ ਤੁਸੀਂ ਮੋਲਡ ਕਰਕੇ ਦੱਸਤਾ, ਉਹਨੂੰ ਇੱਦਾਂ ਨਹੀਂ ਇੱਦਾਂ ਕਰਕੇ ਦੱਸਤਾ, ਉਹ ਚੀਜ਼ਾਂ ਬਹੁਤ ਅਲੱਗ ਨੇ। ਐਂਡ ਮੇ ਬੀ ਉਸੀ ਕਾਰਨ ਬਿਜ਼ਨਸ ਵੀ ਚੱਲ ਰਹੇ ਨੇ। ਹੁਣ ਜੇ ਮੈਂ ਕਿਸੇ ਨੂੰ ਕਹਾਂਗਾ ਨਾ ਤੂੰ ਬਾਈਸੈਪ ਕੱਲ ਇੱਦਾਂ ਲਾ, ਉਹਨੇ ਕਹਿਣਾ ਇੱਦਾਂ ਨੇ ਸਾਰੇ ਲਵਾਈ ਜਾਂਦੇ ਨੇ, ਤੂੰ ਇੱਦਾਂ ਕਰਾ ਕੇ ਦਿਖਾਣਾ, ਤੂੰ ਤਾਂ ਵੱਡਾ ਟ੍ਰੇਨਰ ਹੈ। ਠੀਕ ਹੈ, ਸਮਝ ਲਓ। ਸੋ ਯੂ ਹੈਵ ਟੂ ਕ੍ਰੀਏਟ ਸਮਥਿੰਗ ਨਿਊ। ਲੋਕ ਇਹ ਚਾਹੁੰਦੇ ਨੇ, ਆਡੀਅੰਸ ਇੱਦਾਂ ਨਹੀਂ ਹੋ ਗਈ ਹੈ ਕਿ ਉਹ ਕਹਿੰਦੇ ਨੇ ਯਾਰ ਲੋਕ ਨਾ ਬਹੁਤ ਜਲਦੀ ਅੱਕ ਜਾਂਦੇ ਨੇ ਇੱਕ ਚੀਜ਼ ਤੋਂ। 3-4 ਵੀਕ ਦੇ ਡਿਸਪਲਿਨ ਤੁਸੀਂ ਰੱਖ ਲਓ ਕਿ ਦੇਰ ਲਾਈਕ ਡਾਈਟ ਚੇਂਜ ਕਰੋ, ਸਾਡਾ ਵਰਕਆਊਟ ਚੇਂਜ ਕਰੋ। ਬਟ ਜਿਹੜੀ ਜਿਮ ਦੀ ਲਾਈਫ ਹੈ ਥੋੜ੍ਹੀ ਜਿਹੀ ਕੰਸਿਸਟੈਂਟ ਵੇ ਨਾਲ ਬੋਰਿੰਗ ਹੈ। ਤੁਹਾਨੂੰ ਇੱਕੋ ਤਰੀਕੇ ਦੀ ਚੀਜ਼ਾਂ ਕਰਨੀ ਪੈਂਦੀ ਨੇ ਕਾਫੀ ਟਾਈਮ ਵਾਸਤੇ ਟੂ ਸੀ ਰਿਜ਼ਲਟਸ। ਜੀ,
ਉਹ ਲੋਕਾਂ ਨੂੰ ਨਹੀਂ ਪਸੰਦ। ਰਿਟੈਂਸ਼ਨ ਪਾਵਰ ਨਹੀਂ ਨਾ। ਦੈਟਸ ਦ ਥਿੰਗ। ਉਹ ਪੇਸ਼ੈਂਸ ਚਾਹੀਦੀ ਹੈ ਇੱਥੇ, ਜਿਹੜੀ ਲੋਕਾਂ 'ਚ ਨਹੀਂ ਹੈਗੀ। ਜੇ ਮੈਂ ਕਿਸੇ ਨੂੰ ਕਹਾਂਗਾ ਨਾ ਤੂੰ 12 ਵੀਕ 'ਚ ਤੂੰ ਰਿਜ਼ਲਟ ਲੈ ਲੈ, ਸਾਰੇ ਆ ਜਾਣਗੇ। ਜੇ ਮੈਂ ਤੁਸੀਂ ਕਹਾਂਗਾ ਲਾਈਫ ਸਟਾਈਲ ਬਿਲਡ ਕਰੋ, ਕਿਸੇ ਨੇ ਨਹੀਂ ਆਉਣਾ। ਉਹ ਨਾ 3 ਮਹੀਨੇ 'ਚ ਜਿਹੜਾ ਅਸੀਂ 10-15 ਸਾਲ ਦਾ ਫੈਟ ਇਕੱਠਾ ਕੀਤਾ, ਉਹ 3 ਮਹੀਨੇ ਉਡਾ ਦੇ ਕਿਸੇ ਤਰੀਕੇ। ਇਹਦੇ ਵਿੱਚ ਮੈਂ ਸਾਰਿਆਂ ਦੀ ਗੱਲ ਕਰਾਂਗਾ ਜੀ। ਸਾਰੇ ਇਹ ਸੋਚਦੇ ਨੇ ਕਿ ਉਹ ਜਿਹੜੀ ਸ਼ਾਰਟਕਟਸ ਕਰਕੇ ਬੜਾ ਕੰਮ ਖਰਾਬ ਹੋਇਆ ਪਿਆ ਅੱਜ ਕੱਲ੍ਹ। ਮੇਬੀ ਦੈਟਸ ਵਾਈ ਅਸੀਂ ਜਦੋਂ ਐਡਵਰਟੀਜ਼ਮੈਂਟਸ ਦੇਖਦੇ ਹਾਂ ਤਾਂ ਇਹੀ ਲਿਖਿਆ ਹੁੰਦਾ ਕਿ 4 ਡੇ ਪਲਾਨਸ, 9 ਡੇ ਪਲਾਨਸ, ਮੋਟਾਪਾ ਘਟਾਏ, ਜਾਂ ਤਾਂ ਇਹਦੇ ਨਾਲ ਨੰਬਰ ਜ਼ਰੂਰ ਲਿਖਿਆ ਹੁੰਦਾ ਕਿ ਉਹ ਇੱਕ ਫਿਗਰ ਪਾਉਣ ਵਾਸਤੇ ਕਿ ਤੁਹਾਡੇ ਮਨ ਵਿੱਚ ਕਿ ਇਹ 12 ਦਿਨ ਦੀ ਖੇਡ ਹੈਗੀ ਹੈ, ਤੁਸੀਂ ਕਰ ਲੋਗੇ। ਅਤੇ ਐਮ ਸ਼ੋਰ ਤੁਹਾਡੇ ਕੋਲ ਵੀ ਇੱਦਾਂ ਦੇ ਵੀਰ ਜੀ ਕਲਾਇੰਟਸ ਆਉਂਦੇ ਹੋਣਗੇ ਜਿਹੜੇ ਕਹਿ ਲਓ ਕਿ ਉਹਨਾਂ ਦਾ ਬੈਕਗਰਾਊਂਡ ਉਵੇਂ ਦਾ ਨਹੀਂ ਹੈ, ਨਾ ਡਿਸਿਪਲਿਨ ਹੈਗਾ, ਬਟ ਦੇ ਵਾਂਟਡ ਟੂ ਡੂ ਸਮਥਿੰਗ ਵਿਚ ਇਜ਼ ਵਾਈ ਦੇ ਡਿਡ ਸਮਥਿੰਗ ਕੰਪਲੀਟਲੀ ਆਊਟ ਆਫ ਦ ਬਾਕਸ। ਅਤੇ ਜਿਵੇਂ ਪਿਛਲੇ 2 ਦਿਨ 'ਚ ਖੂਬ ਖਾ ਕੇ ਅਤੇ ਤੁਹਾਡੇ ਕੋਲ ਆ ਰਿਹਾ ਕਿ ਮੈਂ ਤਾਂ ਗੇਨ ਕਰਨਾ ਸੀ ਅਤੇ ਮੈਂ ਪਿਛਲੇ 2 ਦਿਨ 'ਚ ਇਹ ਕਰਤਾ। ਅਤੇ ਕਦੀ ਤੁਹਾਨੂੰ ਸੁਣ ਕੇ ਹੁੰਦਾ ਕਿ ਡੈਮ, ਮਤਲਬ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ ਹੋ, ਇੱਦਾਂ ਨਹੀਂ ਹੁੰਦਾ। ਦੇਖੋ ਮੈਂ ਤੁਹਾਨੂੰ ਦੱਸਦਾ, ਇੱਕ ਮੇਰੇ ਕੋਲ ਕਲਾਇੰਟ ਆਇਆ 6 ਮਹੀਨੇ ਪੁਰਾਣੀ ਗੱਲ ਹੈ। ਮੈਨੂੰ ਅੱਜ ਮੰਡੇ ਹੈ, ਇੱਦਾਂ ਵਾਕ ਇਨ ਕੀਤਾ ਉਹਨਾਂ ਨੇ। ਮੈਨੂੰ ਪਹਿਲੇ ਮੈਸੇਜ ਆਇਆ ਸੀ ਇੰਸਟਾ 'ਤੇ, ਮੈਂ ਕਿਹਾ ਚਲੋ ਮਿਲਦੇ ਹਾਂ, ਕੋਈ ਗੱਲ ਨਹੀਂ। ਕਹਿੰਦੇ ਨੈਕਸਟ ਵੀਕ ਮੇਰਾ ਇੱਕ ਕੌਨਸਰਟ ਹੈ ਅਤੇ ਮੈਨੂੰ ਦੱਸੋ ਮੈਂ ਕੀ ਕਰਾ ਸਕਦਾ, ਜਾਂ ਤੁਸੀਂ ਕੀ ਕਰਾ ਸਕਦੇ ਹੋ। ਮੈਂ ਕਿਹਾ ਦੁਬਾਰਾ ਦੱਸੋ। ਮੈਂ ਕਿਹਾ ਕਦੋਂ ਆ? ਕਹਿੰਦੇ ਨੈਕਸਟ ਵੀਕ ਮੰਡੇ। ਅਤੇ ਮੈਂ ਕਿਹਾ ਅੱਜ ਮੰਡੇ ਦਾ ਹੋ ਗਿਆ ਅਤੇ ਗੋਲ ਕੀ ਆ? ਬਸ ਮੈਂ ਕੱਪੜੇ ਫਿੱਟ ਕਰਨੇ ਨੇ, ਸਹੀ ਦਿਖਣਾ ਬਸ ਆਪਣੀ ਬੋਡੀ ਨਾਲ। ਮੈਂ ਥੋੜ੍ਹੇ ਜਿਹੇ ਫਾਰਮਲ ਕੱਪੜੇ ਪਾਣੇ ਅਤੇ ਮੈਂ ਅੱਛਾ ਦਿਖਾਂ ਉਹਦੇ ਵਿੱਚ ਕਿਸੇ ਤਰੀਕੇ। ਹੁਣ ਮੈਂ ਉਹਦਾ ਕੀ ਜਵਾਬ ਦਿਆਂ ਵੀ 7 ਦਿਨ 'ਚ ਮੈਂ ਕਿਹੜੇ ਇੰਜੈਕਸ਼ਨ ਲਾ ਦਿਆਂ, ਕਿਹੜੀ ਮੈਂ ਇੱਥੇ ਹੈਰੀ ਪੋਟਰ ਵਾਲੀ ਮੈਂ ਛੜੀ ਵੀ ਰੱਖ ਲਈ ਸੀ ਇੱਕ। ਅੱਛਾ ਜੀ। ਔਨਲਾਈਨ $20 ਦੀ ਮਿਲਦੀਆਂ ਐਮਾਜ਼ੋਨ ਤੋਂ। ਓਕੇ। ਮੈਂ ਕਿਹਾ ਰੱਖਣੀ ਪੈਣੀ ਹੈ, ਜਿਵੇਂ ਦੇ ਕਲਾਇੰਟ ਆ ਰਹੇ ਨੇ। ਉਹ ਮਾਈਂਡ ਸੈਟ ਹੀ ਇਹੋ ਜਿਹਾ ਵੀ 7-8 ਦਿਨ 'ਚ ਕਰ ਲਈਏ, ਇੱਕ ਫੰਕਸ਼ਨ ਨਿਬੇੜ ਦਈਏ ਅਤੇ ਅਗਲਾ ਫਿਰ ਲਾਈਫ ਸਟਾਈਲ ਉੱਦਾਂ ਚੱਲ ਜੂਗਾ। ਕੁੜੀਆਂ ਆਉਂਦੀਆਂ ਨੇ 3 ਮਹੀਨੇ ਬਾਅਦ ਵਿਆਹ ਏ, ਜਾਂ 3 ਮਹੀਨੇ ਬਾਅਦ ਕਿਸੇ ਰਿਸ਼ਤੇਦਾਰ ਦਾ ਵਿਆਹ ਏ, 3 ਮਹੀਨੇ ਵਾਸਤੇ ਪਤਲੇ ਹੋਣਾ। ਉਹ ਨਾ ਕੰਸੈਪਟ ਹੀ ਨਹੀਂ ਸਮਝ ਆਉਂਦਾ। ਅੱਛਾ ਜਦੋਂ ਤੁਸੀਂ ਕਿਸੇ ਨੂੰ ਸਮਝਾਓਗੇ ਕਿ ਇੱਦਾਂ ਨਹੀਂ ਹੁੰਦਾ ਜਾਂ ਇੱਦਾਂ ਨਾ ਕਰੋ, ਅਗਲੇ ਕਹਿੰਦੇ ਤੂੰ ਤਾਂ ਪਾਗਲ ਹੈ ਯਾਰ, ਉੱਧਰ ਉਹ ਤਾਂ ਕਰਾਈ ਜਾਂਦਾ। ਉਹ ਤਾਂ ਕਹਿੰਦੇ ਨੇ 3 ਮਹੀਨੇ 'ਚ ਕਰਾ ਦਾਂਗੇ ਅਸੀਂ ਇਹਨਾਂ ਲੋਸ। ਈਜ਼ੀ ਵੇ ਆਊਟ ਲੱਭ ਰਹੇ ਜਿੱਦਾਂ। ਦੈਟਸ ਦਾ ਥਿੰਗ, ਜਿਹਦੇ ਕਰਕੇ ਇੱਕ ਉਹ ਨਾ ਇੰਨੇ ਮਿਥ ਚੱਲ ਰਹੇ ਨੇ ਜਾਂ ਇੰਨਾ ਕਨਫਿਊਜ਼ਿੰਗ ਬਣਾਈ ਹੋਈ ਹੈ ਇੰਡਸਟਰੀ, ਕਿਉਂਕਿ ਲੋਕਾਂ 'ਚ ਪੇਸ਼ੈਂਸ ਨਹੀਂ ਹੈਗੀ ਸਹੀ ਤਰੀਕੇ ਨਾਲ ਕਰਨ ਦੀ। ਜੇ ਕੋਈ ਬੰਦਾ 15 ਦਿਨ 'ਚ ਲੈਸੇ 6 ਕਿਲੋ ਲੂਜ਼ ਕਰ ਲੈਂਦਾ, ਉਹ ਨਾ ਬੋਡੀ ਆਪਣੇ ਸੈਲ, ਤੁਸੀਂ ਸਮਝੋ ਇਸ ਗੱਲ ਨੂੰ, ਸਮਝੋ ਬੜੀ ਸਿੰਪਲ ਜੀ ਗੱਲ ਹੈ। ਤੁਹਾਡੀ ਬੋਡੀ ਨੂੰ ਇੱਕ ਬੇਸਿਕ ਫਿਊਲ ਚਾਹੀਦਾ ਰੋਜ਼ ਕੰਮ ਕਰਨ ਵਾਸਤੇ। ਠੀਕ ਹੈ, ਤੁਸੀਂ ਹਿਲ ਰਹੇ ਹੋ, ਤੁਸੀਂ ਬੋਲ ਰਹੇ ਹੋ, ਤੁਸੀਂ ਚੱਲ ਰਹੇ ਹੋ, ਬੋਡੀ ਤੁਹਾਡੀ ਕੈਲਰੀਜ਼ ਬਰਨ ਕਰ ਰਹੀ ਹੈ, ਇਨ ਸ਼ੋਰਟ ਸਮਝੋ। ਠੀਕ ਹੈ, ਹੁਣ ਕੈਲਰੀਜ਼ ਬਰਨ ਕਰ ਰਹੀ ਹੈ, ਬੋਡੀ ਨੂੰ ਕੈਲਰੀਜ਼ ਚਾਹੀਦੀਆਂ ਨੇ। ਠੀਕ ਹੈ, ਹੁਣ ਜੇ ਬੋਡੀ ਕੈਲਰੀਜ਼ ਨੂੰ ਯੂਜ਼ ਕਰ ਰਹੀ ਹੈ ਔਰ ਤੁਸੀਂ ਕੈਲਰੀਜ਼ ਨਹੀਂ ਦੇ ਰਹੇ, ਬੋਡੀ ਨੇ ਆਪਣੇ ਸੈਲਸ ਖਾਣੇ ਸ਼ੁਰੂ ਕਰ ਦੇਣੇ ਨੇ। ਠੀਕ ਹੈ, ਹੁਣ ਉਹ ਬੰਦਾ ਵੀਕ ਹੋਇਆ ਕਿ ਉਹ ਬੰਦੇ ਨੇ ਫੈਟ ਲੂਜ਼ ਕੀਤਾ, ਵੀਕ ਹੋਏਗਾ। ਸੋ ਹੁਣ 15 ਦਿਨ ਵਾਸਤੇ ਕਿਸੇ ਨੇ ਇੱਕ ਸਪੈਸ਼ਲ ਡਾਈਟ ਪਲਾਨ ਲੈ ਲਿਆ ਕਿਸੇ ਸਪੈਸ਼ਲ ਡਾਈਟੀਸ਼ਨ ਕੋਲੋਂ, ਮੰਨਦੇ ਹਾਂ ਆਪਾਂ, ਅਤੇ ਉਹਨੇ ਇਹ ਗੱਲ ਕਹੀ ਵੀ ਤੂੰ 15 ਦਿਨ ਫੋਲੋ ਕਰ ਅਤੇ ਤੂੰ 5 ਕਿਲੋ ਲਾ ਦੇਗਾ, ਤੂੰ ਸਵੇਰੇ ਵਾਲਾ ਪਾਊਡਰ ਖਾਣਾ, ਸ਼ਾਮ ਨੂੰ ਇਹ ਖਾਣਾ, ਦੁਪਹਿਰ ਨੂੰ ਇਹ ਖਾਣਾ। ਉਹਨੂੰ ਟੋਟਲ ਕੈਲਰੀ ਦੇ ਦਿੱਤੀ 400-500 ਸਾਰੇ ਦਿਨ ਦੀ। ਠੀਕ ਹੈ ਜੀ, 15 ਦਿਨ ਵਾਸਤੇ ਉਹਨੇ ਖਾਧੀ। ਚੌਥੇ ਦਿਨ ਬੋਡੀ ਨੂੰ ਰਿਅਲਾਈਜ਼ ਹੋ ਜਾਣਾ ਕਿ ਮੈਨੂੰ ਕੈਲਰੀ ਮੈਚ, ਅੱਬਲ ਦੇ ਤੀਜੇ ਦਿਨ ਹੀ ਹੋ ਜਾਣਾ ਕਿ ਬੋਡੀ ਨੂੰ ਕੈਲਰੀ ਨਹੀਂ ਮਿਲ ਰਹੀ, ਦੇयर ਇਜ਼ ਸਮਥਿੰਗ ਰੋਂਗ ਜੀ। ਠੀਕ ਹੈ, ਹੁਣ ਬੋਡੀ ਨੇ ਆਪਣੇ ਸੈਲਸ ਖਾਣੇ ਸ਼ੁਰੂ ਕਰ ਦੇਣਗੇ, ਬੋਡੀ ਨੇ ਤਾਂ ਫੰਕਸ਼ਨ ਕਰਨਾ ਹੈ ਨਾ। ਹੁਣ ਉਹ ਤੁਹਾਨੂੰ ਫਰਕ ਦਿਖੂਗਾ ਵੇਇੰਗ ਸਕੇਲ 'ਤੇ। ਲੈਟਸ ਸੇ ਤੁਸੀਂ 10-12-15 ਦਿਨ ਡਾਈਟ ਫੋਲੋ ਕੀਤੀ ਅਤੇ ਬੋਡੀ ਲਗਾਤਾਰ ਆਪਣੇ ਸੈਲਸ ਖਾ ਰਹੀ ਹੈ, ਬਿਕੋਜ਼ ਉਹਨੂੰ ਮਕੈਨਿਜ਼ਮ ਤੇ ਆਪਣਾ ਕਰਨਾ ਹੈ ਨਾ, ਜਿਵੇਂ ਵੀ ਕ੍ਰੀਏਟ ਕਰ ਰਹੇ ਹੋ। ਅਤੇ ਉਹ ਤੁਹਾਨੂੰ 4-5-6 ਕਿਲੋ ਦਿਖ ਜਾਂਦਾ। 15 ਦਿਨ ਬਾਅਦ ਜਦ ਤੁਸੀਂ ਸਿੱਧਾ ਹੀ ਨੋਰਮਲ ਡਾਈਟ 'ਤੇ ਵਾਪਸ ਆਉਂਦੇ ਹੋ ਨਾ, ਸਭ ਤੋਂ ਪਹਿਲੇ ਬੋਡੀ ਆਪਣੇ ਸੈਲਸ ਨੂੰ ਰੀਗੇਨ ਕਰਦੀ ਹੈ ਔਰ ਉਹ ਵਾਪਸ ਆ ਜਾਂਦੇ ਨੇ ਬੋਡੀ ਵੇਟ ਜਿਹੜਾ ਤੁਸੀਂ ਗਿਆ ਸੀਗਾ। ਸੋ ਦੇयर ਇਜ਼ ਅ ਡਿਫਰੈਂਸ ਬਿਟਵੀਨ ਵੇਟ ਲਾਸ ਐਂਡ ਫੈਟ ਲਾਸ। ਓਕੇ, ਲੋਕ ਵੇਟ ਲਾਸ ਪਿੱਛੇ ਹੀ ਦੌੜੀ ਜਾਂਦੇ ਨੇ ਕਿ ਵੇਟ ਲਾਸ ਕਰਨਾ ਹੈ, ਵੇਟ ਲਾਸ ਕਰਨਾ ਹੈ। ਵੇਟ ਲਾਸ ਕਰਨਾ ਤਾਂ ਯਾਰ ਤੁਹਾਨੂੰ ਟ੍ਰੇਨਰ ਦੀ ਵੀ ਲੋੜ ਨਹੀਂ, ਥੋੜ੍ਹਾ ਜਿਹਾ ਘੱਟ ਖਾਓ। ਜੇ 3 ਟਾਈਮ ਰੋਟੀ ਖਾ ਰਹੇ ਹੋ, ਇੱਕ ਟਾਈਮ ਸ਼ੁਰੂ ਕਰ ਦਿਓ, 2 ਘੰਟੇ ਟ੍ਰੈਡਮਿਲ ਤੇ ਲਾਓ, ਵੇਟ ਲਾਸ ਹੋ ਜਾਣਾ। ਬਟ ਦੈਟ ਇਜ਼ ਨਾਟ ਦਾ ਹੈਲਦੀ ਵੇ ਵਿਚ ਯੂ ਸ਼ੁਡ ਆਪਟ ਫॉर, ਕਿਉਂਕਿ ਉਹ ਤੁਸੀਂ ਬਸ ਇੱਕ ਸ਼ਾਰਟਕਟ ਜਿਹਾ ਕ੍ਰੀਏਟ ਕਰ ਲਿਆ 3-4 ਮਹੀਨੇ ਵਾਸਤੇ, ਅਤੇ ਉਹ 4-5 ਮਹੀਨੇ ਬਾਅਦ ਜਦ ਤੁਸੀਂ ਨੋਰਮਲ ਰੂਟੀਨ 'ਚ ਆਉਣਾ, ਅਤੇ ਫਿਰ ਉਹੀ ਫਿਰ ਗੱਲ ਹੈ ਜਿੱਥੇ ਦੀ ਖੋਤੀ ਉੱਥੇ ਆਣ ਖਲੋਤੀ। ਜਿੱਥੋਂ ਸ਼ੁਰੂ ਕੀਤਾ ਸੀਗਾ ਉੱਥੇ ਆ ਗਿਆ ਸੀ, ਕੁਝ ਲੌਂਗ ਟਰਮ ਲਈ ਸਸਟੇਨੇਬਲ ਨਹੀਂ ਹੈ ਅਤੇ ਬੋਡੀ ਰਿਐਕਟ ਕਰੇਗੀ। ਹਾਂਜੀ। ਅਤੇ ਫਿਰ ਜਦੋਂ ਵੀ ਜੀ ਕੈਲਰੀਜ਼ ਦੀ ਗੱਲ ਕਰਦੇ ਹਾਂ, ਇਜ਼ ਇਟ ਦੈਟਸ ਵਾਈ ਕਿ ਅਸੀਂ ਇਹਨੂੰ ਕਾਰਬਸ ਨੂੰ, ਫੈਟਸ ਨੂੰ, ਬਾਕੀ ਨਿਊਟ੍ਰੀਐਂਟਸ ਨੂੰ ਵੀ ਕੰਸੀਡਰੇਸ਼ਨ 'ਚ ਲੈਣਾ ਹੁੰਦਾ ਆ। ਬਹੁਤ ਜ਼ਰੂਰੀ ਹੈ ਵੀਰੇ। ਫਿਰ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਇਹਦਾ ਕੀ ਫਰਕ ਹੈ, ਕਿਉਂਕਿ ਜਦੋਂ ਅਸੀਂ ਮਾਰਕੀਟ 'ਚ ਇੱਦਾਂ ਦੀ ਗੱਲ ਕਰਦੇ ਹਾਂ ਜਾਂ ਅਗਰ ਕੋਈ ਸੁਣ ਰਿਹਾ ਅਤੇ ਉਹਨੂੰ ਕੈਲਰੀਜ਼ ਬਾਰੇ ਥੋੜ੍ਹਾ ਬਹੁਤ ਪਤਾ ਲੱਗ ਗਿਆ, ਵਟ ਅਬਾਊਟ ਫੈਟਸ, ਕਾਰਬੋਹਾਈਡਰੇਟਸ ਅਤੇ ਪ੍ਰੋਟੀਨਸ, ਉਹ ਕਿੱਦਾਂ ਵਰਕਆਊਟ ਕਰਦੇ ਕੈਲਰੀਜ਼ ਦੇ ਨਾਲ? ਦੇਖੋ, ਜੇ ਤੁਸੀਂ ਪ੍ਰੋਟੀਨ ਅਤੇ ਜੇ ਤੁਸੀਂ ਕਾਰਬ ਦੀ ਗੱਲ ਕਰੋ, 1 ਗ੍ਰਾਮ ਪ੍ਰੋਟੀਨ ਐਂਡ ਕਾਰਬਸ ਵਿੱਚ 4 ਕੈਲਰੀਜ਼ ਹੁੰਦੀਆਂ ਨੇ। ਓਕੇ, ਬਟ ਇਫ ਯੂ ਟਾਕ ਅਬਾਊਟ ਫੈਟ, 1 ਗ੍ਰਾਮ ਫੈਟ ਵਿੱਚ 9 ਕੈਲਰੀਜ਼ ਨੇ, ਲਾਈਕ ਮੋਰ ਦੈਨ 2 ਟਾਈਮਸ।
ਤਾਂ ਹੀ ਕਰਕੇ ਆਪਾਂ ਕਹਿੰਦੇ ਹਾਂ ਜਿਹੜਾ ਫੈਟ ਹੈ ਮੋਡਰੇਸ਼ਨ 'ਚ ਖਾਣਾ ਚਾਹੀਦਾ, ਘੱਟ, ਅਤੇ ਕਾਬਜ਼ ਵੀ ਬਹੁਤ ਜ਼ਿਆਦਾ ਵੀ ਨਹੀਂ। ਮੈਂ ਤੁਹਾਨੂੰ ਕਹਾਂਗਾ ਹੁਣ ਜੇ ਮੈਂ ਤੁਹਾਨੂੰ ਫਿਗਰ ਦੇਵਾਂ ਇੱਕ 150 ਗ੍ਰਾਮ ਖਾਓ, 200 ਗ੍ਰਾਮ ਖਾਓ, 100 ਗ੍ਰਾਮ ਖਾਓ, ਨਹੀਂ ਸਮਝ ਆਉਣਾ ਕਿਸੇ ਨੂੰ। ਸਾਡੇ ਪਰਿਵਾਰਾਂ 'ਚ ਸਾਡੀ ਉਹਦੇ ਵਿੱਚ ਜਿਹੜੀ ਰੋਟੀ ਵਗੈਰਾ ਵੀ ਬਣਦੀ ਉਹਦੇ ਗ੍ਰਾਮਸ ਨਹੀਂ ਹੁੰਦੇ ਉਹਦੇ। ਹਾਂ, ਇੱਕ ਮੋਡਰੇਸ਼ਨ ਇੱਕ ਇੱਕ ਬਹੁਤ ਵੱਡਾ ਕੀ ਫੈਕਟਰ ਹੈ ਕਿ ਜੇ ਤੁਸੀਂ 4 ਰੋਟੀਆਂ ਖਾ ਰਹੇ ਹੋ ਅਤੇ 2 ਕਰ ਦਿਓ ਇਨ ਸ਼ਾਰਟ, ਔਰ ਜੇ ਤੁਹਾਨੂੰ ਲੱਗ ਰਿਹਾ ਤੁਸੀਂ ਜ਼ਿਆਦਾ ਖਾਧਾ ਤਾਂ ਅਗਲੇ ਦਿਨ ਉਹਨੂੰ ਮੋਡਰੇਟ ਕਰੋ। ਲੈਟਸ ਸੇ ਤੁਸੀਂ ਅੱਜ ਰਾਤ ਨੂੰ ਬਹੁਤ ਹੈਵੀ ਖਾਧਾ ਜੀ ਅਤੇ ਕੱਲ੍ਹ ਸਵੇਰੇ ਉਹਨੂੰ ਤੁਸੀਂ ਮੋਡਰੇਟ ਕਰੋ। ਓਕੇ, ਜਾਂ ਸਕਿਪ ਦਾ ਬ੍ਰੇਕਫਾਸਟ ਜਾਂ ਡੂ ਅ ਹਾਈ ਪ੍ਰੋਟੀਨ ਬ੍ਰੇਕਫਾਸਟ। ਓਕੇ, ਚੀਜ਼ਾਂ ਨੂੰ ਬੈਲੈਂਸ ਕਰੋ, ਕਿਉਂਕਿ ਜੇ ਇੱਕ ਨਵੇਂ ਬੰਦੇ ਨੂੰ ਤੁਸੀਂ ਕੈਲਰੀ ਗੇਮ 'ਚ ਪਾ ਲਓਗੇ ਨਾ, ਉਹਨੂੰ ਪਹਿਲੇ ਹੀ ਇੰਨੀ ਸਟਰੈਸ ਹੈ ਜਿਮ ਦੀ, ਪਹਿਲੇ ਨਹੀਂ ਵੇਟ ਲਾਸ ਹੋ ਰਿਹਾ, ਇੱਕ ਨਵੀਂ ਚੀਜ਼ ਉਹਦੇ ਵਾਸਤੇ ਆ ਜਾਂਦੀ ਹੈ। ਹੁਣ ਮੇਰੇ ਵੀ ਕਲਾਇੰਟਸ ਨੇ, ਦੇਰ ਆਰ ਵੈਰੀ ਲੈਸ ਕਲਾਇੰਟਸ ਜਿਹੜੇ ਕੈਲਰੀ ਗੇਮ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਨਗੇ ਅਤੇ ਲਾਈਕ ਯਾਰ ਦੱਸ ਦੇ ਕੀ ਖਾਣਾ, ਕੈਲਰੀ ਕੁਲਰੀ ਨਹੀਂ ਸਮਝ ਆਣੀ। ਬਹੁਤ ਬੇਸਿਕ ਜੇ ਮਾਈ ਫਿਟਨੈਸ ਪਲ ਨਾਮ ਦੀ ਐਪਲੀਕੇਸ਼ਨ ਹੈ, ਤੁਸੀਂ ਚੀਜ਼ਾਂ ਪਾਓ ਅਤੇ ਸਾਰਾ ਕੁਛ ਲਿਖਿਆ ਆ ਜਾਂਦਾ। ਨੋਬਡੀ ਵਾਂਟਸ ਟੂ ਡੂ ਇਟ ਬਿਕੋਜ਼ ਉਹ ਟਫ ਹੈ ਗੇਮ। ਇਟ ਮਾਈਟ ਬੀ ਅ ਵੈਰੀ ਸਿਲੀ ਕੁਐਸਚਨ, ਡੂ ਯੂ ਥਿੰਕ ਕਿ ਵਿਦਆਊਟ ਕੈਲਕੂਲੇਸ਼ਨ ਹੈ ਸਾਰੀ ਚੀਜ਼ਾਂ ਤੋਂ ਵੀ ਬੰਦਾ ਕੋਈ ਫਿਟ ਬਣ ਸਕਦਾ? ਕੈਲਰੀ ਰਿਕੁਆਇਰਡ ਹੈਗੀ ਇਹ ਚੀਜ਼ਾਂ ਕਰਨੀਆਂ? ਦੇਖੋ, ਚੀਜ਼ਾਂ ਇੱਦਾਂ ਜੇ ਤੁਸੀਂ ਅਕਾਊਂਟੇਬਲ ਰਹੋਗੇ ਚੀਜ਼ਾਂ ਈਜ਼ੀ ਹੋ ਜਾਣਗੀਆਂ ਟਰੈਕ ਕਰਨੀਆਂ। ਓਕੇ, ਇਫ ਯੂ ਆਰ ਵੈਰੀ ਸੀਰੀਅਸ ਅਬਾਊਟ ਦ ਥਿੰਗਸ, ਲੈਟਸ ਸੇ ਤੁਹਾਡਾ 6 ਮੰਥਸ ਤੱਕ ਗੋਲ ਹੈ, ਤੁਸੀਂ ਉਹਨੂੰ ਸੀਰੀਅਸਲੀ ਅਚੀਵ ਕਰਨਾ ਚਾਹੁੰਦੇ ਹੋ, ਮੈਂ ਕਹਾਂਗਾ ਅਕਾਊਂਟੇਬਲ ਰਹੋ। ਫੇਅਰ ਇਨਫ। ਲੈਟਸ ਸੇ ਤੁਸੀਂ 2 ਮੰਥ ਜਾਂ ਸਟਾਰਟਿੰਗ ਦੇ 2 ਵੀਕ ਵਾਸਤੇ ਮੈਂ 2000 ਕੈਲਰੀ ਤੇ ਕਿਸੇ ਨੂੰ ਰੱਖਦਾ, ਜੇ ਮੈਨੂੰ ਪਤਾ ਉਹ 2000 ਕੈਲਰੀ ਐਗਜ਼ੈਕਟ ਖਾ ਰਿਹਾ ਹੋ ਅਤੇ ਮੈਨੂੰ ਪਤਾ 2 ਵੀਕ ਬਾਅਦ ਮੈਂ ਕੀ ਚੇਂਜਸ ਕਰਨੇ ਨੇ ਉਹਦੇ। ਲੈਟਸ ਸੇ 2 ਵੀਕ ਬਾਅਦ ਉਹਨੇ 1 kg ਲੂਜ਼ ਕੀਤਾ, ਜੋ ਕਿ ਮੇਰੀ ਐਕਸਪੈਕਟੇਸ਼ਨਸ ਤੋਂ ਘੱਟ ਹੈ। ਮੈਂ 2 ਐਕਸਪੈਕਟ ਕਰ ਰਿਹਾ ਸੀਗਾ ਅਤੇ ਮੈਂ ਉਹਨੂੰ 1900 'ਤੇ ਲੈਣਾ ਜਾਂ ਮੈਂ ਉਹਨੂੰ 1700 'ਤੇ ਲੈਣਾ। ਬਟ ਇਫ ਆਈ ਸੀ ਕਿ ਉਹ ਬੰਦਾ ਵੀਕ ਫੀਲ ਕਰ ਰਿਹਾ, ਕਿਉਂਕਿ ਜਦੋਂ ਤੁਸੀਂ ਕੈਲਰੀ ਨਾਲ ਪਲੇ ਕਰਦੇ ਹੋ ਨਾ ਅਨਨੋਇੰਗਲੀ, ਇਟ ਮੇ ਡਿਸਟਰਪਟ ਯੂਰ ਮੂਡ ਟੂ। ਤੁਸੀਂ ਆਫ ਵੀ ਫੀਲ ਕਰ ਸਕਦੇ ਹੋ ਜਾਂ ਗੁੱਸਾ ਆਉਂਦਾ ਜਦੋਂ ਤੁਸੀਂ ਕਾਰਬਸ ਨੂੰ ਬਹੁਤ ਜ਼ਿਆਦਾ ਘੱਟ ਕਰ ਦਿੰਦੇ ਹੋ। ਇੱਦਾਂ ਹੀ ਬੰਦਾ ਇਰੀਟੇਟਡ ਰਹਿੰਦਾ ਸਾਰਾ ਦਿਨ, ਮੇਰੇ ਨਾਲ ਹੋਈ ਨਹੀਂ ਗੱਲਾਂ। ਸੋ ਜੇ ਤਾਂ ਕਾਊਂਟੇਬਲ ਹੈਗੇ ਹੋ ਬਹੁਤ ਅੱਛੀ ਗੱਲ ਹੈ, ਜੇ ਨਹੀਂ ਵੀ ਹੈਗੇ ਦੈਨ ਪਲੇ ਲਾਈਕ ਦਿਸ ਕਿ ਯੂ ਸ਼ੁੱਡ ਨੋ ਹਾਊ ਮਚ ਟੂ ਈਟ। ਅਤੇ ਅਗਰ ਜ਼ਿਆਦਾ ਖਾਧਾ ਤਾਂ ਉਹਨੂੰ ਸਿਰਫ ਵਰਕਆਊਟ ਦੇ ਥਰੂ ਜਾਂ ਕਿਸੇ ਗੇਮ ਦੇ ਥਰੂ ਜਾਂ ਅਗਲੇ ਦਿਨ ਉਹਨੂੰ ਮੋਡਰੇਟ ਕਰੋ, ਬੈਲੈਂਸ ਕਰੋ ਬਸ ਚੀਜ਼ਾਂ ਨੂੰ। ਲੈ ਮੇਰੀ ਰੀਫਰੇਜ਼, ਸੋ ਇਹਦਾ ਇਹ ਵੀ ਮਤਲਬ ਹੈ ਕਿ ਅਗਰ ਅਸੀਂ ਰੋਂਗ ਪ੍ਰਪੋਰਸ਼ਨੇਟ ਕੋਈ ਚੀਜ਼ ਕਰ ਰਹੇ ਹਾਂ ਜਿਹਦੇ ਕਾਰਨ ਮੂਡ ਸਵਿੰਗਸ ਹੁੰਦੇ ਹੈ, ਐਂਡ ਮੇ ਬੀ ਉਹ ਮੂਡ ਸਵਿੰਗਸ ਦੇ ਕਾਰਨ ਵੀ ਫੀਲ ਲੈਸ ਮੋਟੀਵੇਟਡ ਟੂ ਕਮ ਟੂ ਦ ਜਿਮ, ਮੇ ਬੀ ਦੈਟ ਇਜ਼ ਅ ਵੈਰੀ ਗੁੱਡ ਪੁਆਇੰਟ। ਹੈ ਨਾ, ਹੁੰਦਾ। ਅਗਰ ਸਪੋਜ਼ ਮੈਂ ਕੋਈ ਚੀਜ਼ ਮਾੜੀ ਖਾਧੀ ਹੋਈ ਹੈ ਅਤੇ ਮੇਰੀ ਬੋਡੀ ਉਦੋਂ ਅੱਛਾ ਫੀਲ ਨਹੀਂ ਕਰੇਗੀ ਵਰਕਆਊਟ ਲਈ। ਸੋ ਇਟਸ ਕਾਊਂਟਰ ਇੰਟੂਟਿਵ ਕਿ ਤੁਸੀਂ ਆਪਣੇ ਗੋਲ ਤੋਂ ਹੀ ਉਲਟ ਜਾ ਰਹੇ ਹੋ ਜੀ। ਯੂ ਟਰਾਈ ਦਿਸ, ਅਗਰ ਤੁਸੀਂ ਅੱਜ ਰਾਤ ਨੂੰ ਕੁਝ ਗੰਦੀ ਚੀਜ਼ ਖਾਧੀ ਹੋਈ ਹੈ ਅਤੇ ਅਗਲੇ ਦਿਨ ਤੁਸੀਂ ਕਿੰਨਾ ਗੰਦਾ ਉੱਠੋਗੇ। ਮੇਰੇ ਨਾਲ ਤਾਂ ਬਹੁਤ ਹੁੰਦਾ ਵੀਰੇ, ਲਾਈਕ ਪਰਸਨਲੀ ਅਗਰ ਮੈਂ ਦੁਪਹਿਰੇ ਅੱਧੇ ਘੰਟੇ ਦਾ ਨੈਪ ਵੀ ਲੈ ਰਿਹਾ ਅਤੇ ਮੈਂ ਬਹੁਤ ਗੰਦੀ ਚੀਜ਼ ਖਾਧੀ, ਬਹੁਤ ਗੰਦੀ ਇਨ ਦ ਸੈਂਸ ਲੈਟਸ ਸੇ ਸਮਥਿੰਗ ਵਿਚ ਆਈ ਡੋਂਟ ਈਟ ਔਨ ਦ ਰੈਗੂਲਰ ਬੇਸਿਸ, ਜਾਂ ਸਮਥਿੰਗ ਲਾਈਕ ਅ ਚੀਟ ਮੀਲ ਹੋ ਗਈ, ਜਾਂ ਘਰੇ ਪਰੌਂਠੇ ਹੀ ਹੋ ਗਏ ਜ਼ਿਆਦਾ ਖਾ ਲਏ, ਤੂੰ ਅੱਧੇ ਘੰਟੇ ਬਾਅਦ ਤੁਸੀਂ ਉੱਠਿਆ ਐਂ ਲੱਗਦਾ ਪਤਾ ਨਹੀਂ ਸਿਰ ਹੀ ਘੁੰਮੀ ਜਾਂਦਾ, ਵਰਕਆਊਟ ਕਰਨ ਦਾ ਜੀ ਨਹੀਂ ਕਰੂਗਾ ਤੁਹਾਡਾ, ਉਹਦੇ ਕਰਕੇ ਤੁਹਾਡੀ ਸਲੀਪ ਸਾਈਕਲ ਵੀ ਖਰਾਬ ਹੋ ਗਈ ਅਤੇ ਵਰਕਆਊਟ ਤਾਂ ਖਰਾਬ ਹੋ ਗਈ। ਫੇਅਰ ਨਾ, ਮੈਨੂੰ ਅੱਛਾ ਲੱਗਾ ਤੁਸੀਂ ਪਰੌਂਠੇ ਮੈਂਸ਼ਨ ਕੀਤਾ। ਜਿਵੇਂ ਅਸੀਂ ਆਪਣੇ ਪਰੌਂਠੇ ਦੀ ਗੱਲਾਂ ਕਰਦੇ ਹਾਂ ਜੀ, ਜਿਵੇਂ ਆਪਣਾ ਆਟਾ ਹੋ ਗਿਆ, ਅਸੀਂ ਕਿਉਂਕਿ ਜਿਹੜੇ ਇੰਡੀਅਨ ਫੈਮਲੀਜ਼ ਤੋਂ ਖਾਸ ਕਰਕੇ ਆਉਂਦੇ ਆ, ਨਾਰਥ ਇੰਡੀਅਨ ਕਹਿ ਲਈਏ, ਜਿਹੜੇ ਜ਼ਿਆਦਾ ਪਰੌਂਠੇ ਰੋਟੀਆਂ ਖਾਂਦੇ ਆ, ਪੂੜੀਆਂ ਖਾਂਦੇ ਆ, ਸੋ ਉਹਦੇ ਵਿੱਚ ਹੁਣ ਕਾਰਬਸ ਕੰਟੈਂਟ ਜ਼ਿਆਦਾ ਹੈ ਨਾ ਜੀ। ਸੋ ਜਿਹੜੇ ਲੋਕ ਸ਼ੁਰੂ ਤੋਂ ਖਾਂਦੇ ਹੀ ਉਹ ਪਏ, ਜਿਨ੍ਹਾਂ ਦਾ ਸਟੇਪਲ ਫੂਡ ਹੀ ਉਹ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਨੈਗੇਟਿਵਲੀ ਇੰਪੈਕਟ ਕਰਦਾ, ਜਿਨ੍ਹਾਂ ਦਾ ਮੈਜੋਰਿਟੀ ਵਾਈਜ਼ ਖਾਣਾ ਹੀ ਹੋਊਗਾ। ਆਪਣੇ ਨਾ ਇੰਡੀਅਨ ਫੂਡ ਵਿੱਚ ਵੀਰੇ ਜਿਹੜੀ ਇੱਕ ਚੀਜ਼ ਲੈ ਕਰਦੀ ਉਹ ਹੈ ਪ੍ਰੋਟੀਨ। ਓਕੇ, ਮਤਲਬ ਇੱਕ ਬੇਸਿਕ ਬੰਦੇ ਨੂੰ ਜਿਹੜਾ ਆਪਣਾ ਨੋਰਮਲ ਫੰਕਸ਼ਨਿੰਗ ਵਾਸਤੇ ਵੀ ਪ੍ਰੋਟੀਨ ਚਾਹੀਦਾ ਨਾ, ਉਹ ਵੀ ਨਹੀਂ ਮਿਲ ਪਾਉਂਦਾ ਕਦੇ। ਥੋੜ੍ਹੇ ਜਿਹੇ ਐਗਜ਼ਾਮਪਲਸ ਵੀ ਦਿਓ ਪ੍ਰੋਟੀਨ ਦੇ, ਨਾਨ ਵੈਜੀਟੇਰੀਅਨ ਅਤੇ ਵੈਜੀਟੇਰੀਅਨ ਦੋਨੋਂ ਦੇ, ਕਿਉਂਕਿ ਦੇਰ ਮਾਈਟ ਬੀ ਸਮ ਪੀਪਲ ਜਿਹੜੇ ਜੇ ਤੁਸੀਂ ਰੋਟੀ ਇਕੱਲੀ ਖਾ ਰਹੇ ਹੋ ਅਤੇ ਥੋੜ੍ਹੀ ਸਾਡੇ ਅੱਛਾ ਲੋਕਾਂ 'ਚ ਨਾਲ ਜਿਹੜੇ ਦਾਲ ਵੀ ਖਾਣਗੇ ਉਹਦੇ 'ਚੋਂ ਵੀ ਤਰੀ ਲੱਭ ਕੇ ਖਾ ਲੈਂਦੇ ਨੇ। ਹੁਣ ਲੈਟਸ ਸੇ ਤੁਸੀਂ 2 ਰੋਟੀਆਂ ਵੀ ਖਾ ਰਹੇ ਹੋ ਅਤੇ 10 ਗ੍ਰਾਮ ਤੋਂ ਉੱਤੇ ਪ੍ਰੋਟੀਨ ਨਹੀਂ ਹੈਗਾ ਉਹਦੇ ਵਿੱਚ, ਅਤੇ 70 to 75% ਜਿਹੜੀ ਸਾਡੀ ਪਾਪੂਲੇਸ਼ਨ ਉਹ ਰੋਟੀਆਂ 'ਤੇ ਹੀ ਹੈ। ਮੈਂ ਨਹੀਂ ਕਹਿੰਦਾ ਰੋਟੀ ਮਾੜੀ ਹੈ, ਬਟ ਇੱਕ ਜਿਹੜੀ ਪਲੇਟ ਹੈ ਨਾ ਉਹਦੇ ਵਿੱਚ ਇੱਕ ਪੋਰਸ਼ਨ ਸਾਈਜ਼ ਬਣਾਉਣੇ ਚਾਹੀਦੇ ਨੇ ਸਾਨੂੰ। ਲੈਟਸ ਸੇ ਅਗਰ ਤੁਸੀਂ 2 ਰੋਟੀਆਂ ਖਾ ਰਹੇ ਹੋ, ਨਾਲ ਇੱਕ ਹੈਂਡਫੁੱਲ ਆਫ ਪ੍ਰੋਟੀਨ ਦਾ ਪੋਰਸ਼ਨ ਹੋਣਾ ਚਾਹੀਦਾ, ਚਾਹੇ ਉਹ ਗਰੀਕ ਯੋਗਰਟ ਦੀ ਫਾਰਮ 'ਚ ਹੋਏ, ਚਾਹੇ ਉਹ ਪਨੀਰ ਦੀ ਫਾਰਮ 'ਚ ਹੋਏ, ਚਾਹੇ ਟੋਫੂ ਦੀ ਫਾਰਮ 'ਚ ਹੋਏ, ਚਾਹੇ ਉਹ ਪ੍ਰੋਟੀਨ ਪਾਊਡਰ ਦੀ ਫਾਰਮ 'ਚ ਹੋਏ। ਓਕੇ, ਦੈਟ ਇਜ਼ ਇੰਪੋਰਟੈਂਟ। ਅੱਛਾ, ਤੁਹਾਨੂੰ ਫਿਲ ਵੀ ਹੋਈ ਰੱਖੂਗਾ ਸਾਰਾ ਟਾਈਮ ਵਾਸਤੇ। ਅਤੇ ਤੁਸੀਂ ਕਹਿ ਰਹੇ ਪ੍ਰੋਟੀਨ ਪਾਊਡਰ ਰੋਟੀ ਨਾਲ ਖਾ ਸਕਦੇ ਹਾਂ? ਇਟਸ ਓਕੇ, ਔਨ ਦ ਸਾਈਡ ਖਾ ਲਓ। ਰੁੱਖਾ ਨਹੀਂ, ਪ੍ਰੋਟੀਨ ਪਾਊਡਰ ਲਾਈਕ ਐਜ਼ ਇਨ ਸ਼ੇਕ ਕਰਕੇ ਪਾਣੀ ਦੇ ਵਿੱਚ, ਸੋ ਔਨ ਦ ਸਾਈਡ ਤੁਸੀਂ ਲੈ ਸਕਦੇ ਹੋ ਵੀ। ਮਤਲਬ ਪ੍ਰੋਟੀਨ ਬਹੁਤ ਜ਼ਰੂਰੀ ਹੈ, ਸਿਰਫ ਮਸਲ ਬਿਲਡਿੰਗ ਵਾਸਤੇ ਵੀ, ਨਾਰਮਲ ਫੰਕਸ਼ਨਿੰਗ ਵਾਸਤੇ ਵੀ। ਇੱਕ ਇੰਪੋਰਟੈਂਟ ਨਿਊਟ੍ਰੀਸ਼ਨ ਹੈ ਜਿਹੜਾ ਸਾਡੀ ਇੰਡੀਅਨ ਡਾਈਟ ਵਿੱਚ ਬਹੁਤ ਲੈਕ ਕਰਦਾ। ਅੱਛਾ, ਸਾਨੂੰ ਕਿਹਾ ਜਾਂਦਾ ਦਾਲਾਂ 'ਚ ਬਹੁਤ ਪ੍ਰੋਟੀਨ ਹੈ। ਇੱਕ ਪੂਰਾ ਪਰਿਵਾਰ 250 ਤੋਂ 300 ਗ੍ਰਾਮ ਦਾਲ ਨਹੀਂ ਖਾਂਦਾ ਜਿਹੜੀ ਅਨਕੁਕਡ ਹੈ, ਰॉ ਜਿਹੜੀ ਦਾਲ ਹੈ, ਉਹਦੇ ਵਿੱਚ 50 ਗ੍ਰਾਮ ਟੋਟਲ ਪ੍ਰੋਟੀਨ ਹੈਗਾ ਵੀ ਹੈਗਾ, 2 ਦਿਨ ਚੱਲਦੀ ਹੈ ਉਹ।
ਮੈਂ ਨਹੀਂ ਕਹਿੰਦਾ ਗਲਤ ਹੈ, ਬਟ ਅਜੇ ਉਹਦੇ ਨਾਲ ਅਸੀਂ ਗ੍ਰੀਕ ਯੋਗਰਟ ਐਡ ਕਰ ਦਈਏ, ਪਨੀਰ ਐਡ ਕਰ ਦਈਏ, ਸਾਡੀ ਇੱਕ ਪ੍ਰੋਫਾਈਲ ਪੂਰੀ ਹੋ ਜਾਂਦੀ ਹੈ ਉਸ ਸਪੈਸੀਫਿਕ ਮੀਲ ਦੀ। ਫੇਅਰ ਇਨਫ। ਸਮਝ ਰਹੇ ਹੋ? ਹੁਣ ਜਿਵੇਂ ਸਾਡੇ ਘਰਾਂ 'ਚ ਕਹਿੰਦਾ ਤੁਸੀਂ ਛੋਲੇ ਖਾ ਲੈ, ਯਾਰ ਜੇ ਮੇਰਾ ਗੋਲ ਫੈਟ ਲਾਸ ਦਾ 3:1 ਦੀ ਰੇਸ਼ੋ 'ਚ ਹੈ, ਛੋਲਿਆਂ ਵਿੱਚ ਲੈਟਸ ਸੇ ਪ੍ਰੋਟੀਨ ਐਂਡ ਕਾਰਬਸ, ਜੇ ਉਹਦੇ 'ਚ 3 ਗ੍ਰਾਮ ਪ੍ਰੋਟੀਨ ਹੈ ਅਤੇ ਤਾਂ ਹੀ ਗ੍ਰਾਮ ਮੈਨੂੰ ਅਤੇ 3 ਗ੍ਰਾਮ ਜੇ ਕਾਰਬ ਹੈ ਉਹਦੇ ਵਿੱਚ, ਅਤੇ ਮੈਨੂੰ ਤਾਂ ਜਾ ਕੇ 1 ਗ੍ਰਾਮ ਪ੍ਰੋਟੀਨ ਮਿਲਦਾ। ਰੇਸ਼ੋ ਦੇਖੋ ਕੀ ਹੈ ਇਹਦੀ ਜੀ। ਜੇ ਹੁਣ ਮੈਂ ਕਿਸੇ ਨੂੰ ਕਹਿ ਰਿਹਾ ਤੂੰ ਛੋਲੇ ਖਾ ਵੀ 2 ਟਾਈਮ ਵੀ ਤਾਕਤ ਮਿਲਦੀ ਹੈ ਤੈਨੂੰ, ਜਿਹੜੀ ਨੋਰਮਲ ਜੀ ਗੱਲ ਹੈ। ਹੁਣ ਜਿਹਨੇ ਫੈਟ ਲਾਸ ਕਰਨਾ ਕਰ ਹੀ ਨਹੀਂ ਪਾਊਗਾ, ਕਿਉਂਕਿ ਨਾਲ ਰੋਟੀ ਵੀ ਖਾਏਗਾ ਅਤੇ ਨਾਲ ਚੌਲ ਵੀ ਖਾਊਗਾ, ਅਤੇ ਕਾਰਬ ਜਿਹੜਾ ਹੈਗੇ ਬਹੁਤ ਜ਼ਿਆਦਾ ਹੋ ਗਏ ਸਾਡੀ ਡਾਈਟ। ਸੋ ਕਾਰਬ ਨੂੰ ਮੋਡਰੇਸ਼ਨ 'ਚ ਰੱਖਣਾ ਬਹੁਤ ਜ਼ਰੂਰੀ ਹੈ। ਓਕੇ, ਕਾਰਬਸ ਨੂੰ ਮੋਡਰੇਸ਼ਨ 'ਚ ਰੱਖੋ ਅਤੇ ਪ੍ਰੋਟੀਨ ਨੂੰ ਥੋੜ੍ਹਾ ਹਾਈ ਰੱਖੋ ਆਪਣੀ ਡਾਈਟ 'ਚ। ਫੈਟ ਤਾਂ ਬੰਦਾ ਵੈਸੇ ਹੀ ਨੋਰਮਲ ਰੱਖਦਾ ਹੀ ਹੈ, ਕੋਈ ਗੱਲ ਨਹੀਂ। ਐਂਡ ਉਸ ਚੀਜ਼ ਦਾ ਵੀ ਇਫੈਕਟ ਆਉਂਦਾ ਅਗਰ ਅਸੀਂ ਕਾਰਬਸ ਫਸਟ ਥਿੰਗ ਇਨ ਦ ਮੋਰਨਿੰਗ ਲੈ ਰਹੇ ਹਾਂ, ਕਿਉਂਕਿ ਮੋਸਟਲੀ ਜਿਵੇਂ ਅਸੀਂ ਪਰੌਂਠੀ ਅਰਲੀ ਮੋਰਨਿੰਗ ਲੈਂਦੇ ਹਾਂ, ਉਹਦਾ ਵੀ ਕਿਸ ਤਰ੍ਹਾਂ ਇੰਪੈਕਟ ਪੈਂਦਾ ਕਿ ਫਸਟ ਥਿੰਗ ਉੱਠ ਕੇ ਹੀ ਫਸਟ ਲੈ ਲਓ, ਲਾਸਟ ਲੈ ਲਓ, ਕੋਈ ਮੈਟਰ ਨਹੀਂ ਹੈ। ਅੱਛਾ ਜੀ। ਕੋਈ ਮਤਲਬ ਉਹ ਖਾਸ ਵੱਡੀ ਗੱਲ ਕਹਿੰਦੇ ਕਿ ਉਹਦੇ ਨਾਲ ਇਨਸੂਲਿਨ ਸਪਾਈਕ ਅਪ ਹੁੰਦਾ ਬਹੁਤ ਜ਼ਿਆਦਾ, ਕਾਰਬਸ ਨਾਲ ਵੀ ਬਹੁਤ। ਜਿਹੜੀ ਇਹ 'ਚ ਅਸੀਂ ਬੈਠੇ ਹਾਂ ਵੀਰ, ਉਹ ਕੋਈ ਖਾਸ ਫਰਕ ਪੈਂਦਾ ਨਹੀਂ, ਬਿਕੋਜ਼ ਅਸੀਂ ਇੰਨੇ ਕਿਤੇ ਲਾਈਫ ਸਟਾਈਲ 'ਚ ਆਪਣੇ ਐਕਟਿਵ ਹੈਗੇ ਹਾਂ। ਹਾਂ, ਇਨਸੂਲਿਨ ਤਾਂ ਸਪਾਈਕ ਕਰੂਗਾ ਜੇ ਤੁਸੀਂ ਸਿੰਪਲ ਕਾਰਬ ਨੂੰ ਆਪਣੀ ਬੋਡੀ ਡਾਇਰੈਕਟਲੀ ਗਲਪ ਕਰ ਰਹੇ ਹੋ, ਤਾਂ ਇਨਸੂਲਿਨ ਸਪਾਈਕ ਕਰਦਾ, ਬਟ ਦੈਟ ਇਜ਼ ਟੋਟਲੀ ਫਾਈਨ। ਮੋਰਨਿੰਗ 'ਚ ਹੁੰਦਾ ਹੀ ਹੈ, ਤੁਸੀਂ ਅਗਰ ਬ੍ਰੇਕਫਾਸਟ ਹੈਵੀ ਕਰਕੇ ਨਿਕਲ ਰਹੇ ਹੋ। ਸੋ ਬ੍ਰੇਕਫਾਸਟ ਦੀ ਤਾਂ ਵੀਰੇ ਸਿੰਪਲ ਜਿਹਾ ਰੂਲ ਹੈ, ਜੇ ਤੁਸੀਂ ਘਰੋਂ ਖਾਲੀ ਪੇਟ ਨਿਕਲ ਰਹੇ ਹੋ ਉਹ ਵੀ ਤੁਹਾਨੂੰ ਪ੍ਰੋਬਲਮ ਦਊਗਾ। ਮੈਂ ਜ਼ਿਆਦਾ ਬੰਦਿਆਂ ਨੂੰ ਸੁਜੈਸਟ ਨਹੀਂ ਕਰਦਾ ਜਿਹੜੇ ਕੰਮ ਕਰਦੇ ਨੇ, ਕਿਉਂਕਿ ਜੇ ਤੁਸੀਂ ਜ਼ਿਆਦਾ ਟਾਈਮ ਵਾਸਤੇ ਹੰਗਰੀ ਰਹੋਗੇ ਤੁਸੀਂ ਗੰਦੇ ਫੂਡ ਵਾਸਤੇ ਕ੍ਰੇਵ ਕਰੋਗੇ। ਗੁੱਡ ਪੁਆਇੰਟ। ਸੋ ਇਹ ਗੱਲਾਂ ਸਾਰੀਆਂ ਮੈਂ ਆਪਣੇ ਪ੍ਰੈਕਟੀਕਲ ਕਰਕੇ ਦੇਖੀਆਂ। ਜੇ ਤੁਸੀਂ 5-6-7 ਘੰਟੇ ਵਾਸਤੇ ਭੁੱਖੇ ਰਹਿ ਰਹੇ ਹੋ ਨਾ, ਤੁਸੀਂ ਹੈਲਦੀ ਚੀਜ਼ ਵਾਸਤੇ ਕਦੇ ਵੀ ਕ੍ਰੇਵ ਨਹੀਂ ਕਰੋਗੇ, ਤੁਸੀਂ ਗੰਦੇ ਫੂਡ ਵਾਸਤੇ ਹੀ ਕ੍ਰੇਵ ਕਰੋਗੇ। ਸੋ ਕੋਸ਼ਿਸ਼ ਕਰੋ ਆਪਣਾ ਬ੍ਰੇਕਫਾਸਟ ਕਰੋ ਕਰਕੇ ਨਿਕਲੋ। ਇੱਕ ਤਾਂ ਕੌਨਫਲੇਕਸ ਤੋਂ ਦੂਰ ਭੱਜੋ, ਜਿਹੜੀ ਇਹ ਪੈਕਡ ਚੀਜ਼ਾਂ ਨੇ, ਹੋਲ ਫੂਡ 'ਤੇ ਜ਼ਿਆਦਾ ਆਓ। ਲੈਸੇ ਤੁਸੀਂ ਮੋਰਨਿੰਗ ਓਟ ਮੀਲ ਖਾ ਸਕਦੇ ਹੋ, ਠੀਕ ਹੈ। ਮੋਰਨਿੰਗ 'ਚ ਤੁਸੀਂ ਹਾਈ ਪ੍ਰੋਟੀਨ ਡਾਈਟ ਖਾ ਕੇ ਸ਼ੁਰੂ ਕਰ ਸਕਦੇ ਹੋ। ਅਗਰ ਜੇ ਤੁਸੀਂ ਪਰੌਂਠਾ ਖਾਣਾ ਤਾਂ ਸੋ ਕੇ ਉਹਨੂੰ ਤੇਲ ਤਵੇ ਦੇ ਉੱਤੇ ਫਰਾਈ ਨਾ ਕਰੋ, ਉੱਤੇ ਨੀਚੇ ਲਾ ਕੇ ਉਹਨੂੰ ਥੋੜ੍ਹਾ ਜਿਹਾ ਘੀ ਲਾ ਵੀ ਲਾ, ਸੋ ਵੀ ਆਰ ਗੁੱਡ। ਨਾਲ ਗ੍ਰੀਕ ਯੋਗਰਟ ਦਾ ਇੱਕ ਬੋਲ ਲੈ ਲਿਆ, ਇੱਕ ਪਰੌਂਠਾ ਵੀ ਖਾ ਲਿਆ, ਠੀਕ ਹੈ। ਹੁਣ ਜੇ ਤੁਸੀਂ ਕਹੋ ਸਵੇਰੇ 4 ਪਰੌਂਠੇ ਖਾ ਕੇ ਦਿਨ ਸ਼ੁਰੂ ਕਰਨਾ ਅਤੇ ਦੁਪਹਿਰੇ ਵੀ ਚੌਲ ਖਾਣੇ ਨੇ, ਰਾਤ ਨੂੰ ਆ ਕੇ ਫਿਰ ਰੋਟੀਆਂ ਖਾਣੀਆਂ ਨੇ, ਦੈਟ ਵੋਂਟ ਮੇਕ ਸੈਂਸ। ਐਂਡ ਉਹਦੇ ਨਾਲ ਲੈਥਾਰਜੀ ਵੀ ਆਉਂਦੀ ਹੈ, ਬਹੁਤ ਜ਼ਿਆਦਾ ਆਲਸੀ ਹੁੰਦਾ ਬੰਦਾ, ਬਹੁਤ ਜ਼ਿਆਦਾ। ਕਿਉਂਕਿ ਫਿਰ ਉੱਥੇ ਗੱਲ ਆ ਗਈ ਜਿੱਥੇ ਮੈਂ ਸ਼ੁਰੂ ਕੀਤੀ ਸੀਗੀ, ਕਿ ਅਗਰ ਤੁਹਾਡੀ ਬੋਡੀ ਵਿੱਚ ਫਿਊਲ ਜ਼ਿਆਦਾ ਹੈ ਅਤੇ ਤੁਸੀਂ ਉਹਨੂੰ ਕੰਜ਼ਿਊਮ ਨਹੀਂ ਕਰ ਰਹੇ, ਅਤੇ ਉਹਥੇ ਹੀ ਪਿਆ ਉਹਨੇ ਫੈਟ ਬਣਾ ਦੇਣਾ। ਤਾਂ ਉਹਨੂੰ ਲਥਾਰਜਿਕ ਤਾਂ ਬੰਦਾ ਆਟੋਮੈਟਿਕਲੀ ਹੋ ਹੀ ਜਾਊਗਾ ਨਾ, ਜਦੋਂ ਅੰਦਰ ਸਮਾਨ ਹੀ ਜ਼ਿਆਦਾ ਪਿਆ ਜਿਹੜਾ ਤੁਸੀਂ ਇਹਨੂੰ ਯੂਜ਼ ਹੀ ਨਹੀਂ ਕਰ ਰਹੇ। ਇਹ ਬੜੀ ਫਨੀ ਚੀਜ਼ ਹੈ, ਕਿਉਂਕਿ ਕਈ ਵਾਰ ਮੇਰੇ ਨਾਲ ਤਾਂ ਬਹੁਤ ਹੁੰਦੀ ਹੈ, ਤਾਂ ਮੈਂ ਸ਼ੇਅਰ ਕਰ ਰਿਹਾ। ਕਿਉਂਕਿ ਦੁਪਹਿਰੇ ਜਦੋਂ ਮੈਂ ਖਾਣਾ ਖਾਂਦਾ ਨਾ, ਹੁਣ ਮੇਰਾ ਵਰਕ ਫਰਮ ਹੋਮ ਹੈ, ਅਤੇ ਜਦੋਂ ਮੈਂ ਦੁਪਹਿਰੇ ਖਾਣਾ ਖਾਣਾ ਅਤੇ ਮੈਨੂੰ ਬਾਅਦ 'ਚ ਨੀਂਦ ਆ ਜਾਂਦੀ ਥੋੜ੍ਹੀ ਜਿਹੀ, ਅਤੇ ਮੈਂ ਹੁਣ ਕੌਨਸਟੈਂਟਲੀ ਸ਼ੁਰੂ ਕਰਤਾ ਕਿ ਚੱਲ ਮੈਂ ਹਾਫ ਐਨ ਆਰ ਨੈਪ ਲੈ ਲੈਣਾ। ਐਂਡ ਆਈ ਥਿੰਕ ਮਚ ਆਫ ਦ ਸੋਸਾਇਟੀ ਵੁੱਡ ਐਗਰੀ ਕਿ ਬੜੀ ਵਾਰ ਇੱਦਾਂ ਹੁੰਦਾ ਕਿ ਅਸੀਂ ਨੂੰ ਵੀ ਬੜਾ ਨੋਰਮਲਾਈਜ਼ ਕੀਤਾ ਹੋਇਆ ਵਿੱਚ ਜੇ, ਕਿ ਕੋਈ ਗੱਲ ਨਹੀਂ, ਖਾਣੇ ਤੋਂ ਬਾਅਦ ਥੋੜ੍ਹੀ ਜਿਹੀ ਆਲਸੀ ਆਉਣ ਅੱਖਾਂ ਬੰਦ ਹੋ ਜਾਂਦੀਆਂ, ਜਾਂ ਕਈ ਬੰਦੇ ਤਾਂ ਕਹਿੰਦੇ ਵੀ ਜਿਵੇਂ ਡਕਾਰ 'ਚ ਮਾਰ ਕੇ ਬਰਪ ਕਰਨਗੇ ਅਤੇ ਕਹਿਣਗੇ ਹੁਣ ਤਾਂ ਸੋ ਜਾਣਾ, ਬਸ ਪੈ ਜਾਣਾ। ਸੋ ਉਹ ਚੀਜ਼ ਇਨ ਅ ਵੇ ਤੁਸੀਂ ਕਹਿ ਰਹੇ ਹੋ ਕਿ ਉਹ ਨਹੀਂ ਹੋਣੀ ਚਾਹੀਦੀ ਅਸੂਲਨ, ਕਿ ਖਾਣੇ ਤੋਂ ਐਨਰਜੀ ਮਿਲਣੀ ਚਾਹੀਦੀ ਅਤੇ ਬੰਦਾ ਬਾਅਦ 'ਚ ਆਲਸੀ ਨਾ ਹੋਏ। ਜੇ ਤੁਸੀਂ ਇੱਕ ਨਾ ਬੜਾ ਸਿੰਪਲ ਜਿਹਾ ਰੂਲ ਹੈ, ਕਿ ਮੈਂ ਕਿਤੇ ਸੁਣਿਆ, ਮੈਨੂੰ ਯਾਦ ਵੀ ਨਹੀਂ ਮੈਂ ਕਿਤੇ ਪੜ੍ਹਿਆ ਸੀਗਾ, ਪਰ ਇਹ ਨੋਰਮਲ ਜੀ ਗੱਲ ਹੈ ਕਿ ਤੁਸੀਂ ਨਾ 100% ਆਪਣਾ ਪੇਟ ਭਰ ਕੇ ਕਦੇ ਵੀ ਨਾ ਖਾਇਆ ਕਰੋ, ਅਗਰ ਤੁਸੀਂ ਨੋਰਮਲ ਲਾਈਫ ਸਟਾਈਲ 'ਚ ਐਕਟਿਵ ਹੀ ਨਹੀਂ ਹੈਗੇ। 70% ਦੇ ਆਸ-ਪਾਸ ਟਮੀ ਫੁੱਲ ਕਰੋ ਆਪਣਾ, ਯੂ ਸ਼ੁੱਡ ਬੀ ਗੁੱਡ। ਓਕੇ, 70% ਇਜ਼ ਗੁੱਡ। ਉਸ ਤੋਂ ਬਾਅਦ ਤੁਸੀਂ ਲੈਥਾਰਜਿਕ ਜਾਂ ਲੇਜ਼ੀ ਫੀਲ ਨਹੀਂ ਕਰੋਗੇ। ਤੁਸੀਂ 100% ਆਪਣੇ ਪੇਟ ਨੂੰ ਭਰਨਾ, ਲੈਟਸ ਸੇ ਤੁਹਾਡੀ ਅਗਰ ਕੈਪੈਸਿਟੀ 4 ਰੋਟੀਆਂ ਦੀ 4 ਪੂਰੀ ਖਾ ਕੇ ਹੀ ਉੱਠਣਾ, ਅਤੇ ਉਹ ਤੁਹਾਨੂੰ ਲੈਥਾਰਜਿਕ ਬਣਾਊਗੀ ਜੀ। ਸਮਝ ਰਹੇ ਹੋ? ਅੱਛਾ, ਗੱਲ ਰੋਟੀ 'ਤੇ ਵੀ ਨਹੀਂ ਆਉਂਦੀ ਹੁਣ, ਕਿਉਂਕਿ ਕੁਐਸ਼ਚਨਸ ਬਹੁਤ ਜ਼ਿਆਦਾ ਆਉਂਦੇ ਨੇ ਵੀ ਉਹਨੂੰ ਜੇ ਰੋਟੀ ਵੀ ਨਾ ਖਾਈਏ ਤਾਂ ਕਰੀਏ ਕੀ। ਜੇ ਖਾਣੀ ਹੈ ਤਾਂ ਖਾਓ, ਅਤੇ ਉਸ ਹਿਸਾਬ ਨਾਲ ਵਰਕਆਊਟ ਕਰੋ। ਲੈਟਸ ਸੇ ਇੱਥੇ ਮੈਂ ਬਹੁਤ ਜ਼ਿਆਦਾ ਘੱਟ ਦੇਖਿਆ ਲੋਕਾਂ ਨੂੰ ਸਪੋਰਟਸ ਵਿੱਚ, ਇੰਡੀਆ 'ਤੇ ਹੀ ਬਹੁਤ ਖੇਡਦੇ ਯਾਰ। ਮੈਂ ਲੋਕਾਂ ਨੂੰ ਵੀ ਦੇਖਿਆ ਉੱਥੇ, ਆਪਣੇ ਨਾਲ ਦੇ ਸਾਡੇ ਬੈਚ ਸੀਗੇ। ਹੁਣ ਵੈਸੇ ਹੀ ਬਹੁਤ ਘੱਟ ਹੁੰਦਾ ਜਾ ਰਿਹਾ ਅੱਗੇ ਸਪੋਰਟਸ ਵਾਲੇ ਪਾਸੇ ਕੋਈ ਜਾ ਹੀ ਨਹੀਂ ਰਿਹਾ। ਇੱਕ ਤਾਂ ਬੰਦਾ ਡਿਪਰੈਸ਼ਨ ਤੋਂ ਦੂਰ ਰਹਿੰਦਾ, ਸੌਰੀ ਵੀਰੇ, ਇੱਕ ਬੰਦਾ ਡਿਪਰੈਸ਼ਨ ਤੋਂ ਦੂਰ ਰਹਿੰਦਾ, ਕਿਉਂਕਿ ਤੁਸੀਂ ਉਹ ਚੀਜ਼ ਕਰ ਰਹੇ ਹੋ ਜਿਹੜੀ ਤੁਹਾਨੂੰ ਇੰਟਰਸਟ ਦਿੰਦੀ, ਇੰਟਰਸਟ ਜਿਹਦੇ ਵਿੱਚ ਹੈਗਾ ਤੁਹਾਡਾ, ਅਤੇ ਬੰਦਾ 2-2 ਘੰਟੇ ਤਾਂ ਇੱਦਾਂ ਹੀ ਖੇਲ ਜਾਂਦਾ। ਤੁਸੀਂ ਬੈਡਮਿੰਟਨ ਜਾਂ ਮੈਂ ਬਾਸਕਟਬਾਲ ਖੇਡਣਾ ਸੀ, ਕਿ 2-2 ਘੰਟੇ ਇੱਦਾਂ ਹੀ ਖੇਲ ਜਿੱਦਾ। ਮੈਨੂੰ ਜੇ ਸੇਮ ਕੈਲਰੀਜ਼ ਜਿੰਮ 'ਚ ਬਰਨ ਕਰਨੀ ਪੈ ਜਾਣ, ਮੇਰੇ ਕੋਲ ਨਹੀਂ ਹੁੰਦੀਆਂ ਜਿੰਨੀ ਮੈਂ ਬਾਸਕਟਬਾਲ 'ਚ ਕਰ ਲੈਣਾ। ਸੋ ਪਲੇ ਸਪੋਰਟ ਬਹੁਤ ਹੈਲਪ ਕਰਦੀ ਹੈ। ਮਤਲਬ ਡਾਈਟ ਨਾਲੋਂ ਜ਼ਿਆਦਾ ਪਤਾ ਕੀ ਪ੍ਰੋਬਲਮੈਟਿਕ ਹੈ, ਲੋਕ ਐਕਟਿਵ ਨਹੀਂ ਹੈਗੇ। ਜੇ ਤੁਸੀਂ 2 ਦੇ 3 ਵੀ ਖਾ ਲਏ ਕਦੇ ਕਦੇ, ਠੀਕ ਹੈ, ਬਟ ਐਕਟਿਵ ਰਹੋ ਲਾਈਫ ਸਟਾਈਲ 'ਚ। ਆਪਣੀ ਲਾਈਫ ਸਟਾਈਲ ਬਹੁਤ ਲੇਜ਼ੀ ਹੋ ਗਿਆ ਇੱਥੇ, ਬਹੁਤ ਜ਼ਿਆਦਾ ਲੇਜ਼ੀ ਹੈ ਲੋਕਾਂ ਦਾ ਲਾਈਫ ਸਟਾਈਲ। ਵੀਡੀਓ ਗੇਮਸ ਜ਼ਿਆਦਾ ਚੱਲ ਰਹੀਆਂ ਬਸ ਹੁਣ। ਮੈਂ ਕਹਿੰਦਾ ਕੰਮ ਦੇ ਹੀ ਨੇ ਸਾਰੇ ਸਟੂਡੈਂਟ ਲਾਈਫ 'ਚ, ਖਾਸ ਕਰਕੇ ਮੈਂ ਆਪਣਾ ਐਗਜ਼ਾਮਪਲ ਦੇਣਾ, ਜਿੰਮ ਦਾ ਟਾਈਮ ਲੱਗੂਗਾ ਕਿੱਥੋਂ, ਸਾਰਾ ਦਿਨ ਤਾਂ ਕੰਮ ਕਰ ਰਹੇ ਹਾਂ ਜੀ। 12-14 ਘੰਟੇ ਦੀ ਸ਼ਿਫਟਾਂ, ਮੁੜ ਕੇ ਬੰਦਾ ਆਪਣੀ ਰੋਟੀ ਬਣਾਉਂਦਾ, ਥੋੜ੍ਹੇ ਕੰਮ ਕਰਦਾ, ਲਾਉਂਡਰੀ ਦੇ ਕੰਮ, 4 ਆਪਣੇ ਕੰਮ ਹੋ ਜਾਂਦੇ ਨੇ, ਐਂਡ ਦੈਨ ਯੂ ਆਰ ਲਾਈਕ ਕਿ ਕਿੱਥੇ ਜਿੰਮ ਲਾਈਏ ਜੀ। ਸੋ
ਅੱਛਾ ਲਾਸਟਲੀ ਤੁਸੀਂ ਜੇ ਗੱਲ ਕਰੋ ਜਿਮ ਜਾਣ ਦੀ ਵੀ ਲੋੜ ਨਹੀਂ ਹੈਗੀ ਇਹਦੇ ਵਾਸਤੇ। ਜੇ ਤੁਹਾਡੇ ਕੋਲ ਘਰੇ ਵੀ 15-20 ਮਿੰਟ ਹੈਗੇ ਨੇ, ਤੁਸੀਂ ਘਰੇ ਸਟਾਰਟ ਕਰੋ ਆਪਣਾ ਅੱਛੇ ਲਾਈਫ ਸਟਾਈਲ ਤੋਂ। ਮਾਰਨਿੰਗ 'ਚ ਤੁਹਾਡੇ ਕੋਲ 15 ਮਿੰਟ ਜਾਂ 20 ਮਿੰਟ ਤੁਸੀਂ ਆਪਣੀ ਬੋਡੀ ਨੂੰ ਦੇ ਸਕਦੇ ਹੋ ਕਿਸੇ ਵੀ ਫਾਰਮ 'ਚ। ਜੰਪਿੰਗ ਕਰ ਲਓ, ਅਗਰ ਵੈਦਰ ਅੱਛਾ 15 ਮਿੰਟ ਦੀ ਰਨਿੰਗ ਦੀ ਇੱਕ ਰੂਟੀਨ ਬਣਾ ਲਓ, ਪੁਸ਼ਅਪਸ ਲਾ ਲਓ, ਸਕੌਟਸ ਲਾ ਲਓ, ਐਨੀਥਿੰਗ ਵਿਚ ਕੈਨ ਹੈਲਪ ਯੂ ਟੂ ਬੀ ਐਕਟਿਵ, ਦੈਟਸ ਗੋਨਾ ਹੈਲਪ ਯੂ ਕਿ ਉਹ ਰਿਦਮ ਗੋਇੰਗ ਰਹੇ ਬਸ ਐਵਰੀਡੇ, ਹੈ ਨਾ। ਹਾਂਜੀ। ਤੇ ਵੀ ਜੇ ਤੁਸੀਂ ਹੁਣ ਮੈਂਸ਼ਨ ਕੀਤਾ ਜਿਵੇਂ ਸਟੂਡੈਂਟਸ ਹੈਗੇ ਆਪਣੇ, ਹੈ ਨਾ, ਸਪੈਸ਼ਲੀ ਲਾਈਫ, ਅਗਰ ਉਹਨਾਂ ਦੀ ਸਪੈਸੀਫਿਕਲੀ ਗੱਲ ਕੀਤੀ ਜਾਏ ਜੀ, ਤੇ ਉਹ ਆਪਣੀ ਲਾਈਫ ਵਿੱਚ ਇੱਦਾਂ ਦਾ ਕਿਵੇਂ ਦੇ ਡਾਈਟ ਪਲਾਨਸ ਕਰ ਸਕਦੇ ਹੈ ਜੇ ਦੇਰ ਆਲਵੇਜ਼ ਔਨ ਦ ਗੋ, ਹੈ ਨਾ, ਕੰਮ ਤੋਂ ਘਰ ਆ ਰਹੇ ਆ, ਘਰ ਸਿਰਫ ਸੌਣ ਆਉਂਦੇ ਐਂਡ ਉਸੇ ਵੇਲੇ ਨਿਕਲ ਜਾਂਦੇ। ਉਹਨਾਂ ਵਾਸਤੇ ਕੁਛ ਹੈਗੀਆਂ ਟਿਪਸ ਐਂਡ ਟ੍ਰਿਕਸ ਜਾਂ ਆਲਟਰਨੇਟਿਵਸ ਜਿਹੜੀਆਂ ਕੁਇਕ ਫੂਡ ਕਰ ਸਕਦੇ ਆ? ਕਿਉਂਕਿ ਅਗੇਨ ਜਦੋਂ ਅਸੀਂ ਕ੍ਰੇਵਿੰਗਸ ਦੀ ਗੱਲ ਕਰਦੇ ਹਾਂ ਉਹ ਫਿਰ ਉਹ ਸਟੂਡੈਂਟਸ ਵਿੱਚ ਜ਼ਿਆਦਾ ਤਾਂ ਆਉਂਦੀ ਕਿਉਂਕਿ ਉਹਨਾਂ ਕੋਲ ਟਾਈਮ ਘੱਟ ਹੈ, ਫਿਰ ਜਾਂ ਤਾਂ ਉਹ ਪੈਕਡ ਫੂਡ ਵੱਲ ਭੱਜਦੇ ਆ ਜਿਹਦੇ ਵਿੱਚ ਪ੍ਰੈਜ਼ਰਵੇਟਿਵਸ ਪਏ ਹੋਏ ਆ, ਜਾਂ ਮੈਕਡੋਨਲਡਸ ਟਿਮ ਹਾਰਟਨਸ ਤੋਂ ਆਪਣਾ ਕੰਮ ਜਿਵੇਂ ਕਹਿ ਲਓ ਸਵਾਰ ਲੈਂਦੇ ਬਸ ਕਿ ਭੁਗਤਾਨ ਨੂੰ। ਸੋ ਉਹਨਾਂ ਵਾਸਤੇ ਕੁਝ ਦੱਸੋ ਕਿ ਉਹ ਕਿਵੇਂ ਆਪਣਾ ਲਾਈਫ ਸਟਾਈਲ ਬੈਟਰ ਕਰ ਸਕਦੇ ਆ ਫॉर ਹੈਲਦੀ ਲਿਵਿੰਗ। ਜਿਹੜੀ ਪ੍ਰੋਬਲਮਸ ਮੈਨੂੰ ਆਈਆਂ ਸੀ ਕਿ ਮੈਂ ਉਹੀ ਤੁਹਾਨੂੰ ਦੱਸਾਂਗਾ, ਜ਼ਿਆਦਾ ਵਧੀਆ ਇਹਨੂੰ ਬੰਦਾ ਰਿਲੇਟ ਕਰ ਪੈਂਦਾ ਜੀ। ਇੱਕ ਤਾਂ ਤੁਸੀਂ ਆਪਣੇ ਫੂਡ ਘਰੋਂ ਬਣਾ ਕੇ ਲੈ ਕੇ ਜਾਓ। ਅਗਰ ਤੁਹਾਡੇ ਕੋਲ ਡੇਲੀ ਟਾਈਮ ਨਹੀਂ ਲੱਗਦਾ, ਇੱਥੇ ਦਾ ਬੜਾ ਇੱਕ ਨੋਰਮਲ ਜੀ ਗੱਲ ਹੈ ਕਿ ਤੁਸੀਂ ਵੀਕਐਂਡ ਦੇ ਪ੍ਰੈਪਰੇਸ਼ਨਸ ਕਰਦੇ ਹੋ ਆਪਣੇ ਫੂਡ ਦੀ। ਮੈਂ ਹੁਣ ਵੀ ਕਰਦਾ। ਬੇਸਿਕ ਚੀਜ਼ਾਂ ਤੁਸੀਂ ਬਣਾ ਸਕਦੇ ਹੋ, ਜਿੱਦਾਂ ਕਿ ਲੈਟਸ ਸੇ ਥੋੜ੍ਹੀ ਵੈਜੀਜ਼ ਆਪਣੀਆਂ ਚੌਪ ਕਰਕੇ ਪਹਿਲਾਂ ਹੀ ਰੱਖ ਲਈਆਂ, ਠੀਕ ਹੈ। ਅਗਰ ਤੁਸੀਂ ਚਿਕਨ ਖਾਂਦੇ ਹੋ ਜਾਂ ਤੁਸੀਂ ਪਨੀਰ ਖਾਂਦੇ ਹੋ, ਆਲਰੇਡੀ ਉਹਨੂੰ ਮੈਰੀਨੇਟ ਕਰਕੇ ਫਰਿੱਜ 'ਚ ਰੱਖੋ ਕਿ ਜਿਹੜਾ ਰੋਜ਼ ਦਾ ਜਿਹੜਾ ਤੁਹਾਡਾ ਟਾਈਮ ਹੈ ਨਾ ਉਹ ਬਚਾਓ। ਅਗਰ ਤੁਸੀਂ 1 ਜਾਂ 2 ਘੰਟੇ ਵੀਕਐਂਡ 'ਤੇ ਲਾਏ ਹੋਏ ਨੇ ਨਾ, ਦੈਨ ਯੂ ਵਿਲ ਬੀ ਸੇਵਿੰਗ ਅ ਲੋਟ ਆਫ ਟਾਈਮ ਡਿਊਰਿੰਗ ਦਾ ਵੀਕ। ਜੇ ਤੁਸੀਂ ਜਿੱਥੇ ਤੁਸੀਂ 1.5-2 ਘੰਟੇ ਰੋਜ਼ ਕਿਚਨ ਲਾਣੇ, ਉਹ 'ਚ ਅੱਧਾ ਘੰਟਾ ਲੱਗਿਆ ਕਰੂਗਾ, ਦੈਨ ਯੂ ਆਰ ਫਾਈਨ। ਆਪਣੇ ਮੀਲਸ ਕੈਰੀ ਕਰੋ। ਜੇ ਉਹ ਸੇਮ ਉੱਥੀ ਗੱਲ ਆ ਜਾਂਦੀ, ਤੁਸੀਂ ਕਾਫੀ ਲੌਂਗ ਟਰਮ ਵਾਸਤੇ ਭੁੱਖੇ ਰਹਿੰਦੇ ਹੋ ਨਾ, ਅਤੇ ਉਸ ਤੋਂ ਬਾਅਦ ਤੁਸੀਂ ਗੰਦੇ ਫੂਡ ਵਾਸਤੇ ਹੀ ਕਰੇਵ ਕਰੋਗੇ। ਉਹ ਸਾਰਿਆਂ ਵਾਸਤੇ ਐਪਲੀਕੇਬਲ ਹੈ, ਚਾਹੇ ਸਟੂਡੈਂਟਸ ਨੇ ਚਾਹੇ ਨੋਰਮਲ ਬੰਦਾ। ਨੋਰਮਲ ਬੰਦਾ ਮਤਲਬ ਹਰ ਬੰਦੇ ਵਾਸਤੇ ਐਪਲੀਕੇਬਲ ਹੈ, ਕਿਸੇ ਚਾਹੇ ਵਰਕਿੰਗ 'ਚ ਆਓ। ਅੱਛਾ, ਸਟੂਡੈਂਟ ਲਾਈਫ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਕਿ ਬੰਦਾ ਨਾ ਇੱਕ ਤਾਂ ਸਲੀਪ ਸਾਈਕਲ ਹਿੱਲ ਜਾਂਦੀ ਹੈ ਬੰਦੇ ਦੀ ਜੀ। ਇੱਕ ਲਿਮਿਟਡ ਟਾਈਮ ਤੱਕ, ਜੇ ਮੈਂ ਕਹਿੰਦਾ ਚਲੋ ਮਜਬੂਰੀਆਂ ਵੀ ਹੈਗੀਆਂ ਨੇ ਜਾਂ ਲੋੜ ਵੀ ਹੈਗੀ ਹੈ ਪੈਸੇ ਦੀ, ਇੱਕ ਲਿਮਿਟਡ ਟਾਈਮ ਵਾਸਤੇ ਡਬਲ ਸ਼ਿਫਟ ਨਾ ਲਾਇਆ ਕਰੋ। ਕਿਉਂਕਿ ਲੌਂਗ ਟਰਮ ਵਾਸਤੇ ਮੈਂ ਦੇਖਿਆ ਲੋਕਾਂ ਨੇ ਆਪਣਾ ਬਹੁਤ ਜ਼ਿਆਦਾ ਕੰਮ ਖਰਾਬ ਕਰ ਲਿਆ। ਖਾਸ ਕਰ ਮੈਟਾਬੋਲਿਕ ਪਲੇ ਜਿਹੜਾ ਹੁੰਦਾ, ਮੈਟਾਬੋਲਿਜ਼ਮ ਹੁੰਦਾ ਬੋਡੀ ਦਾ, ਉਹ ਉੱਪਰ ਨੀਚੇ ਚਲਾ ਜਾਂਦਾ। ਪੀਪਲ ਡੋਂਟ ਅੰਡਰਸਟੈਂਡ ਕਿ ਦਿਸ ਇਜ਼ ਨਾਟ ਅ ਗੇਮ ਆਫ ਫੈਟ ਲਾਸ ਔਰ ਮਸਲ ਗੇਨ। ਅਗਰ ਤੁਸੀਂ ਜਨਰਲ ਫਿਟਨੈਸ ਦੀ ਗੱਲ ਕਰੋ ਦੈਨ ਯੂ ਹੈਵ ਟੂ ਵਰਕ ਔਨ ਯੋਰ ਮੈਟਾਬੋਲਿਜ਼ਮ। ਮੈਟਾਬੋਲਿਜ਼ਮ ਇੱਕ ਬੋਡੀ ਦਾ ਹੁੰਦਾ ਜਿਹੜਾ ਸਾਨੂੰ ਸਾਰੀ ਐਕਟੀਵਿਟੀ ਨੂੰ ਮੈਨੇਜ ਕਰਦਾ ਹੈ, ਬੋਡੀ ਨੂੰ ਮੈਨੇਜ ਕਰਦਾ, ਕਿ ਉਹ ਬੰਦੇ ਦਾ ਹਿੱਲ ਜਾਂਦਾ ਜਦੋਂ ਤੁਸੀਂ ਉਹਨੂੰ ਸਲੀਪ ਨਹੀਂ ਪ੍ਰੋਪਰ ਲੈ ਰਹੇ। ਅਗਰ ਤੁਸੀਂ 6 ਤੋਂ 7 ਘੰਟੇ ਦਿਨ 'ਚ ਵੀ ਨਹੀਂ ਸੌ ਪਾ ਰਹੇ, ਸਾਰਾ ਕੁਝ ਹਿੱਲ ਜਾਣਾ ਬੋਡੀ ਦਾ। ਥੋੜ੍ਹਾ ਟੈਸਟ ਲੈਵਲ ਡਾਊਨ ਜ਼ਿਆਦਾ ਜਾਣਾ। ਵਾਈਟਾਮਿਨ ਡੀ 'ਤੇ ਇੱਥੇ ਤੁਹਾਨੂੰ ਪਤਾ ਹੀ ਕਿੰਨਾ ਕੁ ਲੈ ਰਹੇ ਹਾਂ ਅਸੀਂ ਸਾਰੇ, ਹਰ ਦੂਜਾ ਬੰਦਾ ਹੀ ਇੱਥੇ ਵਾਈਟਾਮਿਨ ਡੀ ਦੀ ਸਪਲੀਮੈਂਟਸ 'ਤੇ ਹੈ ਜੀ। ਸੋ ਇਹ ਜਿਹੜੀ ਬੇਸਿਕ ਜੀ ਚੀਜ਼ਾਂ ਨੇ ਕਿ ਉਹਨੂੰ ਮੀਲਸ ਕੈਰੀ ਕਰੋ, ਆਪਣਾ ਇੱਕ ਸਲੀਪ ਸਾਈਕਲ 'ਤੇ ਧਿਆਨ ਦਿਓ ਜ਼ਰੂਰ। ਅਗਰ ਤੁਸੀਂ ਹਫਤੇ 'ਚ 1-2 ਵਾਰ ਡਬਲ ਸ਼ਿਫਟ ਨਾਲ ਲਾਈ, ਜਾਂ ਲੈਟਸ ਸੇ ਮਜਬੂਰੀ ਪੈ ਜਾਵੇਗੀ 2 ਮਹੀਨੇ ਲਾ ਵੀ ਲਈ, ਤਾਂ ਮੁੜ ਕੇ ਬੈਕ ਕਰੋ ਰੂਟੀਨ 'ਤੇ। ਮਤਲਬ ਨਾ ਸੌਣੇ ਨੂੰ ਆਪਣੀ ਆਕੜ ਨਾ ਬਣਾਓ। ਮੈਂ ਦੇਖਿਆ ਉਹ ਸਾਡਾ ਸਰੀਰ ਨੂੰ ਕੁਛ ਨਹੀਂ ਬਣਦਾ ਯਾਰ, 2 ਘੰਟੇ ਦੀ ਗੱਲ ਹੈ, 2 ਘੰਟੇ ਨੀਂਦ ਬਹੁਤ ਹੈ। ਜਾਂ ਮੈਂ 3 ਦਿਨ ਬਿਨਾਂ ਸੁੱਤੇ ਟਰਾਲਾ ਚਲਾ ਲੈਣਾ। ਮੈਂ ਉਹ ਲੋਕਾਂ ਨੂੰ ਮਿਲਿਆ ਜਿਹੜੇ ਕਹਿੰਦੇ ਨੇ ਵੀ 25-26 ਜਾਂ 27 ਸਾਲ ਦੀ ਉਮਰ 'ਚ ਅਸੀਂ 3 ਦਿਨ ਇਕੱਠੇ ਚਲਾ ਲੈਂਦੇ ਸੀਗੇ, ਅਤੇ ਮੁੜ ਕੇ ਜਦੋਂ 35-36 ਸਾਲ ਦੀ ਉਮਰ ਹੋਈ ਤਾਂ ਦੇ ਆਰ ਰੀਅਲੀ ਫਕਡ ਅਪ। ਬਹੁਤ ਪ੍ਰੋਬਲਮ ਹੈ ਬੋਡੀ 'ਚ, ਬਹੁਤ ਪ੍ਰੋਬਲਮਸ ਨੇ। ਨਾਓ ਦੇ ਲਿਟਰਲੀ ਰਿਗਰੈਟ ਇਟ ਕਿ ਯਾਰ ਉਸ ਟਾਈਮ 'ਤੇ ਪੈਸਾ ਦਿਖਦਾ ਸੀਗਾ, ਮੁੜ ਕੇ ਹੁਣ ਸਰੀਰ ਹੀ ਨਹੀਂ ਜ਼ਿਆਦਾ ਸਾਥ ਦੇ ਰਿਹਾ। ਅਤੇ ਜਿਹੜਾ ਇੰਪੈਕਟ ਹੋਇਆ ਸਿਰਫ ਫਿਜ਼ੀਕਲੀ ਕਿ ਮੈਂਟਲੀ ਵੀ ਕਿਸ ਤਰ੍ਹਾਂ ਦਾ? ਮੈਂਟਲੀ ਤਾਂ ਹੋਊਗਾ ਹੀ ਵੀਰੇ। ਤੁਸੀਂ ਨੋਰਮਲੀ ਮਿਲੋ ਕਿਸੇ ਨੂੰ ਵੀ ਜਿਹਦੀ ਸਲੀਪ ਸਾਈਕਲ ਅੱਛੀ ਨਹੀਂ ਹੈਗੀ, ਅਤੇ ਉਹਨੂੰ ਤੁਹਾਨੂੰ ਦੇਖ ਕੇ ਪਤਾ ਲੱਗ ਜਾਣਾ ਕਿ ਇਹ ਬੰਦਾ ਨਹੀਂ ਯਾਰ, ਉਹਨੇ ਆਪ ਹੀ ਦੱਸ ਦੇਣਾ ਤੁਹਾਨੂੰ। ਬਿਜ਼ਨਸ ਹੁੰਦੀ ਹੈ, ਸਲੋ ਥਿੰਕਿੰਗ ਹੋਈ ਹੁੰਦੀ। ਦੇਖੋ, ਐਨਜ਼ਾਈਟੀ ਐਂਡ ਡਿਪਰੈਸ਼ਨ ਆਰ ਅ ਵੈਰੀ ਕਾਮਨ ਥਿੰਗਸ ਜਿਹੜਾ ਬੰਦਾ ਨੀਂਦ ਨਹੀਂ ਪੂਰੀ ਕਰ ਰਿਹਾ ਆਪਣੀ ਜੀ। ਦੇਖੋ, ਮੈਂਟਲ ਪੀਸ ਤਾਂ ਹੈ ਹੀ ਨਹੀਂ, ਮੈਂਟਲ ਪੀਸ ਤਾਂ ਹੈ ਹੀ ਨਹੀਂ ਨਾ। ਜੇ ਤਾਂ ਤੁਸੀਂ ਮੈਂਟਲ ਪੀਸ 'ਤੇ ਹੈਗੇ ਹੋ ਫਿਰ ਤਾਂ ਗੱਲਾਂ ਹੋਰ ਨੇ। ਇੱਕ ਨਾ ਮੈਂ ਗਿਆਨੀ ਸ਼ੇਰ ਸਿੰਘ ਜੀ ਦੀ ਕਥਾ ਦੇਖੀ ਜਾਂਦਾ ਸੀਗਾ, ਅਤੇ ਉਹ ਨਾ ਉਹ ਗੱਲ ਕਰਦੇ ਨੇ ਭਾਈ ਆਲਮ ਸਿੰਘ ਦੀ ਜੀ। ਭਾਈ ਆਲਮ ਸਿੰਘ ਜੀ ਜਿਨ੍ਹਾਂ ਦਾ ਨਾਮ ਪੂਰਾ ਰੱਖਿਆ ਜਾਏਗਾ ਭਾਈ ਆਲਮ ਸਿੰਘ ਨੱਚਣਾ, ਅਤੇ ਗੁਰੂ ਸਾਹਿਬ 'ਤੇ ਗੜਵਈ ਹੋਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਹਾਂਜੀ। ਅਤੇ ਉਹਨਾਂ ਨੂੰ ਨਾ ਕਿਸੇ ਨੇ ਸੁਣਦੇ ਨਹੀਂ ਦੇਖਿਆ ਅੱਜ ਤੱਕ। ਅੱਛਾ ਜੀ। ਜੇ ਤੁਸੀਂ ਆਪਣੇ ਇਤਿਹਾਸ ਨੂੰ ਚੱਕ ਕੇ ਦੇਖੋ ਅਤੇ ਉਹਦਾ ਵੀ ਕੋਈ ਐਗਜ਼ਾਮਪਲ ਦੇ ਰਿਹਾ ਅੱਜ ਆ ਕੇ। ਅੱਛਾ, ਉਹ ਸੀਗੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੜਵਈ, ਅਤੇ ਉਹ ਨਾ ਅਤੇ ਬਾਬਾ ਅਜੀਤ ਸਿੰਘ ਜੀ ਜਦੋਂ ਚਮਕੌਰ ਸਾਹਿਬ ਦੀ ਜੰਗ ਵਿੱਚ ਜਾਂਦੇ ਉਹ ਨਾਲ ਗਏ ਸੀਗੇ ਉਹਨਾਂ ਦੇ ਸ਼ਹੀਦੀ ਪਾਉਣ। ਅਤੇ ਉਸ ਟਾਈਮ ਵੀ ਉਹਨਾਂ ਦਾ ਵੇਰਵਾ ਦੱਸਦੇ ਨੇ ਵੀ ਕਿੱਦਾਂ ਉਹਨਾਂ ਨੇ ਜੰਗ ਲੜਿਆ, ਵੀ ਨੱਚ ਕੇ ਮਾਰਦੇ ਸੀਗੇ ਉਹ, ਅਤੇ ਬਹੁਤ ਹੀ ਤੇਜ਼ ਤਲਵਾਰ ਚੱਲਦੀ ਸੀਗੀ ਉਹਨਾਂ ਦੀ ਮੰਨਿਆ ਜਾਂਦਾ। ਅਤੇ ਉਹ ਦਿਨੇ ਗੁਰੂ ਸਾਹਿਬ ਦੇ ਨਾਲ ਰਹਿੰਦੇ ਸੀਗੇ, ਅਤੇ ਰਾਤ ਨੂੰ ਗੁਰੂ ਸਾਹਿਬ ਦੇ ਪੈਰਾਂ ਦੇ ਵੱਲ ਖੜ ਕੇ ਸਾਰਾ ਦਿਨ ਸਾਰੀ ਰਾਤ ਗੁਰੂ ਸਾਹਿਬ ਦੀ ਉਹ ਕਰਦੇ ਸੀਗੇ, ਆਪਣਾ ਰਖਵਾਲੀ ਕਰਦੇ ਸੀਗੇ, ਜਿਵੇਂ ਐਜ਼ ਅ ਸਿਕਿਉਰਿਟੀ ਗਾਰਡ ਲਾ ਲਓ ਤੁਸੀਂ ਜੀ।
ਤੇ ਸਾਰਾ ਦਿਨ ਗੁਰੂ ਸਾਹਿਬ ਨੂੰ ਗੜਵਾ ਜਿਹੜੀ ਗੜਵੀ ਹੁੰਦੀ ਹੈ ਨਾਲ ਰੱਖ ਕੇ ਉਹਨਾਂ ਨੇ ਚੱਲਣਾ ਸਾਰਾ ਦਿਨ ਗੁਰੂ ਸਾਹਿਬ ਦੇ। ਤੇ ਉਹਨਾਂ ਨੂੰ ਕਿਸੇ ਨੇ ਸੌਂਦੇ ਨਹੀਂ ਦੇਖਿਆ ਸੀਗਾ। ਤੇ ਕਹਿੰਦੇ ਨੇ ਉਸ ਟਾਈਮ ਜਿਹੜੇ ਸਿੰਘ ਸੀਗੇ ਨਾ ਸਭ ਤੋਂ ਜ਼ਿਆਦਾ ਐਕਟਿਵ ਉਹਨਾਂ ਨੂੰ ਮੰਨਿਆ ਜਾਂਦਾ ਸੀਗਾ। ਪਰ ਉਹਨਾਂ ਦੇ ਜੇ ਤੁਸੀਂ ਮੈਂਟਲ ਪੀਸ ਦੀ ਗੱਲ ਕਰੋ ਕਿੱਥੇ ਸੀਗਾ ਉਹ? ਨਿਤਨੇਮ ਵੀ ਇੰਨਾ ਜ਼ਿਆਦਾ ਸੀ ਨਾ, ਨਿਤਨੇਮ ਕਿੰਨਾ ਜ਼ਿਆਦਾ ਸੀਗਾ। ਅੱਜ ਕੱਲ੍ਹ ਹਰ ਬੰਦਾ ਕਿੱਥੇ, ਮੈਂਟਲ ਪੀਸ ਤਾਂ ਹੈ ਹੀ ਨਹੀਂ ਨਾ। ਤੇ ਉਸ ਤੋਂ ਬਾਅਦ ਸਲੀਪ ਵੀ ਨਹੀਂ ਹੈਗੀ ਤੇ ਸਰੀਰ ਕੀ ਕਰੂਗਾ ਜੀ। ਅਸੀਂ ਆਲਰੇਡੀ ਇੰਨੇ ਸਟ੍ਰੈਸ ਵਿੱਚ ਇੱਥੇ। ਅੱਛਾ ਕੋਈ ਗੱਲ ਹੀ ਨਹੀਂ ਕਰਦਾ ਕਿ ਮੈਂਟਲ ਪੀਸ ਕਿੰਨਾ ਜ਼ਰੂਰੀ ਹੈ। ਫਿਜ਼ੀਕਲ ਹੈਲਥ ਦੀ ਤਾਂ ਹਰ ਕੋਈ ਗੱਲ ਕਰ ਰਿਹਾ, ਮੈਂਟਲ ਹੈਲਥ ਦੀ ਕੋਈ ਗੱਲ ਹੀ ਨਹੀਂ ਕਰਦਾ। ਜਿੰਮਾਂ 'ਚ ਵੀ ਬਹੁਤ ਜ਼ਰੂਰੀ ਹੈ। ਜੇ ਮੇਰਾ ਕਲਾਇੰਟ ਕੋਲ ਅੱਛੇ ਅਗਲਾ ਆ ਕੇ ਕਹਿੰਦਾ ਮੈਂ 2 ਘੰਟੇ ਸੁੱਤਾ, ਮੈਂ ਕਿਹਾ ਵਾਪਸ ਚਲਾ ਜਾ, ਜਿੰਮ ਆ ਕੇ ਕੀ ਕਰੇਗਾ? ਮਸਲ ਤੋੜ ਤੇ ਆਪਾਂ ਲਾਂਗੇ ਬਣਾਉਣੇ ਤੇ ਨੀਂਦ ਜੇ ਪੂਰੀ ਨਹੀਂ ਕਰੇ ਤਾਂ ਰਿਕਵਰੀ ਕਿੱਥੋਂ ਹੋਊਗੀ? ਨੀਂਦ ਦਾ ਕੋਈ ਆਲਟਰਨੇਟਿਵ ਹੀ ਨਹੀਂ ਹੈ, ਕੋਈ ਆਲਟਰਨੇਟਿਵ ਨਹੀਂ ਵੀਰੇ। ਕੀ ਪੂਰੀ ਹੋਣੀ ਤੁਹਾਡੀ ਜਿਹੜੀ ਲਿਟਰਲੀ ਤੁਹਾਡੀ ਜਿਹੜੀ ਹੈਲਥ ਹੈ ਨਾ 80% ਤੁਹਾਡੀ, ਮੈਂ ਕਹਿੰਦਾ 100% ਤੁਹਾਡੀ ਸਲੀਪ 'ਤੇ ਖੜੀ ਹੈ। ਇਫ ਯੂ ਆਰ ਸਲੀਪਿੰਗ ਵੈਲ 90% ਤੁਹਾਨੂੰ ਕੋਈ ਇਸ਼ੂਜ਼ ਹੋਣਗੇ ਹੀ ਨਹੀਂ। ਸਭ ਤੋਂ ਵੱਡੀ ਗੱਲ ਹੈ। ਤੇ ਕਿੰਨੇ ਆਵਰਸ ਤੁਸੀਂ ਕਹੋਗੇ ਆਈਡੀਅਲ ਹੈਗੇ ਸਲੀਪ ਲਈ? ਦੇਖੋ ਵੀਰੇ 6-7 ਘੰਟੇ ਦੇ ਸੌ ਯਾਰ। ਹੁਣ ਮੈਂ ਇੱਦਾਂ ਸਪੈਸੀਫਿਕ ਤੁਹਾਨੂੰ ਕੀ ਦੱਸਾਂ, ਬਟ 6 ਘੰਟੇ ਦੀ ਨੀਂਦ ਤਾਂ ਲਓ ਯਾਰ, ਇੰਨਾ ਕੁ ਤਾਂ ਜ਼ਰੂਰੀ ਹੈ। ਤੁਸੀਂ ਜਿੰਨੇ ਕੁ ਮਰਜ਼ੀ ਬਿਜ਼ੀ ਸਕੈਜੂਲ 'ਚ ਰਹਿੰਦੇ ਹੋ, ਬਟ ਅਗਰ ਤੁਸੀਂ ਆਪਣੀ ਫੰਕਸ਼ਨਿੰਗ ਬੋਡੀ ਦੀ ਸਹੀ ਚਾਹੁੰਦੇ ਹੋ ਤਾਂ ਇੰਨੇ ਘੰਟੇ ਦੇ ਸੌਣਾ ਪੈਣਾ। ਅੱਛਾ ਹਾਂ, ਮੈਂ ਨਹੀਂ ਕਹਿੰਦਾ ਸਰੀਰ ਤੁਹਾਡਾ ਰੁਕ ਜੂ। ਕਈ ਕਹਿਣਗੇ ਵੀ ਇਹਨੂੰ ਅਸੀਂ ਤਾਂ 2 ਘੰਟੇ ਸੋ ਗਏ 4 ਸਾਲ ਹੋ ਗਏ, ਚਲਾਓ ਧੱਕਾ ਹੀ ਜਿੰਨਾ ਮਰਜ਼ੀ ਕਰ ਲਓ ਸਰੀਰ ਨਾਲ। ਇੱਕ ਵਾਰ ਤਾਂ ਸਰੀਰ ਨੇ ਤੁਹਾਡੇ ਲੋਹ ਵੀ ਪਚਾ ਲੈਣਾ, ਖਾ ਲਓ। ਇਹ ਤਾਂ ਹੈ ਨਹੀਂ ਵੀ ਉਹ ਸਾਰੀ ਜ਼ਿੰਦਗੀ ਇੱਦਾਂ ਹੀ ਚੱਲਦਾ ਰਹੂਗਾ। ਇੱਕ ਟਾਈਮ ਤੇ ਆ ਕੇ ਇੱਕ ਸੈਚੂਰੇਸ਼ਨ ਪੁਆਇੰਟ ਆਉਂਦਾ ਜਿੱਥੇ ਬੋਡੀ ਤੁਹਾਨੂੰ ਥੋੜੀ ਦੱਸਦੀ ਹੈਗੀ ਯੈਸ ਦੇਰ ਇਜ਼ ਸਮਥਿੰਗ ਰੋਂਗ ਡਨ ਟੂ ਮੀ ਸਿੰਸ ਅ ਲੌਂਗ ਟਾਈਮ ਨਾਓ ਦਿਸ ਇਜ਼ ਦ ਹਾਈਟ ਜੀ। ਔਰ ਇਹ ਕਲਾਇੰਟ ਆਏ ਨੇ ਮੇਰੇ ਕੋਲ, ਮੈਂ ਨਹੀਂ ਕਹਿੰਦਾ, ਮੈਂ ਐਗਜ਼ਾਮਪਲਸ ਦੇਖੇ ਨੇ। ਮੇਰਾ ਨਾ ਐਕਸਪੀਰੀਅੰਸ ਨਹੀਂ ਹੈਗਾ, ਬਟ ਜਿਨ੍ਹਾਂ ਨੂੰ ਮੈਂ ਜਾਣਦਾ ਉਹਨਾਂ ਨਾਲ ਮੈਂ ਦੇਖਿਆ ਕਿ ਉਹਨੂੰ 4-5 ਸਾਲ ਬਹੁਤ ਟਰਾਲਾ ਚਲਾਇਆ ਵੀਰੇ, ਸੁੱਤੇ ਨਹੀਂ, ਇੰਨਾ ਕੰਮ ਕੀਤਾ। ਉਸ ਟਾਈਮ ਬੰਦਾ ਆਕੜਦਾ ਕਿ ਸਾਡਾ ਸਰੀਰ ਲੈ ਲੈਂਦਾ ਅਤੇ ਮੁੜ ਕੇ ਸਰੀਰ ਦੱਸਦਾ ਵੀ ਹੈਗਾ। ਫਿਰ ਮੈਂ ਸੇਮ ਚੀਜ਼ ਨਾ ਤੁਹਾਡੇ ਕਲਾਇੰਟਸ ਬਾਰੇ ਪੁੱਛਣੀ ਸੀ। ਤੁਸੀਂ ਇੱਦਾਂ ਦੇ ਕਲਾਇੰਟਸ ਵੀ ਕਦੀ ਦੇਖੇ ਜਿਹੜੇ ਆਪਣੇ ਨੂੰ ਪੰਪ ਅਪ ਤੇ ਬੜਾ ਕਰਦੇ ਆ ਜਿਮ ਵਿੱਚ ਆ ਕੇ, ਕਾਫੀ ਟਾਈਮ ਤੋਂ ਆ ਰਹੇ, ਬਟ ਮੈਂਟਲੀ ਦੇ ਆਰ ਸਟਰਗਲਿੰਗ? ਲਾਈਕ ਕਦੀ ਕਿਸੇ ਨਾਲ ਦੀ ਵਾਰਤਾਲਾਪ ਹੋਈ ਹੋਏ? ਕਿਉਂਕਿ ਆਈ ਥਿੰਕ ਐਂਡ ਓਨੈਸਟਲੀ ਆਈ ਵਾਂਟ ਕਮੈਂਡ ਯੂ ਔਨ ਦਿਸ, ਕਿਉਂਕਿ ਜਦੋਂ ਅਸੀਂ ਵੀ ਜਿਵੇਂ ਹੁਣ ਮੈਂ ਆਇਆ ਹੈ ਨਾ, ਗੱਲ ਮੈਂ ਸੱਚੀ ਦੱਸਾਂ ਤੇ ਫਿਜ਼ੀਕਲੀ ਸੋਚ ਕੇ ਆਇਆ ਸੀ ਕਿ ਫਿਜ਼ੀਕਲ ਫਿਟਨੈਸ ਦੀ ਗੱਲ ਹੋਏਗੀ। ਐਂਡ ਆਈ ਲਵ ਦ ਫੈਕਟ ਕਿ ਤੁਸੀਂ ਮੈਂਟਲ ਫਿਟਨੈਸ ਨੂੰ ਉਨੀ ਤਰਜੀਹ ਦੇ ਕੇ ਉਹਦੇ ਬਾਰੇ ਵੀ ਗੱਲ ਕਰ ਰਹੇ ਹੋ। ਸੋ ਤੁਹਾਡੀ ਇੱਦਾਂ ਕਦੀ ਕਲਾਇੰਟਸ ਨਾਲ ਕਿਸੇ ਨਾਲ ਗੱਲ ਹੋਈ ਕਦੀ ਕਿ ਅਗਰ ਉਹ ਕਦੀ ਸਟਰਗਲ ਕਰ ਰਹੇ ਆ, ਸੋ ਇੱਦਾਂ ਕਦੀ ਕੰਟਰਾਸਟ ਦੇਖਣ ਨੂੰ ਮਿਲਿਆ ਕਿ ਫਿਜ਼ੀਕਲੀ? ਤੇ ਬਹੁਤ ਕਲਾਇੰਟ ਆਉਂਦੇ ਨੇ ਜਿਹੜੇ ਮੈਂਟਲੀ ਸਟਰਗਲ ਕਰ ਰਹੇ ਨੇ, ਦੈਟਸ ਵਾਈ ਦੇ ਵਾਂਟ ਟੂ ਬੀ ਫਿਜ਼ੀਕਲੀ ਫਿਟ ਜਸਟ ਬਿਕੋਜ਼ ਦੇ ਆਰ ਵੀਕ ਮੈਂਟਲੀ। ਸੋ ਮੇਬੀ ਕੌਨਫੀਡੈਂਸ ਲੈਵਲਸ ਅਪ ਹੋ ਜਾਂਦੇ ਨੇ ਬੰਦੇ ਦੇ। ਤੁਸੀਂ ਲਾ ਲਓ ਕਿ ਐਨਜ਼ਾਈਟੀ ਬਹੁਤ ਵੱਡੀ ਪ੍ਰੋਬਲਮ ਹੈ, ਕੋਈ ਡਿਪਰੈਸ਼ਨ 'ਚ ਦੇ ਵਾਂਟ ਟੂ ਬੀ ਐਕਟਿਵ। ਕਿਉਂਕਿ ਤੁਸੀਂ ਦੇਖੋ ਇੱਥੇ ਨਾ ਮੈਂ ਐਂਟੀ ਡਿਪਰੈਸੈਂਟ ਚੀਜ਼ ਕਹਿੰਦਾ ਜਿਮ ਨੂੰ ਕਿ ਦਿਸ ਇਜ਼ ਅ ਐਂਟੀ ਡਿਪਰੈਸੈਂਟ ਥਿੰਗ। ਜਾਂ ਤੁਸੀਂ ਐਨਜ਼ਾਈਟੀ ਫੇਸ ਕਰਦੇ ਹੋ, ਸਟਾਰਟ ਵਰਕਿੰਗ ਆਊਟ। ਇਫ ਯੂ ਲਵ ਯੋਰ ਸੈਲਫ, the only way you can love yourself is by working out, ਬਿਕੋਜ਼ ਉੱਥੇ ਤੁਸੀਂ ਆਪਣੀ ਇੱਕ ਬੋਡੀ ਨੂੰ ਲਵ ਕਰਨਾ ਸ਼ੁਰੂ ਕਰਦੇ। ਯੂ ਆਰ ਏਮਡ, ਇੱਕ ਏਮ ਹੈਗਾ ਕਿ 6 ਮਹੀਨੇ ਬਾਅਦ ਮੈਂ ਨਾ ਲੂਜ਼ ਕਰਨਾ। ਅੱਛਾ ਫਿਟਨੈਸ ਗੋਲਸ ਕਦੀ ਘੱਟ ਤਾਂ ਹੁੰਦੇ ਨਹੀਂ। ਲੈਟਸ ਸੇ ਤੁਸੀਂ ਮੇਰੇ ਕੋਲ ਅੱਜ ਫੈਟ ਲਾਸ ਵਾਸਤੇ ਆਏ ਹੋ ਅਤੇ 6 ਮਹੀਨੇ ਬਾਅਦ ਫੈਟ ਲਾਸ ਹੋ ਗਿਆ, ਫਿਰ ਬੋਡੀ ਚਾਹੀਦੀ ਹੈ। 6 ਮਹੀਨੇ ਬਾਅਦ ਬੋਡੀ ਬਣ ਗਈ, ਫਿਰ ਜ਼ਿਆਦਾ ਬੋਡੀ ਚਾਹੀਦੀ ਹੈ। ਉਹ ਚੀਜ਼ਾਂ ਵੱਧਦੀ ਚਲੀ ਜਾਂਦੀਆਂ ਨੇ। ਸੋ ਇੱਕ ਬੰਦਾ ਨਹੀਂ ਕੰਸਿਸਟੈਂਟ ਵੇ ਨਾਲ ਇੱਕ ਗੋਲਸ ਨੂੰ ਅਚੀਵ ਕਰਨ ਦੀ ਜਦੋਂ ਕੋਸ਼ਿਸ਼ ਕਰ ਰਿਹਾ ਹੁੰਦਾ ਨਾ, ਇੱਕ ਪਾਸੇ ਵੀ ਇੱਕ ਹੋ ਗਏ ਤੁਹਾਡੇ ਲੈਟਸ ਸੇ ਪ੍ਰੋਫੈਸ਼ਨਲ ਗੋਲਸ ਹੋ ਗਏ, ਉੱਧਰ ਬੰਦਾ ਅਗਰ ਡਾਮਾਡੋਲ ਹੈਗਾ, ਇੱਧਰੋਂ ਤੁਹਾਡੇ ਫਿਟਨੈਸ ਗੋਲਸ ਨੇ, ਇੱਕ ਪਾਸੇ ਤੁਸੀਂ ਅਚੀਵ ਕਰ ਰਹੇ ਹੋ ਨਾ, ਦੂਜੇ ਪਾਸੇ ਹੈਲਥ ਮਿਲ ਜਾਂਦੀ ਹੈ ਨਾ। ਦਿਸ ਸੇਮ ਵੇਜ਼ ਗੋਜ਼ ਟੂ ਦਾ ਮੈਂਟਲ ਐਂਡ ਫਿਜ਼ੀਕਲ ਹੈਲਥ ਟੂ। ਅਗਰ ਤੁਸੀਂ ਫਿਜ਼ੀਕਲੀ ਫਿਟ ਹੁੰਦੇ ਜਾ ਰਹੇ ਹੋ ਅਤੇ ਕੌਨਫੀਡੈਂਟ ਹੁੰਦੇ ਜਾ ਰਹੇ ਹੋ, ਮੈਂਟਲੀ ਵੀ ਤੁਸੀਂ ਫਿਟ ਹੁੰਦੇ ਅਤੇ ਕੌਨਫੀਡੈਂਟ ਹੁੰਦੇ ਜਾਓਗੇ ਜੀ। ਔਰ ਮੈਂ ਸਮਝਦਾ ਕਿ ਇਹ ਬਹੁਤ ਜ਼ਰੂਰੀ ਚੀਜ਼ ਹੈ ਜਿਹੜੀ ਲੋਕ ਨਹੀਂ ਸਮਝਦੇ। ਇਸ ਲਈ ਮੈਂ ਵੀ ਕਿਹਾ ਜਾਂਦਾ ਨਾ ਕਿ ਮਾਰਸ਼ਲ ਆਰਟਸ ਵਿੱਚ ਜਾਓ, ਫਿਟਨੈਸ ਵਿੱਚ ਜਾਓ, ਕਿਉਂਕਿ ਦ ਮੋਰ ਕੌਨਫੀਡੈਂਟ ਯੂ ਆਰ ਕਿਸੇ ਵੀ ਫਾਰਮ ਆਊਟਵਰਡਲੀ, ਉਹਨਾਂ ਤੁਹਾਨੂੰ ਅੰਦਰਲੀ ਚੀਜ਼ ਇਫੈਕਟ ਕਰਦੀ ਹੋ। ਮੈਂ ਨਹੀਂ ਕਹਿੰਦਾ ਕਿ ਇਕੱਲੀ ਜਿਮ ਕਰੋ, ਕਿਸੇ ਵੀ ਫਾਰਮ 'ਚ ਐਕਟੀਵਿਟੀ ਕਰੋ, ਕਿਸੇ ਵੀ ਫਾਰਮ। ਜਿਵੇਂ ਸਪੋਰਟਸ ਕਿਹਾ ਤੁਸੀਂ, ਮੈਂ ਕਹਿੰਦਾ ਬਹੁਤ ਪ੍ਰਮੋਟ ਕਰਦਾ ਮੈਂ। ਮੇਰੇ ਮੈਕਸੀਮਮ ਕਲਾਇੰਟਸ ਨੇ ਉਹਨਾਂ ਨੂੰ ਪਤਾ ਕਿ ਇਹ ਬੰਦਾ ਕਹਿੰਦਾ ਵੀ 4 ਤੋਂ 5 ਦਿਨ ਬਹੁਤ ਹੈ ਜਿਮ, ਇੱਕ ਦਿਨ ਜਾਂ ਐਕਸਟਰਾ ਵੀ ਕੁਝ ਕਰਨਾ, ਸਪੋਰਟ ਖੇਲ ਲਓ, ਸਵਿਮਿੰਗ ਕਰ ਲਓ, ਬਾਸਕਿਟਬਾਲ ਖੇਲੋ, ਕ੍ਰਿਕਟ ਪਸੰਦ ਹੈ ਕ੍ਰਿਕਟ ਖੇਲੋ, ਐਨੀਥਿੰਗ ਲਾਈਕ ਗੈਟ ਯੋਰ ਕਿਡਸ ਆਊਟ ਐਂਡ ਪਲੇ ਵਿਦ ਦੈਮ, ਜੋ ਮਰਜ਼ੀ ਕਰੋ, ਖੇਲੋ ਬਾਹਰ ਜਾ ਕੇ, ਅੱਛਾ ਫੀਲ ਕਰੋਗੇ। ਐਂਡ ਜਸਟ ਟੂ ਐਡ ਟੂ ਦੈਟ, ਆਈ ਥਿੰਕ ਮੈਂ ਇਹ ਚੀਜ਼ ਜ਼ਰੂਰ ਕਹਿ ਸਕਦਾ ਹਾਂ, ਜਿਵੇਂ ਕਿ ਜਦੋਂ ਅਸੀਂ ਜਿਮ ਜਾਂਦੇ ਹਾਂ ਅਤੇ ਜਿਮ ਇਜ਼ ਐਨ ਇਨਡੋਰ ਥਿੰਗ ਹੈ ਨਾ, ਅਸੀਂ ਅੰਦਰ ਪ੍ਰੈਕਟਿਸ ਕਰਨੀ ਹੈ ਆਪਣਾ, ਅਸੀਂ ਅੰਦਰ ਵਰਕਆਊਟ ਕਰਨਾ ਹੈ। ਬਟ ਤੁਹਾਡੇ ਅਗੇਨ ਕਿਉਂਕਿ ਅਸੀਂ ਫਿਜ਼ੀਕਲੀ ਸਪੋਰਟ ਦੀ ਗੱਲ ਕਰ ਰਹੇ ਹਾਂ, ਅਤੇ ਆਈ ਲਵ ਦ ਫੈਕਟ ਕਿ ਜਿਵੇਂ ਤੁਸੀਂ ਆਪਣਾ ਪਾਰਕਿੰਗ ਲੋਟ ਹੈ ਉਹਨੂੰ ਵੀ ਯੂਜ਼ ਕਰਦੇ ਹੋ ਨਾ, ਉੱਥੇ ਤੁਸੀਂ ਕਲਾਇੰਟਸ ਨੂੰ ਭਜਾਉਂਦੇ ਹੋ ਜੀ। ਉਹ ਤੁਹਾਨੂੰ ਆਈਡੀਆ ਹੈ ਕਿ ਉਹ ਦੇ ਵਾਸ ਸਮਥਿੰਗ ਜੇ ਤੁਸੀਂ ਕਿਤੋਂ ਸਿੱਖਿਆ? ਗੱਲ ਇਹ ਹੈ ਕਿ ਮੈਂ ਜਿਵੇਂ ਤੁਹਾਨੂੰ ਕਿਹਾ ਨਾ, ਚੀਜ਼ਾਂ ਕੰਸਿਸਟੈਂਟ ਵੇ ਨਾਲ ਚੱਲਦੀ ਨੇ ਤਾਂ ਬੋਰਿੰਗ ਹੋ ਜਾਂਦੀਆਂ ਨੇ, ਐਂਡ ਪੀਪਲ ਜਸਟ ਟਰਾਈ ਟੂ ਰਨ ਆਊਟ ਆਫ ਇਟ। ਸੋ ਤੁਸੀਂ ਐਕਚੁਅਲੀ ਯੂ ਮੇਕਿੰਗ ਦੈਮ ਰਨ ਆਊਟ। ਹਾਂਜੀ, ਬਸ ਇੱਦਾਂ ਹੈ ਕਿ 100 ਵਿੱਚੋਂ 2 ਕਲਾਇੰਟ ਐਸੇ ਹੋਣਗੇ ਜਿਹੜੇ ਡਿਸਿਪਲਿਨ ਨਾਲ ਕੰਮ ਕਰਨਾ ਚਾਹੁੰਦੇ ਨੇ ਜੀ। ਬਾਕੀ ਬੰਦੇ ਇਹਨੂੰ ਐਜ਼ ਅ ਇੰਜੋਇਮੈਂਟ ਲੈਂਦੇ ਨੇ, ਅਤੇ ਫਿਰ ਉਹਨਾਂ ਨੂੰ ਉੱਦਾਂ ਟੈਕਲ ਕਰਨਾ ਪੈਂਦਾ।
as a trainer we have to work as per the client want. If the client doesn't wants to pick up the dumbbells, ठीक है machine पे आ जा. If they don't want to be on the machine, ठीक है free weights ਤੇ ਆ ਜਾ. free weights से नहीं करना है, body weight ਤੇ ਆ ਜਾ, नहीं तो T-rex ਹੈਗੀ ਆ. ਕਦੇ ਇਨੀਸ਼ੀਅਲੀ ਫॉर 2-3-4 ਮੰਥਸ ਤੱਕ ਕਲਾਇੰਟਸ ਤੇ ਅਕੋਰਡਿੰਗਲੀ ਪਲੇ ਕਰਨਾ ਪੈਂਦਾ, ਕਿਉਂਕਿ 4-6 ਵੀਕ ਤੇ ਕਲਾਇੰਟਸ ਨੂੰ ਇੱਕ ਡਿਸਪਲਿਨ 'ਚ ਆਉਣ 'ਤੇ ਲੱਗ ਜਾਂਦੇ ਨੇ. ਜੇ ਤੁਸੀਂ ਮੈਂ ਜਿਵੇਂ ਕਿਹਾ ਕਿ ਕੁਝ ਕਲਾਇੰਟਸ ਹੁੰਦੇ ਨੇ ਆਲਰੇਡੀ ਡਿਸਪਲਿਨਡ ਹੈਗੇ ਨੇ, ਬਟ ਜਿੰਨਾ ਤੁਸੀਂ ਇਹਨੂੰ ਪ੍ਰੇ ਅਰਾਊਂਡ ਕਰਕੇ ਚੱਲੋਗੇ ਨਾ, ਕਿ ਕਦੇ ਤੁਸੀਂ ਬਾਹਰ ਵਰਕਆਊਟ ਕਰਾਤਾ ਜਾਂ ਤੁਸੀਂ ਕਦੇ ਜਿਮ ਦੇ ਅੰਦਰ ਕਰਾਤਾ. HIIT ਮੇਰੇ ਫਰਾਈਡੇ ਜ਼ਰੂਰ ਕਰਾਉਣਾ ਮੈਂ ਸਾਰਿਆਂ ਨੂੰ. ਕੀ ਕਰਾਉਂਦੇ? ਹਿਟ ਲੈਟਸ ਸੇ ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ. ਓਕੇ. ਜਿਹਦੇ ਵਿੱਚ ਇੱਕ ਹਾਈ ਇੰਟੈਂਸਿਟੀ ਟ੍ਰੇਨ ਕਰਦੇ ਹਾਂ ਅਸੀਂ ਸਾਰੇ, ਡਿਪੈਂਡਿੰਗ ਔਨ ਕਲਾਇੰਟ ਗੋਲਸ. ਉਹ ਅਗੈਨ ਦੈਟ ਆਲਸੋ ਵਰਕਸ ਕਿ ਕੋਈ ਬਹੁਤ ਜ਼ਿਆਦਾ ਹੈਵੀ ਹੈ ਅਤੇ ਉਹਨੂੰ ਉਸ ਤਰੀਕੇ ਦਾ ਵਰਕਆਊਟ ਕਰਾਉਣਾ, ਕੋਈ ਬਹੁਤ ਜ਼ਿਆਦਾ ਐਕਟਿਵ ਉਹਨੂੰ ਉਸ ਤਰੀਕੇ ਦਾ ਕਰਾਉਣਾ. ਬਟ HIIT ਫਾਰਮੈਟ ਰਹਿੰਦਾ ਮੇਰਾ ਇੱਕ ਵਾਰ ਜ਼ਰੂਰ. ਓਕੇ. ਇਹ ਚੀਜ਼ਾਂ ਤੁਸੀਂ ਨਾ ਲਾਈਕ ਕਦੇ ਇੰਜੋਇਮੈਂਟ ਵੀ ਕਰਨੀ ਚਾਹੀਦੀ ਹੈ ਜਿਮ ਵਿੱਚ ਵੀ, ਜ਼ਰੂਰੀ ਹੈ. ਨਵੇਂ ਕਲਾਇੰਟ ਵਾਸਤੇ ਬਹੁਤ ਜ਼ਰੂਰੀ ਹੈ. ਆਈ ਥਿੰਕ ਇੱਥੇ ਹਲਕਾ ਜਿਹਾ ਲਾਈਕੇਬਿਲਿਟੀ ਫੈਕਟਰ ਵੀ ਆ ਜਾਂਦਾ ਕਿ ਜਦੋਂ ਕਲਾਇੰਟ ਕੋਈ ਨਵਾਂ ਆਇਆ, ਇਫ ਦੇ ਸਟਾਰਟ ਲਾਈਕਿੰਗ ਯੂ ਐਜ਼ ਅ ਟ੍ਰੇਨਰ ਤੇ ਉਹ ਲੌਂਗ ਟਰਮ ਤੱਕ ਹੀ ਟਿਕਣਗੇ, ਵਰਨਾ ਅਗਰ ਉਹ ਬੋਰ ਹੋ ਗਏ ਤੇ ਉਹ ਵੀ ਜਾ ਸਕਦੇ ਵਾਪਸ. ਦੇਖੋ ਨੋਰਮਲ ਦੀ ਗੱਲ ਹੈ, ਕਿਉਂਕਿ ਐਜ਼ ਅ ਟ੍ਰੇਨਰ ਨਾ ਤੁਸੀਂ ਬਹੁਤ ਹੀ ਮਤਲਬ ਮੈਂ ਕਹਿੰਦਾ ਮੇਰੀ એનર્ਜੀ ਨਾ ਜ਼ਿਆਦਾ ਬੋਲਦੇ ਹੋਏ ਲੱਗਦੀ ਹੈ. ਅੱਛਾ ਜੀ. ਮਤਲਬ ਐਵੇਂ ਤੇ ਕੁਐਸਚਨ ਲੈ ਕੇ ਆਉਂਦੇ ਨੇ ਨਾ ਲੋਕ. ਅੱਛਾ ਇੱਕ ਹੋਰ ਹੈ, ਕੁਐਸਚਨਸ ਜਿਹੜੇ ਅੱਜ ਤੋਂ 10 ਸਾਲ ਪਹਿਲੇ ਸੀਗੇ ਨਾ, ਉਹ ਅੱਜ ਸੇਮ ਕੁਐਸਚਨਸ ਨੇ. ਸੌਰੀ ਵੀਰੇ, ਇਹ ਬੰਦਾ ਫੋਨ ਕਰੀ ਜਾਂਦਾ. ਇੰਪੋਰਟੈਂਟ ਤਾਂ ਨਹੀਂ ਕੋਈ ਗੱਲ ਨਹੀਂ. ਓਕੇ. ਸੋ ਜਿਹੜੇ ਕੁਐਸਚਨਸ ਜਦੋਂ ਮੈਂ ਜਿਮ ਸ਼ੁਰੂ ਕੀਤੀ ਸੀਗੇ ਨਾ, ਉਹ ਕੁਐਸਚਨਸ ਅੱਜ ਵੀ ਹੈਗੇ ਨੇ, ਕਿਉਂਕਿ ਗੇਮ ਤਾਂ ਪੇਸ਼ੈਂਸ ਦੀ ਹੈ ਹੀ ਹੈ ਅਤੇ ਚੀਜ਼ਾਂ ਉੱਦਾਂ ਹੀ ਚੱਲਣੀਆਂ ਨੇ. ਕੁਐਸਚਨਸ ਉੱਥੇ ਹੀ ਖੜ੍ਹੇ ਨੇ ਅਤੇ ਆਨਸਰਸ ਵੀ ਉੱਦਾਂ ਹੀ ਰਿਊਮਰ ਕੀਤੇ ਜਾ ਰਹੇ ਨੇ ਜਿੱਦਾਂ ਉਸ ਟਾਈਮ ਕੀਤੇ ਸੀਗੇ. ਉੱਦਾਂ ਹੀ ਗੋਲ ਘੁਮਾਏ ਜਾਂਦੇ ਨੇ ਆਨਸਰਸ, ਕਿਉਂਕਿ ਜਿਹੜਾ ਇੱਕ ਸਿੰਪਲ ਗੱਲ ਦੱਸ ਰਿਹਾ ਨਾ, ਉਹਨੂੰ ਕੋਈ ਨਹੀਂ ਫੋਲੋ ਕਰਨਾ ਚਾਹੁੰਦਾ. ਕਿਵੇਂ ਦੇ ਕੁਐਸਚਨਸ ਕਿਵੇਂ ਦੇ ਦੱਸੋਗੇ? ਲੈਟਸ ਸੇ ਐਬਸ ਕਿੰਨੇ ਟਾਈਮ 'ਚ ਬਣ ਜਾਣਗੇ, ਅੱਛਾ, ਅਤੇ 10 ਕਿਲੋ ਫੈਟ ਕਿੰਨੇ ਟਾਈਮ 'ਚ ਘੱਟ ਜਾਊ. ਯਾਰ ਮੈਂ ਕਿੱਦਾਂ ਆਨਸਰ ਦੇ ਸਕਦਾ? ਮੈਂ ਤੁਹਾਨੂੰ ਕਹਿ ਰਿਹਾ 3 ਮਹੀਨੇ 'ਚ ਘੱਟ ਜਾਊ, ਅਤੇ ਤੁਸੀਂ ਤੀਜੇ ਵੀ ਕਹਿ ਰਹੇ ਯਾਰ ਮੇਰਾ ਤਾਂ ਅੱਜ ਬਰਥਡੇ ਆ ਗਿਆ ਅਤੇ ਮੈਨੂੰ ਤਾਂ ਦਾਰੂ ਵੀ ਪੀਣੀ ਪੈ ਗਈ, ਅਤੇ ਮੈਂ ਕੀ ਕਰਾਂ ਉੱਥੇ? ਕਮਿਟਮੈਂਟ ਦੀ ਗੱਲ ਆ ਗਈ ਨਾ. ਗੱਲ ਕਮਿਟਮੈਂਟ ਦੀ ਹੈ. ਜੇ ਤੁਸੀਂ ਕਮਿਟਡ ਹੈਗੇ ਹੋ, ਯੈਸ ਬੀ ਰੈਡੀ ਟੂ ਸੀ ਚੇਂਜਸ ਇਨ ਯੂਰ ਬਾਡੀ. ਮੈਂ ਇਹ ਕਮਿਟ ਕਰਦਾ ਹਮੇਸ਼ਾ ਕਿ ਆਈ'll try to make you see some changes in your body very soon. With the time you are more disciplined in the gym, then it's going to be easy for me and you both. 100%. That's the thing. ਮੈਨੂੰ ਪਤਾ ਤੁਸੀਂ ਆਪਣਾ ਸ਼ੁਰੂ 'ਚ ਦੱਸਿਆ ਜ਼ਰੂਰ ਹੈ ਕਿ ਤੁਸੀਂ ਡਾਇਟੀਸ਼ੀਅਨ ਨਹੀਂ ਹੋ, ਤੁਸੀਂ ਜ਼ਿਆਦਾ ਉਹਦੇ ਬਾਰੇ ਨਹੀਂ ਦੱਸਣਾ ਚਾਹੁੰਦੇ, ਬਟ ਆਮ ਹੈਪੀ ਅਬਾਊਟ ਦ ਫੈਕਟ ਕਿ ਤੁਸੀਂ ਕਾਫੀ ਕੁਝ ਦੱਸ ਰਹੇ ਹੋ ਵੈਸੇ, ਵਿਚ ਇਜ਼ ਗੁੱਡ. ਅਤੇ ਜੇ ਤੁਹਾਡੇ ਕੋਲ ਸਪੋਜ਼ ਕਰੋ ਵੀ ਜੀ ਫੋਰ ਐਗਜ਼ਾਮਪਲ ਹੈ ਨਾ, ਹਾਈਪੋਥੈਟੀਕਲੀ, ਸੋ ਅਗਰ ਤੁਹਾਡੇ ਕੋਲ ਕੋਈ ਬਹੁਤ ਓਬੀਸ ਬੰਦਾ ਆ ਰਿਹਾ ਹੈ ਨਾ, ਹੈਵੀ ਵੇਟ ਬੰਦਾ ਕਾਫੀ, ਅਤੇ ਉਹਨੂੰ ਤੁਸੀਂ ਕਿਵੇਂ ਸ਼ੁਰੂ ਕਰਵਾਉਂਦੇ ਹੋ? ਫਰੋਮ ਡਾਈਟ ਪੁਆਇੰਟ ਆਫ ਵਿਊ ਐਂਡ ਫਰੋਮ ਐਨ ਐਕਸਰਸਾਈਜ਼ ਪੁਆਇੰਟ ਆਫ ਵਿਊ? ਉਹਨੂੰ ਦੋਨੋਂ ਚੀਜ਼ਾਂ ਨਾਲ ਇਕੱਠੀਆਂ ਲੈ ਕੇ ਚੱਲਦੇ? ਯੂ ਟੈਲ ਦੈਮ ਦ ਡਾਈਟ ਐਂਡ ਦੀ ਐਕਸਰਸਾਈਜ਼ਿਜ਼, ਕਿ ਤੁਸੀਂ ਸਿਰਫ ਜਿਮ ਵਿੱਚ ਉਹਨਾਂ ਨੂੰ ਐਕਸਰਸਾਈਜ਼ ਦੱਸਦੇ ਹੋ ਰਿਗਾਰਡਲੈਸ ਆਫ ਦ ਫੈਟ ਕਿ ਉਹ ਕੀ ਖਾ ਰਹੇ ਨੇ? ਅਗੇਨ ਇਟ ਡਿਪੈਂਡਸ ਕਿ ਬੰਦਾ ਮੋਟੀਵੇਟਡ ਕਿੰਨਾ ਹੈ. ਓਕੇ. ਕੁਛ ਲੋਕ ਇੱਕ ਨਾ ਸੋਸਾਇਟੀ ਪ੍ਰੈਸ਼ਰ ਕਰਕੇ ਵੀ ਆ ਜਾਂਦੇ ਨੇ, ਕੁਛ ਲੋਕ ਘਰ ਵਾਲਿਆਂ ਦੇ ਪ੍ਰੈਸ਼ਰ ਕਰਕੇ ਵੀ ਆ ਜਾਂਦੇ ਨੇ. ਉਹਨਾਂ ਨੂੰ ਉਸ ਤਰੀਕੇ ਨਾਲ ਟੈਕਲ ਕਰਨਾ ਪੈਂਦਾ, ਬਿਕੋਜ਼ ਜਦੋਂ ਮੈਂ ਅਸੈਸਮੈਂਟ ਕਰਦਾ ਮੇਰਾ ਅੱਧਾ ਘੰਟਾ ਇਹੀ ਟਾਈਮ ਨਿਕਲਦਾ ਕਿ ਬੰਦੇ ਦੇ ਗੋਲਸ ਕੀ ਨੇ ਅਤੇ ਬੰਦੇ ਦਾ ਵਿਜ਼ਨ ਕੀ ਹੈ ਲੈ ਕੇ. ਓਕੇ. ਉਹਦੇ ਅਕੋਰਡਿੰਗਲੀ ਹਰ ਚੀਜ਼ ਚੱਲਦੀ ਹੈ. ਹੁਣ ਕੋਈ ਬੰਦੇ ਨੂੰ ਨਾ ਆ ਕੇ ਸਿਰਫ ਇਹੀ ਗੱਲ ਦੀ ਕਾਹਲੀ ਰਹਿੰਦੀ ਵੀ ਮੈਂ ਬੈਂਚ ਪ੍ਰੈਸ ਲਾ ਦਿਆਂ ਜਲਦੀ ਜੀ, ਅਤੇ ਉਹਨੂੰ ਉਸ ਤਰੀਕੇ ਨਾਲ ਟੈਕਲ ਕਰਨਾ ਪਊਗਾ, ਕਿਉਂਕਿ ਉਹ ਆਪਣੇ ਸਰਕਲ 'ਚ ਦੇਖ ਕੇ ਆਇਆ ਬਈ ਮੇਰਾ ਯਾਰ ਦੋਸਤ 100 ਕਿਲੋ ਦੀ ਲਾ ਰਿਹਾ ਅਤੇ ਮੇਰਾ ਦੂਜਾ ਯਾਰ ਦੋਸਤ 80 ਦੀ ਲਾ ਰਿਹਾ ਅਤੇ ਮੇਰੇ ਕੋਲ 50 ਦੀ ਵੀ ਨਹੀਂ ਲੱਗਦੀ, ਅਤੇ ਮੈਂ 50 ਦੀ ਲਾਣੀ ਹੈ, ਮੈਂ 50 ਦੀ ਲਾਣੀ ਹੈ 4 ਵੀਕ 'ਚ. ਉਸ ਤਰੀਕੇ ਨਾਲ ਚੱਲਣਾ ਪਊਗਾ ਕਲਾਇੰਟ ਨਾਲ. ਸੋ ਜਿਹੜੇ ਕਲਾਇੰਟ ਲੈਸ ਹੁਣ ਕੋਈ ਓਬੀਸ ਬੰਦਾ ਆਇਆ ਜੋ ਡੈਡੀਕੇਟਡ ਅੱਛੇ ਤਰੀਕੇ ਨਾਲ ਹੈਗਾ, ਸੋ ਆਈ ਨੋ ਵੈਰੀ ਫਸਟ ਜਦੋਂ ਡਾਈਟ ਵੀ ਕਰੂਗਾ ਅਤੇ ਵਰਕਆਊਟ ਵੀ ਸੋਹਣਾ ਕਰੂਗਾ. ਹੁਣ ਕੋਈ ਬੰਦਾ ਯਾਰ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ, ਵੀਰ ਤੂੰ ਇੱਕ ਕੰਮ ਕਰ, ਤੂੰ ਹਫ਼ਤੇ 'ਚ 5 ਦਿਨ ਨਾ ਦੇ, ਤੂੰ ਮੈਨੂੰ ਤੂੰ ਹਫ਼ਤੇ 'ਚ 3 ਦਿਨ ਦੇ, ਅਤੇ ਤੂੰ ਡਾਈਟ ਈਜ਼ੀ ਤਰੀਕੇ ਨਾਲ ਕਰਨੀ ਸ਼ੁਰੂ ਕਰ. ਦ ਥਿੰਗਸ ਯੂ ਆਰ ਈਟਿੰਗ ਜਸਟ ਕੱਟ ਦੋਸ. ਠੀਕ ਹੈ ਜੀ, ਸ਼ੂਗਰ ਕੱਟ ਦੇ ਆਪਣੀ ਡਾਈਟ 'ਚੋਂ. ਜੇ ਤੂੰ 4 ਵਾਰ ਪੀਣਾ ਅਤੇ 2 ਵਾਰ ਕਰ ਦੇ. ਜੇ ਤੂੰ ਲੈਟਸ ਸੇ ਯੂ ਆਰ ਹੈਵਿੰਗ 2 ਸਪੂਨਸ 1 ਸਪੂਨ ਕਰ ਦੇ. ਅਗਰ ਪੂਰੇ ਕੱਪ ਚਾਹ ਦਾ ਪੀਣਾ ਇੱਦਾਂ ਕਰ ਦੇ. ਅਗਰ 4 ਰੋਟੀਆਂ ਖਾਣਾ ਅਤੇ 2 ਕਰ ਦੇ. ਇੱਥੋਂ ਸਟਾਰਟ ਕਰ. ਡੋਂਟ ਕੱਟ ਆਫ ਦ ਥਿੰਗਸ, ਜਸਟ ਟਰਾਈ ਟੂ ਮਿਨੀਮਾਈਜ਼ ਦ ਥਿੰਗਸ. ਦੈਨ ਸਲੋਲੀ ਐਂਡ ਗ੍ਰੈਜੂਅਲੀ ਸਟਾਰਟ ਬਿਲਡਿੰਗ ਅ ਗੁੱਡ ਹੈਬਿਟ. ਓਕੇ. ਬਿਕੋਜ਼ ਜਿਹੜੀ ਜਿਮ ਹੈ ਨਾ ਵੀਰੇ, ਗੇਮ ਲਾਈਫ ਸਟਾਈਲ ਦੀ ਹੈ. ਲਾਈਫ ਸਟਾਈਲ ਚੇਂਜ ਕਰੋਗੇ ਤਾਂ ਕੁਛ ਬਣੂਗਾ, ਨਹੀਂ ਤਾਂ ਕੁਛ ਨਹੀਂ ਬਣਨਾ. ਮੈਂ ਕਹਿੰਦਾ ਕਿ ਚੀਜ਼ਾਂ ਟਰੈਂਡਿੰਗ ਬਹੁਤ ਚੱਲਦੀਆਂ ਨੇ, ਚਾਹੇ ਕੀਟੋ ਡਾਈਟ ਆ. ਮੇਰੇ ਕੋਲ ਕਲਾਇੰਟ ਆ ਕੇ ਕਹਿੰਦੇ ਨੇ ਤੁਸੀਂ ਕੀਟੋ ਦੇ ਦਿਓ ਸਾਨੂੰ ਡਾਈਟ. ਮੈਂ ਕਿਹਾ ਮੈਨੂੰ ਬਣਾਉਣੀ ਆਉਂਦੀ, ਆਈ ਨੋ ਹਾਊ ਥਿੰਗਸ ਵਰਕ. ਕੀਟੋ ਬਾਰੇ ਵੀ ਕਰ ਦੇਂਗੇ? ਹਾਂ, ਕੀਟੋ ਵੀ ਹੋ ਸਕਦੀ ਹੈ, ਮਾੜੀ ਚੀਜ਼ ਨਹੀਂ ਹੈਗੀ ਉਹ. ਜਾਂ ਲਾਈਕ ਬਹੁਤ ਜਿਹੜੇ ਓਬੀਜ਼ ਨੇ ਆਉਂਦੀ ਇੱਦਾਂ ਨੇ, ਤੁਸੀਂ ਮੈਨੂੰ ਕੀਟੋ ਦੇ ਦਿਓ. ਮੈਂ ਕਿਹਾ ਯਾਰ ਮੈਂ ਨਹੀਂ ਕਹਿੰਦਾ ਮੈਂ ਪ੍ਰਮੋਟ, ਹਾਂ ਠੀਕ ਹੈ ਤੁਸੀਂ ਕਰਨਾ ਚਾਹੁੰਦੇ ਕੁਛ ਟਾਈਮ ਵਾਸਤੇ ਕਰ ਲੈਣਾ, ਬਟ ਦੈਟ ਇਜ਼ ਨਾਟ ਸਮਥਿੰਗ ਵਿਚ ਇਜ਼ ਸਸਟੇਨੇਬਲ ਫॉर ਅ ਲੌਂਗਰ ਟਾਈਮ.
ਤੁਸੀਂ ਬੋਡੀ ਬਿਲਡਰ ਬਣਨ ਨਹੀਂ ਆਏ, ਤੁਸੀਂ ਇੱਕ ਫਿਟਨੈਸ ਜਨਰਲ ਫਿਟਨੈਸ ਕਰਨ ਆਏ ਹੋ ਮੇਰੇ ਕੋਲ। ਤੁਸੀਂ ਜਦੋਂ ਪਤਲੇ ਹੋਣਾ ਤੇ ਤੁਸੀਂ ਉਸ ਤਰੀਕੇ ਨਾਲ ਪਤਲੇ ਹੋ ਨਾ ਜਿਹੜੇ ਤਰੀਕੇ ਨਾਲ ਅੱਗੇ ਪਤਲੇ ਰਹਿ ਵੀ ਸਕੋ। ਇੱਕ ਨਾਰਮਲ ਲਾਈਫ ਸਟਾਈਲ 'ਚੋਂ ਆਪਣੀ ਡਾਈਟ ਪਿਕ ਕਰੋ ਤੇ ਇੱਕ ਨਾਰਮਲ ਲਾਈਫ ਸਟਾਈਲ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ। ਜਿਵੇਂ ਕਿ ਇੰਗਲਿਸ਼ ਵਿੱਚ ਇੱਕ ਕੋਟ ਬੋਲਦੇ ਆ ਕਿ ਇਟਸ ਨਾਟ ਡਿਫਿਕਲਟ ਟੂ ਬਿਕਮ ਸਕਸੈਸਫੁਲ, ਇਟਸ ਡਿਫਿਕਲਟ ਟੂ ਮੇਨਟੇਨ ਯੋਰ ਸਕਸੈਸਫੁਲ ਸਕਸੈਸ ਹੈ ਨਾ। ਦੈਟਸ ਦ ਥਿੰਗ। ਕਿਉਂਕਿ ਅੱਜ ਜੇ ਕੋਈ ਮੇਰੇ ਕੋਲ ਆ ਕੇ 10 ਕਿਲੋ ਲੂਜ਼ ਕਰਕੇ ਚਲਾ ਜਾਂਦਾ, ਲੈਟਸ ਸੇ 20 ਕਿਲੋ ਲੂਜ਼ ਕਰਕੇ ਚਲਾ ਜਾਂਦਾ 3 ਮਹੀਨੇ 'ਚ, ਤੇ ਉਹਨੇ ਦੁਬਾਰਾ ਉਹੀ ਲਾਈਫ ਸਟਾਈਲ ਸ਼ੁਰੂ ਕਰਤਾ ਜਿੱਥੋਂ ਆਇਆ ਸੀਗਾ, ਤੇ ਉਹਨੇ ਉਨੀ ਜਲਦੀ ਗੇਨ ਕਰ ਲੈਣਾ ਜੀ। ਤੇ ਫਿਰ ਮੇਰੇ ਵਰਗਾ ਕੋਈ ਦੁਬਾਰਾ ਲੱਭੂਗਾ ਉਹ। ਫੇਅਰ ਇਨਫ। ਐਂਡ ਉਹਦੇ ਨਾਲ ਉਹਨਾਂ ਨੂੰ ਰਿਗਰੈਟ 'ਚ ਜਾਣਗੇ, ਉਹ ਡਿਸਅਪਾਇੰਟ ਹੋਣਗੇ ਉਹਦੇ ਨਾਲ। ਦੁਬਾਰਾ ਬਹੁਤ ਔਖਾ ਲੱਗਦਾ ਵੀਰੇ ਕਰਨਾ ਔਨ ਅ ਸੀਰੀਅਸ ਨੋਟ। ਮੇਰੇ ਕਲਾਇੰਟਸ ਨੂੰ ਮੈਂ ਸਾਰਿਆਂ ਨੂੰ ਕਹਿੰਦਾ ਵੀਰੇ ਇੱਕ ਵਾਰ ਆਇਓ ਤੇ ਕਰ ਲਓ ਚੱਜ ਨਾਲ। ਜੇ ਇੱਕ ਵਾਰ ਹੁਣ ਡ੍ਰੌਪ ਕਰਕੇ ਦੁਬਾਰਾ ਤੁਸੀਂ 2-3 ਸਾਲ ਨਾਮ ਨਹੀਂ ਲਓਗੇ ਜਿਮ ਜਾਣ ਦਾ, ਐਂਡ ਦੈਟਸ ਫॉर ਸ਼ੋਰ। ਇੱਕ ਸ਼ਾਰਟ ਟਰਮ ਜਿਹੜੀ ਜਰਨੀ ਹੈ ਨਾ ਸਾਡੇ ਲੋਕਾਂ ਵਿੱਚ, ਉਹ ਨਹੀਂ ਨਿਕਲਦੀ ਕਿ ਜਿਮ ਜਾਣਾ ਯਾਰ ਠੀਕ ਹੈ। ਇੱਕ ਨਾ ਮੇਰੇ ਕੋਲ ਕਲਾਇੰਟ ਹੈ, ਮੇਰੇ ਕੋਲ ਜਦੋਂ ਆਏ ਸੀਗੇ ਨਾ ਲਾਸਟ ਈਅਰ, ਉਹ ਮੇਰੇ ਕੋਲ 2-3 ਸੈਸ਼ਨ ਲੈਂਦੇ ਨੇ ਵੀਕ ਦੇ। ਹੀ ਨੋਜ਼ ਹਾਊ ਟੂ ਡੂ ਦਾ ਵਰਕ ਐਂਡ ਯੂ ਨੋ ਹਾਊ ਥਿੰਗਸ ਵਰਕ। ਹੀ ਜਸਟ ਏਅਰ ਕੋਈ ਬੇਸਿਕ ਪ੍ਰੋਬਲਮਸ ਆ ਗਈ ਡਾਈਟ ਵਿੱਚ, ਵਰਕਆਊਟ ਵਿੱਚ, ਜਾਂ ਲੈ ਲਓ ਇੱਕ ਰੂਟੀਨ ਬਣਾਉਣੇ ਵਾਸਤੇ ਮੇਰੇ ਕੋਲ ਆਉਂਦੇ ਨੇ ਉਹ। ਅਤੇ ਹੀ ਕੇਮ ਇਨ ਕਹਿੰਦੇ ਭਾਈ ਯਾਰ ਮੇਰੇ ਵਾਸਤੇ ਜਿੱਦਾਂ ਮੈਂ ਕੰਮ 'ਤੇ ਜਾਣਾ, ਜਿੱਦਾਂ ਮੈਂ ਰੋਟੀ ਖਾਣਾ, ਉੱਦਾਂ ਮੇਰੇ ਵਾਸਤੇ ਜਿਮ ਹੈ। ਅੱਛਾ। This will be a part of my life now and he's on it. It's been a year. Actually ਉਹਨਾਂ ਦਾ ਪਾਰਟ ਆ ਲਾਈਫ ਸਟਾਈਲ ਦਾ and he is working as per that only. 1 ਸਾਲ ਹੋ ਗਿਆ, ਸੋਹਣਾ weight lose ਕਰ ਲਿਆ, ਕਦੇ ਆਫ ਵੀ ਚਲਾ ਜਾਂਦਾ ਬੰਦਾ। ਹਾਂ ਤੁਸੀਂ 1 ਸਾਲ ਆਪਣੀ ਬੋਡੀ ਕੋਲੋਂ ਕੰਸਿਸਟੈਂਟ ਵੇ ਨਾਲ ਇੱਕ ਤਰੀਕੇ ਨਾਲ ਐਕਸਪੈਕਟ ਵੀ ਨਹੀਂ ਕਰ ਸਕਦੇ ਨਾ ਕਿ ਸਾਲ ਹੀ ਸਾਲ ਬੰਦਾ ਜਿਮ ਵੀ ਜਾਂਦਾ ਰਹੂਗਾ ਜਾਂ ਸਾਲ ਹੀ ਸਾਲ ਬੰਦਾ ਲੈਟਸ ਸੇ ਇੱਕ ਪ੍ਰੋਪਰ ਡਾਈਟ 'ਤੇ ਰਹੂਗਾ। ਪ੍ਰੋਪਰ ਡਾਈਟ ਦਾ ਮਤਲਬ ਹੈ ਜਿਹੜੀ ਡਾਈਟ ਤੁਸੀਂ ਲੌਂਗ ਟਰਮ ਫੋਲੋ ਕਰ ਸਕੋ, ਨਾ ਕਿ ਉਹ ਡਾਈਟ ਜਿਹੜੀ ਤੁਹਾਨੂੰ ਬਰਡਨ ਲੱਗੇਗੀ 3 ਮਹੀਨੇ ਵਾਸਤੇ। ਜੇ ਤੁਸੀਂ ਮੈਨੂੰ ਅੱਜ $500 ਦੇ ਕੇ ਡਾਈਟ ਜਾਂ ਵਰਕਆਊਟ ਕਰਨਾ ਸ਼ੁਰੂ ਕਰਤਾ, ਤੇ ਉਹ ਜਿਹੜਾ ਪ੍ਰੈਸ਼ਰ ਹੈ ਨਾ 500 ਦਾ, ਉਹੀ ਕਰਾਈ ਜਾਂਦਾ ਉਹ। ਤੁਹਾਨੂੰ ਪਸੰਦ ਨਹੀਂ ਆ ਰਹੀ ਡਾਈਟ ਉਹ ਜੀ, ਸਮਝ ਰਹੇ ਹੋ। ਅਗਰ ਚੀਜ਼ ਅੱਛੀ ਹੋਊਗੀ ਤੁਸੀਂ ਲੌਂਗ ਟਰਮ ਆਪੇ ਫੋਲੋ ਕਰ ਲਓਗੇ। ਸੋ ਮੇਰੀ ਅਪਰੋਚ ਉਹੀ ਹੈ ਕਿ ਸ਼ਾਰਟ ਟਰਮ ਚੀਜ਼ਾਂ ਵਾਲੇ ਪਾਸੇ ਨਾ ਜਾਏ। ਜੇ ਜਿਹੜੀ ਚੀਜ਼ ਕੁਛ ਟਾਈਮ ਵਾਸਤੇ ਫੋਲੋ ਕੀਤੀ ਜਾ ਸਕਦੀ ਹੈ, ਦੈਟ ਵਿਲ ਨਾਟ ਹੈਲਪ ਯੂ ਜੀ। ਅਤੇ ਤੁਸੀਂ ਵੀ ਜੀ ਹਾਈ ਇੰਟੈਂਸਿਟੀ ਜਿਹੜੇ ਤੁਸੀਂ ਪ੍ਰੋਗਰਾਮ ਬਾਰੇ ਦੱਸ ਰਹੇ, ਜਿਹੜੇ ਤੁਸੀਂ ਐਵਰੀ ਫਰਾਈਡੇ ਕਰਾਉਂਦੇ ਹੋ, ਸੋ ਸੇ ਸਮਵਨ ਤੁਹਾਡੇ ਕੋਲ ਕੋਈ ਆ ਰਿਹਾ ਜਿਹੜਾ ਅੰਡਰਵੇਟ ਹੈ ਅਤੇ ਉਹ ਮਾਸ ਗੇਨ ਕਰਨਾ ਚਾਹ ਰਿਹਾ, ਆਪਣਾ ਮਸਲ ਗੇਨ ਹੈ ਨਾ, ਟੋਟਲ ਵੇਟ ਵਧਾਉਣਾ ਚਾਹ ਰਿਹਾ, ਉਹ ਵੀ ਫਿਰ ਇਨਵੋਲਵ ਕੀਤੇ ਜਾਂਦੇ ਹਾਈ ਇੰਟੈਂਸਿਟੀ ਵਿੱਚ ਕਿ ਉਹਦੇ ਵਿੱਚ ਕੈਲੋਰੀ ਡੈਫਿਸਿਟ ਆ ਜਾਂਦੀ ਹੈ? ਦੇਖੋ ਉਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਕਿ ਐਂਡੋਰੈਂਸ 'ਤੇ ਜ਼ਿਆਦਾ ਕੰਮ ਕੀਤਾ ਜਾਏ, ਕਿ ਬੰਦੇ ਦੇ ਸਟੈਮਿਨਾ 'ਤੇ ਜ਼ਿਆਦਾ ਕੰਮ ਕੀਤਾ ਜਾਏ। ਬਟ ਜੇ ਕੋਈ ਬੰਦਾ ਲੈਟਸ ਸੇ ਨੂੰ ਵੇਟ ਗੇਨ ਕਰਨ ਲਈ ਆ ਰਿਹਾ, ਉਹਦਾ ਥੋੜ੍ਹਾ ਜਿਹਾ ਅਲੱਗ ਹੋ ਜਾਂਦਾ। ਮੈਂ ਸੁਪਰ ਸੈਟ 'ਤੇ ਜ਼ਰੂਰ ਪਾ ਦਿੰਦਾ ਉਹਨੂੰ, ਬਟ ਕੋਸ਼ਿਸ਼ ਕਰਦਾ ਕਿਉਂਕਿ ਜਿਹੜਾ ਬੰਦਾ ਪਤਲਾ ਆਉਂਦਾ ਨਾ, ਉਹਦੇ ਵਾਸਤੇ ਥੋੜ੍ਹੀ ਜਰਨੀ ਜ਼ਿਆਦਾ ਪੇਸ਼ੈਂਸ ਵਾਲੀ ਹੁੰਦੀ ਹੈ। ਓਕੇ, ਜੋ ਮੇਰਾ ਪਰਸਨਲ ਐਕਸਪੀਰੀਅੰਸ ਰਿਹਾ, ਕਿਉਂਕਿ ਜਿਹੜਾ ਬੰਦਾ ਫੈਟ ਟੂ ਫਿਟ ਹੋਣਾ ਹੈ ਨਾ, ਫੈਟੀ ਜ਼ਿਆਦਾ, ਉਹਨੂੰ ਰਿਜ਼ਲਟ ਵੀ ਜਲਦੀ ਦਿਖਦੇ ਨੇ ਬਿਕੋਜ਼ ਬੋਡੀ ਚੇਂਜਸ ਜਲਦੀ ਦਿਖਾਉਂਦੀ ਹੈ। ਪਤਲੇ ਬੰਦੇ ਨੂੰ ਜਿਹੜੇ ਰਿਜ਼ਲਟਸ ਨੇ ਥੋੜ੍ਹੇ ਜਿਹੇ ਲੂਜ਼ ਤਰੀਕੇ ਨਾਲ ਦਿਖਦੇ ਨੇ। ਓਕੇ, ਉਹਦੇ ਵਾਸਤੇ ਪੇਸ਼ੈਂਸ ਆਲਰੇਡੀ ਜ਼ਿਆਦਾ। ਸੋ ਇੱਕ ਨਾ ਪਤਲਿਆਂ 'ਚ ਬੜਾ ਗੰਦਾ ਕੰਸੈਪਟ ਜਾ ਕੇ ਉਹ ਮੈਨੂੰ ਇੱਕ ਬੰਦਾ ਕਹਿੰਦਾ ਇੱਕ ਮੈਨੂੰ ਮੇਰੇ ਕੋਈ ਨਵੀਂ ਕਲਾਇੰਟ ਆਈ ਅਤੇ ਉਹ ਕਹਿੰਦੀ ਯਾਰ ਤੁਸੀਂ ਮੈਨੂੰ ਕਾਰਡੀਓ ਨਾ ਕਰਾਇਆ ਕਰੋ, ਅਤੇ ਮੇਰਾ ਬ੍ਰਦਰ ਕਹਿੰਦਾ ਸੀ ਕਿ ਨਾਲ ਤਾਂ ਵੇਟ ਲੂਜ਼ ਹੋ ਜਾਊਗਾ ਹੋਰ। ਅੱਛਾ ਜੀ। ਅਤੇ ਮੈਂ ਕਿਹਾ ਯਾਰ ਤੁਸੀਂ ਵੇਟ ਗੇਨ ਕਰਨਾ ਚਾਹ ਰਹੇ? ਹਾਂਜੀ। ਅਤੇ ਮੈਂ ਕਿਹਾ ਫਿਰ ਥੋੜ੍ਹਾ ਹਾਰਟ ਦੀ ਕੰਡੀਸ਼ਨ ਵੀ ਤਾਂ ਦੇਖਣਾ ਪੈਣਾ। ਕਾਰਡੀਓ ਇਸ ਫॉर ਕਾਰਡੀਅਕ ਇਜ਼ ਹਾਰਟ ਨੂੰ ਵੀ ਤਾਂ ਦੇਖਣਾ ਪਊਗਾ ਥੋੜ੍ਹਾ। ਮੈਂ ਨਹੀਂ ਕਹਿੰਦਾ ਮੈਂ ਡਾਕਟਰ ਹਾਂ, ਬਟ ਸਟਿਲ ਯੂ ਹੈਵ ਟੂ ਵਰਕ ਔਨ ਯਰ ਕਾਰਡੀਓ ਐਕਟੀਵਿਟੀਜ਼ ਟੂ। ਬੇਸਿਕ ਸਾਇੰਸ। ਹਾਂਜੀ। ਜੇ ਮੈਂ ਤੁਹਾਨੂੰ ਵਰਕਆਊਟ 'ਤੇ ਪਾਤਾ ਥੋੜ੍ਹਾ, ਤੁਸੀਂ ਯੂ ਸਟਾਰਟ ਪਿਊਕਿੰਗ, ਅਰ ਤੁਹਾਡੇ ਕੋਲ ਸਟੈਮਿਨਾ ਹੀ ਨਹੀਂ ਹੈਗਾ। I have seen people who don't work out, who don't do cardio, but ਉਹ ਸੁਪਰ ਸੈਟ 'ਚ ਐਕਸਰਸਾਈਜ਼ ਕਰਦੇ ਨੇ। ਉਹਨਾਂ ਦਾ ਜਿਹੜਾ ਥਰੂ ਆਊਟ ਦਾ ਵਰਕਆਊਟ ਆ 130-120 ਮੇਨਟੇਨ ਰਹਿੰਦੀ ਹੈ ਹਾਰਟ ਰੇਟ। ਅੱਛਾ ਜੀ। ਦੇ ਆਰ ਡੂਇੰਗ ਵਰਕਆਊਟ ਇਨ ਫਾਰਮ ਆਫ ਕਾਰਡੀਓ ਓਨਲੀ। ਬਟ ਅਗਰ ਤੁਹਾਡਾ ਹਾਰਟ ਰੇਟ ਜਾ ਹੀ ਨਹੀਂ ਸਕਦਾ ਉਸ ਲੈਵਲ 'ਤੇ, ਅਤੇ ਮੈਂ ਕੀ ਕਰਾਂਗਾ ਉਹਦੇ ਵਾਸਤੇ? ਫਿਰ ਆਈ ਹੈਵ ਟੂ ਮੇਕ ਇਟ ਡੂ ਕਾਰਡੀਓ, ਰਾਈਟ। ਉਹ ਚੀਜ਼ਾਂ ਨਾ ਇੱਕ ਪਾਸੇ ਸੁਣ ਕੇ ਲੋਕ ਸ਼ੁਰੂ ਹੋ ਜਾਂਦੇ ਨੇ। ਇੱਕ ਚੀਜ਼ ਸੁਣ ਲਈ, ਅੱਛੀ ਲੱਗੀ, ਹਾਂ ਠੀਕ ਹੈ ਯਾਰ। ਐਂਡ ਜਸਟ ਟੂ ਕੱਟ ਯੂ ਜੀ, ਤੁਸੀਂ ਸੁਪਰ ਸੈਟ ਕਹਿ ਰਹੇ ਹੋ, ਸੁਪਰ ਸੈਟ ਮਤਲਬ ਵੇਟ ਟ੍ਰੇਨਿੰਗ? ਸੁਪਰ ਸੈਟ ਮਤਲਬ 2 ਐਕਸਰਸਾਈਜ਼ਾਂ ਇਕੱਠੇ। ਓਕੇ, ਲੈਟਸ ਸੇ ਮੈਂ ਚੈਸਟ ਔਰ ਬੈਕ ਇਕੱਠੀ ਕਰਾਤੀ, ਇੱਕ ਚੈਸਟ ਦਾ ਲਾਇਆ, ਇੱਕ ਬੈਕ ਦਾ ਸੈਟ ਲਾਇਆ, ਅਤੇ ਦੋਵੇਂ ਇਕੱਠੇ ਕਰਾ ਕੇ ਉਸ ਤੋਂ ਬਾਅਦ ਰੈਸਟ। ਸੋ ਦੈਟ ਇਜ਼ ਕਾਊਂਟਡ ਐਜ਼ 1 ਸੈਟ। ਐਂਡ ਉਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਡਾਈਟ 'ਤੇ ਵੀ ਫੋਕਸ ਕਰ ਰਹੇ ਹੋ ਕਿ ਜ਼ਿਆਦਾ ਜਿਵੇਂ ਫੈਟਸ ਜਾਂ ਕਾਰਬਸ 'ਤੇ ਜ਼ਿਆਦਾ ਦੇ? ਹਾਂਜੀ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ, ਆਈਲ ਸਜੈਸਟ ਦੈਮ ਹਾਊ ਥਿੰਗਸ ਵਰਕ। ਓਕੇ, ਹਾਂਜੀ। ਜਿੱਦਾਂ ਕਿ ਲੈਟਸ ਸੇ ਤੁਸੀਂ ਕੋਈ ਕਲਾਇੰਟ ਆ ਮੇਰੇ ਕੋਲ ਜਿਹੜਾ ਪਿਛਲੇ ਲੈਟਸ ਸੇ 3 ਮਹੀਨੇ ਤੋਂ ਹੈ, ਮੈਨੂੰ ਪਤਾ ਹੁਣ 1800 ਕੈਲਰੀ 'ਤੇ ਹੈ, ਅਤੇ ਉਹਨੇ ਚੰਗਾ ਲੂਜ਼ ਕਰ ਲਿਆ। ਸੋ ਨਾਓ ਵਾਟ ਵਿਲ ਡੂ ਇਜ਼ ਅਸੀਂ ਕਾਰਬ ਅਪ ਕਰ ਦਾਂਗੇ ਥੋੜ੍ਹੇ ਜਿਹੇ, ਐਂਡ ਵਿਲ ਟਰਾਈ ਟੂ ਗੇਨ ਮਸਲ ਨਾਓ। ਹੁਣ ਇੱਕ ਵਾਰ ਉਹਨੇ ਚੰਗਾ ਫੈਟ ਲੋਸ ਕਰ ਲਿਆ, ਬੋਡੀ ਨੇ ਅੱਛਾ ਫੈਟ ਲੋਸ ਦਿਖਾਤਾ, ਹੁਣ ਮਸਲ ਗੇਨ ਦੀ ਵਾਰੀ ਹੈ, ਅਤੇ ਥੋੜ੍ਹਾ ਜਿਹਾ ਹਾਈਪਰਟ੍ਰੋਫੀ ਫੇਸ ਚਲੇ ਜਾਵਾਂਗੇ। ਲੈਟਸ ਸੇ ਹੁਣ ਜਿਮ 'ਚ ਲੋਕ ਰੈਪੀਟੇਸ਼ਨ ਰੇਂਜ ਨੂੰ ਨਹੀਂ ਸਮਝਦੇ। 3 ਤਰੀਕੇ ਦੇ ਫੇਸ ਨੇ ਜਿਮ 'ਚ ਜਦੋਂ ਅਸੀਂ ਕੰਮ ਕਰਦੇ ਹਾਂ। ਓਕੇ, ਇੱਕ ਹੈ ਐਂਡਿਓਰੈਂਸ ਫੇਸ,
ਇੱਕ ਹੈ ਤੁਹਾਡਾ ਹਾਈਪਰਟ੍ਰਾਫੀ ਦਾ ਫੇਸ, ਇੱਕ ਹੈ ਤੁਹਾਡਾ ਸਟਰੈਂਥ ਫੇਸ। ਐਂਡਿਓਰੈਂਸ 'ਤੇ ਮੈਂ ਆਪਣੇ ਕਲਾਇੰਟਸ ਨੂੰ ਇਨੀਸ਼ੀਅਲੀ ਰੱਖਦਾ 4 ਤੋਂ 8 ਵੀਕ। 8 ਵੀਕ ਤੋਂ ਤੁਸੀਂ ਮੰਨ ਕੇ ਚਲੋ ਕਿ ਰੈਪੀਟੇਸ਼ਨ ਜਿਹੜੀ ਰੇਂਜ ਆ 15+, 12 to 15 ਜਾਂ 15+ ਰਹੂਗੀ। ਉਹਦੇ ਵਿੱਚ ਆਪਾਂ ਐਂਡਿਓਰੈਂਸ 'ਤੇ ਕੰਮ ਕਰ ਰਹੇ ਹਾਂ, ਠੀਕ ਹੈ, ਕਿ ਤੁਹਾਡੀ ਬੋਡੀ ਹੈਬਿਟ ਵਿੱਚ ਆ ਜੇ, ਥੋੜ੍ਹੀ ਐਂਡਿਓਰੈਂਸ ਬਣੇ, ਥੋੜ੍ਹੇ ਮਸਲਸ ਦੀ ਵੀ, ਕਿ ਰੈਪੀਟੇਸ਼ਨ ਨੂੰ ਲੈ ਸਕਣ ਅਤੇ ਉਹ ਲੋਡ ਨੂੰ ਲੈ ਸਕਣ। ਉਸ ਤੋਂ ਬਾਅਦ ਆਉਂਦਾ ਹਾਈਪਰਟ੍ਰਾਫੀ ਫੇਸ, ਜਿਹਦੇ ਵਿੱਚ ਸੈਟ ਰੇਂਜ ਆ ਜਾਂਦੀ ਹੈ, ਰੈਪੀਟੇਸ਼ਨ ਰੇਂਜ ਆ ਜਾਂਦੀ ਹੈ 8 ਤੋਂ 12 ਦੀ। ਓਕੇ, ਠੀਕ ਹੈ ਜੀ। ਯੂ ਕੈਨ ਸਟਾਰਟ ਫਰੋਮ 12 ਐਂਡ ਯੂ ਕੈਨ ਐਂਡ ਦ ਲਾਸਟ ਐਟ 8। ਉਹਨੂੰ ਕਹਿੰਦੇ ਆਪਾਂ, ਸੋ ਹਾਈਪਰਟ੍ਰਾਫੀ ਦਾ ਮਤਲਬ ਹੈ ਮਸਲ ਗੇਨ। ਅੱਛਾ ਜੀ। ਉਹ ਮਸਲ ਗੇਨਿੰਗ ਦੀ ਸਪੈਸੀਫਿਕ ਇੱਕ ਫੇਸ ਹੈ ਕਿ ਤੁਸੀਂ ਹਾਈਪਰਟ੍ਰਾਫੀ 'ਤੇ ਆਪਣੇ ਵੇਟ ਵਧਾ ਰਹੇ ਹੋ, ਤੁਸੀਂ ਆਪਣੇ ਬੈਂਚ 'ਤੇ ਜਾਂ ਮਸ਼ੀਨਸ 'ਤੇ ਜਾਂ ਸਕੁਆਟ 'ਤੇ ਕਿਤੇ ਵੀ। ਇਹ ਕਹਿੰਦਾ ਸਟਰੈਂਥ ਫੇਸ, ਜਿੱਥੇ ਤੁਸੀਂ ਮੈਕਸੀਮਮ ਲਿਫਟ ਕਰਨਾ ਚਾਹ ਰਹੇ ਹੋ। ਲੈਸੇ ਜਿਹੜੇ ਪਾਵਰ ਲਿਫਟਰ ਨੇ ਉਹ ਸਟਰੈਂਥ ਵਿੱਚ ਹੀ ਰਹਿੰਦੇ ਨੇ ਮੈਕਸੀਮਮ ਟਾਈਮ। ਸੋ ਇਹ ਫੇਜ਼ਿਸ ਹੁੰਦੇ ਨੇ। ਜਦੋਂ ਤੁਸੀਂ ਜਿਮ ਸਟਾਰਟ ਕਰਦੇ ਹੋ, ਤੁਹਾਡੇ ਟ੍ਰੇਨਰ ਨੂੰ ਜ਼ਿਆਦਾ ਪਤਾ ਤੁਹਾਡੇ ਨਾਲੋਂ ਕਿ ਕਿਹੜੇ ਫੇਸ 'ਚ ਕੰਮ ਕਰਾ ਰਿਹਾ। ਕਿ ਮੈਨੂੰ ਪਤਾ ਕਿ ਮੈਂ ਆਪਣੇ 8 ਤੋਂ ਲੈਟਸ ਸੇ 6 to 10 ਵੀਕਸ ਮੇਰੇ ਕਲਾਇੰਟਸ ਐਂਡੋਰੈਂਸ ਫੇਸ 'ਤੇ ਰਹਿਣਗੇ, ਡਿਪੈਂਡਿੰਗ ਔਨ ਦਾ ਬੋਡੀ ਟਾਈਪ ਐਂਡ ਦਾ ਫਿਟਨੈਸ ਗੋਲਸ ਦੇ ਹੈਵ ਜੀ। ਉਸ ਤੋਂ ਬਾਅਦ ਮੈਂ 8 ਤੋਂ 6 ਤੋਂ 8 ਵੀਕ ਉਹਨਾਂ ਨੂੰ ਫਿਟਨੈਸ ਉਹਦੇ ਵਿੱਚ ਰੱਖਾਂਗਾ, ਹਾਈਪਰਟ੍ਰਾਫੀ ਵਿੱਚ। 2 ਤੋਂ 4 ਵੀਕ ਦੀ ਮੇਰੀ ਸਟਰੈਂਥ ਰਹਿੰਦੀ ਹੈ, ਬਿਕੋਜ਼ ਸਟਰੈਂਥ ਵਿੱਚ ਇੰਜਰੀ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਅਤੇ ਉਹਦੇ ਜਿਹੜਾ ਮੈਂ ਰੈਪੀਟੇਸ਼ਨ ਤੁਹਾਨੂੰ ਦੱਸਣਾ ਭੁੱਲ ਗਿਆ, ਰੈਪੀਟੇਸ਼ਨ ਰੇਂਜ ਆ ਜਾਂਦੀ ਉਹਦੇ ਵਿੱਚ 4 ਤੋਂ ਲੈ ਕੇ 8 ਤੱਕ ਦੀ, ਕਿਤੇ 1 to 6 ਵੀ ਕਹਿੰਦੇ ਨੇ, ਬਟ ਮੈਂ 4 to 6 ਰੱਖਦਾ ਹੀ ਹਾਂ ਉਹਦੇ ਵਿੱਚ ਜੀ। 4 to 6 ਜਾਂ 4 to 8 ਰੈਪੀਟੇਸ਼ਨਸ। ਓਕੇ, ਸਟਰੈਂਥ ਵਿੱਚ ਵੀ, ਕਿਉਂਕਿ ਇਹ ਪਾਵਰ ਲਿਫਟਰ ਤਾਂ ਨਹੀਂ ਬਣਨਾ, ਆਪਾਂ ਸਟਰੈਂਥ 'ਤੇ ਕੰਮ ਕਰ ਰਹੇ ਹਾਂ, ਇੰਨੇ ਕੁ ਰੈਪੀਟੇਸ਼ਨਸ ਆਪਾਂ ਕਰ ਸਕਦੇ ਹਾਂ। ਸੋ ਲੋਕ 15 ਤੋਂ ਸ਼ੁਰੂ ਕਰਦੇ ਨੇ ਅਤੇ 4 'ਤੇ ਖ਼ਤਮ ਕਰਦੇ ਨੇ। ਉਹਦੇ ਵਿੱਚ ਐਂਡਿਓਰੈਂਸ ਵੀ ਆ ਗਈ, ਹਾਈਪਰਟ੍ਰਾਫੀ ਵੀ ਆ ਗਈ ਅਤੇ ਸਟਰੈਂਥ ਵੀ ਆ ਗਈ। ਸੋ ਉਹ ਚੀਜ਼ਾਂ ਦਾ ਪਤਾ ਹੋਣਾ ਜ਼ਰੂਰੀ ਹੈ। ਮੈਂ ਹਰ ਕਿਸੇ ਨੂੰ ਇਹੀ ਗੱਲ ਕਹਿਣਾ ਕਿ ਜੇ ਤੁਹਾਨੂੰ ਜਿਮ ਬਾਰੇ ਜਾਂ ਫਿਟਨੈਸ ਬਾਰੇ ਨਹੀਂ ਪਤਾ, ਇੱਕ ਪ੍ਰੋਫੈਸ਼ਨਲ ਹਾਇਰ ਕਰੋ ਜ਼ਰੂਰ। ਓਨੇ ਕੁ ਟਾਈਮ ਵਾਸਤੇ ਕਰ ਲਓ ਕਿ ਤੁਹਾਨੂੰ ਚੀਜ਼ਾਂ ਪਤਾ ਲੱਗ ਜਾਣ ਕਿ ਫੇਸ ਕਿੱਦਾਂ ਕੰਮ ਕਰਦੇ ਨੇ, ਜਾਂ ਜਿਮ ਸਹੀ ਤਰੀਕੇ ਨਾਲ ਲਾਣੀ ਕਿੱਦਾਂ ਹੈ, ਸੁਪਰ ਸੈਟਸ ਕੀ ਹੁੰਦੇ ਨੇ, ਸਟ੍ਰੇਟ ਸੈਟਸ ਕੀ ਹੁੰਦੇ ਨੇ, ਜਾਂ HIIT ਦਾ ਵਰਕਆਊਟ ਕਿੱਦਾਂ ਲਾਣਾ ਹੈ, ਜਾਂ ਕਾਰਡੀਓ ਪਹਿਲੇ ਕਰਨੀ ਹੈ ਬਾਅਦ 'ਚ ਕਰਨੀ ਹੈ। ਉਹ ਮਤਲਬ ਨਾ ਉਹ ਕਨਫਿਊਜ਼ ਹੋ ਕੇ ਨਾ ਜਿਮ 'ਚ ਰਹੋ। ਜੇ ਤੁਸੀਂ 3 ਮਹੀਨੇ ਜਾਂ 6 ਮਹੀਨੇ ਜਿਮ 'ਚ ਲਾ ਲਿਆ, ਤੁਸੀਂ ਡਾਈਟ 'ਤੇ ਵੀ ਨਹੀਂ ਕੰਮ ਕੀਤਾ, ਜਿਮ 'ਚ ਤੁਸੀਂ ਮੈਂ ਕਹਿੰਦਾ ਜੀ ਤੋੜ ਕੇ ਮਿਹਨਤ ਕਰ ਰਹੇ ਹੋ, ਅਤੇ 6 ਮਹੀਨੇ ਬਾਅਦ ਤੁਸੀਂ ਦੇਖੋ ਯਾਰ 4 ਕਿਲੋ ਵੀ ਨਹੀਂ ਘਟਿਆ ਮੇਰਾ, ਤੇ ਉਹ ਮੁੜ ਕੇ ਜਿਮ ਲਾਉਣ ਦਾ ਜੀ ਨਹੀਂ ਕਰਨਾ। ਵਿਚ ਇਸ ਵਾਰ ਜਿਹੜੇ ਕਿੰਨੇ ਲੋਕੀ ਹੁਣ ਖੁਦ ਜਾਂਦੇ, ਖੁਦ ਲਗਾ ਕੇ ਆ ਜਾਂਦੇ ਆ ਜੀ, ਬਟ ਕਿਉਂਕਿ ਉਹ ਸਹੀ ਗਾਈਡੈਂਸ ਨਹੀਂ ਸੀ ਕਿਸੇ ਤੋਂ ਮਿਲੀ, ਜਾਂ ਕੋਈ ਪਰਸਨਲ ਟ੍ਰੇਨਰ ਨਹੀਂ ਹੈ ਜਿਹੜਾ ਮੈਂਟਰ ਤੁਹਾਨੂੰ ਕਰ ਸਕੇ, ਉਹਦੇ ਕਾਰਨ ਫਿਰ ਉਹ ਡਿਸਅਪੁਆਇੰਟ ਹੋ ਕੇ ਜਾਂਦੇ ਆ। ਸਾਡੇ ਨਾਲ ਹੋਇਆ ਵੀਰੇ ਇਨੀਸ਼ੀਅਲੀ, ਚਲੋ ਕਦੇ ਇੰਡੀਆ ਵਿੱਚ ਵੀ ਇੱਦਾਂ ਹੋਇਆ ਕਿ ਹੁਣ ਚੀਜ਼ਾਂ ਪਤਾ ਲੱਗ ਗਈ ਵੀ ਹੁਣ ਟ੍ਰੇਨਰ ਦੀ ਲੋੜ ਨਹੀਂ ਹੈਗੀ। ਨਹੀਂ ਪਤਾ ਲੱਗਦਾ ਕਦੇ ਕਿਉਂਕਿ ਯੂ ਨੈਵਰ ਨੋ ਤੁਸੀਂ ਕਿਹੜੇ ਹੱਥਾਂ 'ਚੋਂ। ਹਰ ਟ੍ਰੇਨਰ ਵੀ ਤਾਂ ਪ੍ਰੋਫੈਸ਼ਨਲ ਨਹੀਂ ਹੈਗਾ ਨਾ ਜੀ। ਕੁਝ ਟ੍ਰੇਨਰ ਸਿਰਫ ਤਾਂ ਟ੍ਰੇਨਰ ਕਿਉਂਕਿ ਉਹਨਾਂ ਦੀ ਬੋਡੀ ਅੱਛੀ ਹੈ, ਦੈਟਸ ਇਟ। ਸਮਝ ਰਹੇ ਹੋ? ਜਿਹੜੀ ਚੀਜ਼ ਨਾਲ ਮੈਨੂੰ ਰਿਜ਼ਲਟ ਮਿਲੇ ਨਾ, ਜ਼ਰੂਰੀ ਨਹੀਂ ਹੈਗਾ ਤੁਹਾਡੀ ਬੋਡੀ ਨੂੰ ਰਿਜ਼ਲਟ ਮਿਲਣ। ਫੇਅਰ ਪੁਆਇੰਟ। ਜਾਂ ਵੀਰੇ ਉਹਨਾਂ ਦੀ ਰਿਜ਼ਲਟ ਮਿਲਣ ਉਹਨਾਂ ਦੀ ਬੋਡੀ ਨੂੰ। ਬੋਡੀ ਕਦੇ ਆਪਣੇ ਤਰੀਕੇ ਨਾਲ ਵੀ ਕੰਮ ਕਰਦੀ ਹੈ, ਐਂਡ ਯੂ ਹੈਵ ਟੂ ਡੂ ਪ੍ਰੈਕਟੀਕਲਸ ਔਨ ਯੂਰ ਬੋਡੀ। ਹੁਣ ਮੈਨੂੰ ਪਤਾ ਅਗਰ ਮੇਰੀ ਬੋਡੀ ਮੇਰੀ ਬੋਡੀ ਥੋੜ੍ਹੀ ਜਿਹੀ ਅਗਰ ਮੈਂ 200 ਗ੍ਰਾਮ ਤੱਕ ਕਾਬਜ਼ ਕਰ ਦੇਣਾ ਲੀਨਿੰਗ 'ਤੇ ਮੇਰੀ ਬੋਡੀ ਥੋੜ੍ਹਾ ਸਲੋਗੀ ਫੈਟ ਛੱਡ ਦਿੰਦੀ ਹੈ। ਆਈ ਡੋਨਟ ਨੋ। ਜਾਂ ਮੇਰੀ ਬੋਡੀ ਨੂੰ ਓਟਸ ਕਦੇ ਕੁਐਕਰ ਸਪੈਸੀਫਿਕ ਕੰਪਨੀ ਦੇ ਕਦੇ ਡਾਈਜੈਸਟ ਨਹੀਂ ਹੁੰਦੇ। ਸੋ ਆਈ ਨੋ ਦੀਸ ਥਿੰਗਸ। ਜਾਂ ਇੱਕ ਸਪੈਸੀਫਿਕ ਕੰਪਨੀ ਦੀ ਬ੍ਰੈਡਸ ਨੇ ਜਿਹੜੀ ਡਾਈਜੈਸਟ ਨਹੀਂ ਹੁੰਦੀਆਂ। ਓਕੇ, ਜਸਟ ਐਨ ਐਗਜ਼ਾਮਪਲ। ਹਰ ਬੋਡੀ ਅਲੱਗ ਤਰੀਕੇ ਨਾਲ ਚੱਲਦੀ ਹੈ। ਹੁਣ ਜੇ ਮੇਰੇ ਟ੍ਰੇਨਰ ਨੇ ਮੇਰੀ ਬੋਡੀ ਇਸ ਤਰੀਕੇ ਨਾਲ ਬਣਵਾਈ ਹੈ, ਜ਼ਰੂਰੀ ਥੋੜ੍ਹੀ ਹੈ ਮੈਂ ਤੁਹਾਡੀ ਸੇਮ ਤਰੀਕੇ ਨਾਲ ਬਣਵਾ ਸਕਦਾ ਜੀ। ਔਰ ਅੱਧੇ ਲੋਕ ਤਾਂ ਜਿਮ 'ਚ ਬੋਡੀ ਬਣਾਉਣ ਆ ਵੀ ਨਹੀਂ ਰਹੇ। ਉਹਨਾਂ 'ਤੇ ਇੱਕ ਜਨਰਲ ਫਿਟਨੈਸ ਹੈ ਕਿ ਯਾਰ ਮੈਂ ਲਾਈਫ ਸਟਾਈਲ 'ਚ ਥੋੜ੍ਹਾ ਜਿਹਾ ਐਕਟਿਵ ਰਹਾਂ, ਜਾਂ ਲਾਈਫ ਸਟਾਈਲ ਮੇਰਾ ਬਹੁਤ ਲੈਥਾਰਜਿਕ ਹੋ ਚੁੱਕਾ ਹੈ ਅਤੇ ਮੈਂ ਥੋੜ੍ਹਾ ਪੇਟ ਘੱਟ ਕਰ ਲਾਂ, ਦੈਟਸ ਇਟ। ਉਹਨਾਂ ਨੂੰ ਫੋਕਸ ਹੀ ਮਸਲ ਗੇਨ, ਬੋਡੀ ਬਿਲਡਿੰਗ, ਉਹ ਬੜਾ ਵੱਡਾ ਪ੍ਰੋਬਲਮ ਹੈ ਜੀ। ਕਿ ਜਿਮ ਨੂੰ ਸਿਰਫ ਬੋਡੀ ਬਿਲਡਿੰਗ ਨਾਲ ਹੀ ਸੋਚਿਆ ਜਾਂਦਾ, ਖਾਸ ਕਰ ਸਾਡੇ ਲੋਕਾਂ ਵਿੱਚ। ਜਿਮ ਅਤੇ ਬੋਡੀ ਬਿਲਡਿੰਗ ਇਹ ਨਾਲ ਹੀ ਨੇ। ਜਿਮ ਜਨਰਲ ਫਿਟਨੈਸ ਵਾਸਤੇ ਵੀ ਯੂਜ਼ ਕੀਤੀ ਜਾ ਸਕਦੀ ਹੈ ਕਿ ਅੱਜ ਵੀ 15-16 ਸਾਲ ਦੇ ਬੱਚਿਆਂ ਨੂੰ ਡਰਾਇਆ ਜਾਂਦਾ ਸੀ ਜਿਮ ਨਾ ਜਾਓ, ਹਾਈਟ ਰੁਕ ਜਾਓ, ਇਹ ਰੁਕ ਜਾਓ। ਯਾਰ ਜਨਰਲ ਫਿਟਨੈਸ ਕਰਾਓ ਨਾ। ਕੌਣ ਕਰਾਇਆ? ਤੁਸੀਂ ਆਉਂਦੀ ਬੈਂਚ ਕਰਾਓ, ਵੇਟ ਕਰਾਓ, ਠੀਕ ਹੈ, ਜਨਰਲ ਫਿਟਨੈਸ ਤੋਂ ਸ਼ੁਰੂ ਕਰੋ। ਸੋ ਵੀ ਨੀਡ ਟੂ ਅੰਡਰਸਟੈਂਡ ਕਿ ਸਾਡੇ ਗੋਲਸ ਕੀ ਨੇ, ਉਸ ਤਰੀਕੇ ਦਾ ਅਸੀਂ ਕੋਚ ਅਪਰੋਚ ਕਰੀਏ, ਉਹ ਤਰੀਕੇ ਦਾ ਅਸੀਂ ਫਿਟਨੈਸ ਟ੍ਰੇਨਰ ਲਈਏ ਜਿਹੜਾ ਸਾਡੇ ਗੋਲਸ ਨਾਲ ਮੈਚ ਵੀ ਕਰਦਾ ਹੈ ਕਿ ਨਹੀਂ। ਜਾਂ ਪਹਿਲੇ ਉਹਨੂੰ ਸਮਝਾਓ, ਟਾਕ ਟੂ ਹਿਮ ਜੀ। If I want to see how my client is, then they have the full authority to see how their trainer will be ਜੀ। ਹੁਣ ਜੇ ਮੇਰੇ ਕੋਲ ਕੋਈ ਆਉਂਦਾ ਹੈ ਐਜ਼ ਅ ਕਲਾਇੰਟ, ਮੇਰੇ ਕੋਲ ਕਲਾਇੰਟ ਨੇ ਕੋਈ 2-2 ਸਾਲ ਤੋਂ ਫੋਲੋ ਕਰ ਰਹੇ ਨੇ ਮੈਨੂੰ, ਦੇ ਫਸਟ ਆਫ ਆਲ 100 ਕੀ ਇਹ ਬੰਦਾ ਕੀ ਹੈ,
ਇੱਕ ਬੰਦੇ ਦੀ ਮੈਂਟੈਲਿਟੀ ਕੀ ਹੈ ਫਿਟਨੈਸ ਨੂੰ ਲੈ ਕੇ, ਕੀ ਪ੍ਰਮੋਟ ਕਰ ਰਿਹਾ, ਦੈਨ ਦੇ ਅਪਰੋਚ ਮੀ। ਆਈ ਗੋਟ ਅ ਕਲਾਇੰਟ ਜਿਹੜੇ ਕਹਿੰਦਾ ਮੈਂ 2.5 ਸਾਲ ਤੋਂ ਤੁਹਾਨੂੰ ਫੋਲੋ ਕਰ ਰਿਹਾ, ਨਾਓ ਆਈ ਵਾਂਟ ਅ ਪਲਾਨ। ਵਾਓ। ਸੋ ਇੱਦਾਂ ਦੇ ਕਲਾਇੰਟਸ ਵੀ ਹੁੰਦੇ ਨੇ। ਸੋ ਐਜ਼ ਅ ਕਲਾਇੰਟ ਤੁਸੀਂ ਵੀ ਦੇਖਿਆ ਕਰੋ ਕਿ ਜਿਹੜੇ ਟ੍ਰੇਨਰ ਕੋਲ ਤੁਸੀਂ ਜਾ ਰਹੇ ਹੋ ਉਹਦੀ ਅਪਰੋਚ ਕੀ ਹੈ ਫਿਟਨੈਸ ਨੂੰ ਲੈ ਕੇ, ਕਿ ਉਹ ਬੋਡੀ ਬਿਲਡਿੰਗ ਹੀ ਤਾਂ ਨਹੀਂ ਕਰਾਉਣਾ ਚਾਹ ਰਿਹਾ ਤੁਹਾਡੇ ਕੋਲੋਂ, ਅਤੇ ਤੁਹਾਡਾ ਗੋਲ ਹੈ ਹੀ ਨਹੀਂ, ਉਹ ਤੁਹਾਡੇ ਕੋਲ ਵੇਟ ਹੀ ਚੁਕਾ ਕੇ ਇਸ ਕੰਮ 'ਤੇ ਨਹੀਂ ਕਰਾਉਣਾ ਚਾਹ ਰਿਹਾ। ਸਹੀ ਗੱਲ ਹੈ, ਕਿਉਂਕਿ ਇਟਸ ਨਾਟ ਅਬਾਊਟ ਐਬਸ ਐਵਰੀ ਟਾਈਮ, ਹੈ ਨਾ, ਕਿ ਐਬਸ ਬਣੇ ਹੋਣ ਅਤੇ ਬਸ ਬੋਡੀ ਜਿੱਦਾਂ ਜੌਨ ਅਬਰਾਹਮ ਵਾਂਗੂ ਚਾਹੀਦੀ ਹੈ। ਇਟਸ ਮੋਰ ਅਬਾਊਟ ਫਿਟਨੈਸ ਕਿ ਜਿਵੇਂ ਪੰਜਾਬੀ 'ਚ ਕਹਿੰਦੇ ਕਿ ਇੰਨਾ ਕੁ ਤੇ ਬੰਦਾ ਫਿੱਟ ਹੋਏ ਕਿ ਜੇ ਪਿੱਛੇ ਕੁੱਤਾ ਪੈ ਜਾਏ ਤਾਂ ਤੁਸੀਂ ਭੱਜ ਸਕੋ 2 ਮਿੰਟ, ਹੈ ਨਾ। ਬਸ ਜੇ ਕੁੱਤੇ ਨੇ ਫੜ ਲਿਆ ਤਾਂ ਫਿਰ ਕੀ ਫਾਇਦਾ। ਇਹੀ ਗੱਲ ਹੈ। ਅਤੇ ਵੀਰ ਜੀ ਵੀ ਹੈਵ ਟੂ ਟਾਕ ਅਬਾਊਟ ਪ੍ਰੋਟੀਨ। ਅਤੇ ਸਾਨੂੰ ਦੱਸੋ ਕਿ ਫॉर ਦ ਜਨਰਲ ਆਡੀਅנס ਅਤੇ ਆਈ ਥਿੰਕ ਮੇਰੇ ਲਈ ਵੀ, ਕਿ ਕਿਉਂਕਿ ਉਹਨੂੰ ਜਿਵੇਂ ਅਸੀਂ ਗੇਨ ਦੀ ਗੱਲ ਕੀਤੀ ਨਾ, ਅਤੇ ਮੋਸਟਲੀ ਆਈ ਥਿੰਕ ਜਿਹੜੇ ਲੂਜ਼ ਕਰਦੇ, ਜਿਹੜੇ ਸ਼ਰੈਡ ਕਰਨਾ ਚਾਹੁੰਦੇ, ਉਹ ਦੇ ਆਰ ਇਨਟੂ ਵੈਰੀ ਮਚ ਪ੍ਰੋਟੀਨ ਐਜ਼ ਵੈਲ ਜੀ। ਸੋ ਤੁਸੀਂ ਤਾਂ ਸਾਨੂੰ ਦੱਸੋ ਕਿ ਫ਼ਰਕ ਕੀ ਹੈਗਾ ਇੱਕ ਰੈਗੂਲਰ ਪ੍ਰੋਟੀਨ ਵਿੱਚ ਅਤੇ ਵੇ ਪ੍ਰੋਟੀਨ ਵਿੱਚ, ਪਲਾਂਟ ਬੇਸਡ ਪ੍ਰੋਟੀਨਸ ਵਿੱਚ, ਉਹ ਕਿੱਦਾਂ ਵਰਕਆਊਟ ਕਰਦੇ ਹੋ? ਦੇਖੋ ਇੱਦਾਂ ਜੀ, ਪ੍ਰੋਟੀਨ ਪਹਿਲਾਂ ਤਾਂ ਸਾਡੇ ਲੋਕਾਂ 'ਚ ਡਰ ਹੀ ਬਹੁਤ ਹੈ ਪ੍ਰੋਟੀਨ ਦਾ, ਅੱਜ ਵੀ ਹੈਗਾ ਜੀ, ਕਿ ਉਹ ਜਾ ਹੀ ਨਹੀਂ ਰਿਹਾ। ਆਈ ਥਿੰਕ ਡਰ ਵੀ ਹੈ ਅਤੇ ਸ਼ੌਂਕ ਵੀ ਬਹੁਤ ਹੈ, ਬੜੇ ਨੂੰ ਸ਼ੌਂਕ ਵੀ ਬਹੁਤ ਹੈ ਕਿ ਡੱਬੇ ਰੱਖਣੇ, ਡੱਬੇ ਖਾਣੇ ਆ। ਉਹ ਤਾਂ ਜਿਮ ਤੋਂ ਪਹਿਲੇ ਚਾਹੀਦੇ ਨੇ। ਜਿਮ ਹਲੇ ਜੇ 5 ਤਰੀਕ ਜੁਆਇਨ ਕਰਨੀ ਹੈ, ਪਹਿਲੇ 1 ਤਰੀਕ ਡੱਬੇ ਚਾਹੀਦੇ ਨੇ। ਸਮਝ ਰਹੇ ਹੋ? ਪਹਿਲੇ ਸਟੈਕ ਪੂਰਾ ਕਰਨਾ ਹੈ, ਫਿਰ $200-300 ਦੀ ਸ਼ਾਪਿੰਗ ਕਰਨੀ ਹੈ, ਅਤੇ ਮੁੜ ਕੇ ਫਿਰ ਜਿਮ ਸ਼ੁਰੂ ਕਰਨਾ, ਉਹ ਵੀ 4 ਦਿਨ ਵਾਸਤੇ। ਦੇਖੋ ਸਪਲੀਮੈਂਟਸ ਦੇ ਆਰ ਆਲਰੇਡੀ ਨੇਮਡ ਐਜ਼ ਸਪਲੀਮੈਂਟਸ, ਹੋਲ ਫੂਡ ਦਾ ਸਪਲੀਮੈਂਟ ਹੈ ਉਹ। ਇਫ ਯੂ ਕੈਨ ਨਾਟ ਹੈਵ ਫੂਡ ਦੈਨ ਗੋ ਫॉर ਦੋਜ਼। ਓਕੇ, ਲੈਟਸ ਸੇ ਕਿ ਮੈਂ ਆਪਣਾ 200 ਤੋਂ 300 ਗ੍ਰਾਮ ਪ੍ਰੋਟੀਨ ਜਾਂ ਲੈਟਸ ਸੇ 250 ਗ੍ਰਾਮ ਪ੍ਰੋਟੀਨ ਪੂਰਾ ਕਰਨਾ ਆਪਣੇ ਦਿਨ ਦਾ, ਇੱਕ ਐਗਜ਼ਾਮਪਲ ਦੇ ਰਿਹਾ ਮੈਂ। ਸੋ ਪ੍ਰੋਟੀਨ ਇੱਕ ਐਸੀ ਚੀਜ਼ ਹੈ ਜਿਹੜੀ ਜਲਦੀ ਡਾਈਜੈਸਟ ਹੋ ਜਾਂਦੀ ਹੈ ਬੋਡੀ ਜਾ ਕੇ। ਲੈਟਸ ਸੇ ਤੁਹਾਡਾ ਲਾਈਫ ਜਾਂ ਮੇਰਾ ਲਾਈਫ ਸਟਾਈਲ ਬਹੁਤ ਜ਼ਿਆਦਾ ਬਿਜ਼ੀ ਹੈ ਅਤੇ ਆਈ ਡੋਂਟ ਹੈਵ ਟਾਈਮ ਟੂ ਕੁੱਕ, ਜਾਂ ਆਈ ਫੀਲ ਲਾਈਕ ਕਿ ਯਾਰ ਮੈਂ ਲੇਜ਼ੀ ਹਾਂ ਕੁੱਕ ਕਰਨੇ 'ਚ, ਦੈਨ ਦੇਰ ਇਜ਼ ਆਲਟਰਨੇਟ ਲੋ ਪ੍ਰੋਟੀਨ। ਬਟ ਜੇ ਤੁਸੀਂ ਕਹੋ ਯਾਰ ਤੁਸੀਂ 4 ਜਾਂ 5 ਸਕੂਪ ਪ੍ਰੋਟੀਨ ਦੇ ਹੀ ਲੈਣੇ ਨੇ, ਤੁਸੀਂ ਹੋਲ ਫੂਡ ਤੋਂ ਕੋਈ ਲੈਣੇ ਨਹੀਂ ਚਾਹ ਰਹੇ, ਦੈਟ ਵੋਂਟ ਮੇਕ ਸੈਂਸ। ਚੀਜ਼ਾਂ ਬਹੁਤ ਜ਼ਿਆਦਾ ਡਿਫਰੈਂਸ਼ੀਏਟਿੰਗ ਨਹੀਂ ਹੈਗੀਆਂ। ਜੇ ਤੁਸੀਂ ਵੇ ਪ੍ਰੋਟੀਨ ਦੀ ਗੱਲ ਕਰੋ, ਵੇ ਪ੍ਰੋਟੀਨ ਇੱਕ ਬੇਸਿਕ ਜਿਹਾ ਪ੍ਰੋਟੀਨ ਹੈ, ਲਾਈਕ ਜਿਹੜਾ 90% ਲੋਕ ਯੂਜ਼ ਕਰ ਰਹੇ ਨੇ। ਉਹਦੀ ਜਿਹੜੀ ਬੈਸਟ ਫਾਰਮ ਆਫ ਪ੍ਰੋਟੀਨ ਉਹਨੂੰ ਆਪਾਂ ISO ਕਹਿੰਦੇ ਹਾਂ, ਜਿਹਦੇ ਵਿੱਚ 90 ਜਾਂ 85 ਜਾਂ 90% ਤੋਂ ਜ਼ਿਆਦਾ ਪ੍ਰੋਟੀਨ ਹੀ ਹੁੰਦਾ। ਓਕੇ, ਵੇ ਪ੍ਰੋਟੀਨ ਵਿੱਚ ਤੁਸੀਂ ਕਹਿ ਲਓ ਕਿ 70 to 80% ਦੀ ਰੇਸ਼ੋ ਹੁੰਦੀ ਹੈ ਪ੍ਰੋਟੀਨ ਦੀ, ਬਾਕੀ ਫੈਟ ਅਤੇ ਕਾਰਬਸ ਵੀ ਕੁਛ ਪਰਸੈਂਟੇਜ ਵਿੱਚ ਹੁੰਦੇ ਨੇ ਉਹਦੇ ਵਿੱਚ। ਪਲਾਂਟ ਬੇਸਡ ਪ੍ਰੋਟੀਨ ਜਿਹੜਾ ਅੱਜ ਬਹੁਤ ਜ਼ਿਆਦਾ ਚੱਲ ਚੁੱਕਾ, ਕਿਉਂਕਿ ਲੋਕੀ ਬਹੁਤ ਵੀਗਨ ਜਾਣਾ ਚਾਹ ਰਹੇ ਨੇ, ਉਹਦੇ ਕਰਕੇ ਕਿ ਟਰੈਂਡਿੰਗ ਚੀਜ਼ ਚੱਲ ਗਈ, ਐਵਰੀਬਡੀ ਵਾਂਟਸ ਟੂ ਬੀ ਯੂਨੀਕ। ਆਈ ਡੋਂਟ ਸੇ ਕਿ ਠੀਕ ਹੈ, ਪੀਪਲ ਆਰ ਜਸਟ ਐਵਰੀਬਡੀ ਵਾਂਟਸ ਟੂ ਬੀ ਯੂਨੀਕ ਇਨ ਦੇਅਰ ਓਨ ਵੇ, ਅਤੇ ਮੈਨੂੰ ਥੋੜ੍ਹਾ ਜਿਹਾ ਉਹ ਇੱਦਾਂ ਦੀ ਚੀਜ਼ ਲੱਗਦੀ ਹੈ। At the same time, they want to follow the trend as well. Yeah, that's just a trend. People just follow it for some time and then they're like, ठीक है यार, बनी जी निकाल। So according to the goal, अगर कोई gain करना चाह रहा है या कोई lose करना चाह रहा है, ਉਹਦੇ according ਵੀ protein different ਉਹਨਾਂ ਨੂੰ ਤੁਸੀਂ suggest ਕਰਦੇ ਹੋ? ਹਾਂਜੀ, ਸੋ ਪ੍ਰੋਟੀਨ ਜਿਹੜਾ ਤੁਸੀਂ ਪ੍ਰੋਟੀਨ ਸਪਲੀਮੈਂਟ 'ਚੋਂ ਲੈ ਰਹੇ ਹੋ ਨਾ, ਉਹੀ ਪ੍ਰੋਟੀਨ ਤੁਹਾਨੂੰ ਹਰ ਕਿਸੇ ਤੋਂ ਮਿਲ ਰਿਹਾ। ਐਮੀਨੋ ਪ੍ਰੋਫਾਈਲ ਚੇਂਜ ਹੋ ਸਕਦੀ ਹੈ। ਲੈਟਸ ਸੇ ਜਿਹੜਾ ਪ੍ਰੋਟੀਨ ਤੁਸੀਂ ਚਿਕਨ 'ਚੋਂ ਲੈ ਰਹੇ ਹੋ, ਉਹੀ ਪ੍ਰੋਟੀਨ ਤੁਹਾਨੂੰ ਪ੍ਰੋਟੀਨ ਪਾਊਡਰ 'ਚੋਂ ਵੀ ਮਿਲ ਰਿਹਾ, ਉਹੀ ਤੁਹਾਨੂੰ ਐਗਸ 'ਚੋਂ ਵੀ ਮਿਲ ਰਿਹਾ, ਉਹੀ ਤੁਹਾਨੂੰ ਪਨੀਰ 'ਚੋਂ ਵੀ ਮਿਲ ਰਿਹਾ। ਉਹਨਾਂ ਦੀ ਡਾਈਜੈਸ਼ਨ ਟਾਈਮ ਡਿਫਰੈਂਸ਼ੀਏਟ ਕਰਦਾ। ਓਕੇ, ਇੱਕ ਚੀਜ਼ ਕਿੰਨੇ ਟਾਈਮ ਬਾਅਦ ਡਾਈਜੈਸਟ ਹੋ ਰਹੀ ਹੈ, ਇੱਕ ਚੀਜ਼ ਕਿੰਨੇ ਟਾਈਮ ਬਾਅਦ ਡਾਈਜੈਸਟ ਹੋ ਰਹੀ ਹੈ, ਉਹ ਡਿਫਰੈਂਸ਼ੀਏਟ ਜ਼ਰੂਰ ਕਰਦੀ ਹੈ, ਬਟ ਪ੍ਰੋਟੀਨ ਇਜ਼ ਪ੍ਰੋਟੀਨ। ਓਕੇ, ਤੁਸੀਂ ਪਹਿਲੇ ਜੇ ਤੁਸੀਂ ਜਿਮ ਅੱਜ ਸ਼ੁਰੂ ਕਰਨਾ ਚਾਹ ਰਹੇ ਹੋ, ਤੁਸੀਂ ਪ੍ਰੋਟੀਨ ਸਪਲੀਮੈਂਟ ਤੋਂ ਨਾ ਸ਼ੁਰੂ ਕਰੋ, ਤੁਸੀਂ ਪਹਿਲੇ ਹੋਲ ਫੂਡ ਤੋਂ ਸ਼ੁਰੂ ਕਰੋ। ਵਨਸ ਸੀ ਕਿ ਤੁਸੀਂ ਉਸ ਲੈਵਲ 'ਤੇ ਆ ਗਏ ਹੋ ਜਿੱਥੇ ਤੁਸੀਂ ਡਿਸਿਪਲਿਨ 'ਚ ਆ ਚੁੱਕੇ ਹੋ, ਕਿ ਜਿਮ ਦਾ ਡਿਸਿਪਲਿਨ, ਨਾਓ ਯੂਅਰ ਬੋਡੀ ਇਜ਼ ਆਸਕਿੰਗ ਫॉर ਜਿਮ, ਜਾਂ ਯੂਅਰ ਬੋਡੀ ਇਜ਼ ਆਸਕਿੰਗ ਫॉर ਹੈਲਦੀ ਫੂਡ, ਜਾਂ ਤੁਸੀਂ ਜੰਕ ਤੋਂ ਦੂਰ ਰਹਿਣਾ ਸ਼ੁਰੂ ਕਰ ਚੁੱਕੇ ਹੋ ਜੀ, ਨਾਓ ਗੋ ਫॉर ਸਪਲੀਮੈਂਟਸ। ਮੇਕ ਸੈਂਸ, ਵੇਅਰ ਯੂ ਫੀਲ ਲਾਈਕ ਕਿ ਹੁਣ ਹਾਂ ਤੁਹਾਡੀ ਬੋਡੀ ਨੂੰ ਜ਼ਿਆਦਾ ਪ੍ਰੋਟੀਨ ਵੀ ਚਾਹੀਦਾ। ਇੱਕ ਨਵਾਂ ਬੰਦਾ ਜਿਮ 'ਚ ਆ ਰਿਹਾ ਯਾਰ, ਉਹਨੂੰ ਤਾਂ ਇੰਨਾ ਪ੍ਰੋਟੀਨ ਵੀ ਨਹੀਂ ਚਾਹੀਦਾ। ਮੇਰੇ ਕੋਈ ਵੀ ਕਲਾਇੰਟਸ ਪਹਿਲੇ 4 ਤੋਂ 6 ਵੀਕ ਪ੍ਰੋਟੀਨ ਯੂਜ਼ ਕਰਦੇ ਹੀ ਨਹੀਂ, ਨਾਟ ਬਿਕੋਜ਼ ਇਟਸ ਨਾਟ ਗੁੱਡ, ਆਈ ਜਸਟ ਵਾਂਟ ਟੂ ਮੇਕ ਦੈਮ ਨੋ ਕਿ ਸਪਲੀਮੈਂਟਸ ਆਰ ਨਾਟ ਵਰਕਿੰਗ ਫॉर ਯੂ, ਪ੍ਰੋਟੀਨ ਇਜ਼ ਨਾਟ ਗੋਨਾ ਗੈਟ ਯੂ ਐਨੀਥਿੰਗ, ਯੋਰ ਡਿਸਿਪਲਿਨ ਐਂਡ ਯੋਰ ਕੰਸਿਸਟੈਂਸੀ ਇਜ਼ ਸਮਥਿੰਗ ਵਿਚ ਇਜ਼ ਗੋਨਾ ਗੈਟ ਯੂ ਸਮਥਿੰਗ। ਅੱਛਾ, ਕੁਛ ਇੱਦਾਂ ਹੁੰਦਾ ਕਿ ਉਹਨੂੰ ਪ੍ਰੋਟੀਨ ਲੈ ਲੈਂਦੇ ਹੋ, ਜਲਦੀ ਪਤਲੇ ਹੋ ਜਾਣਗੇ, ਜਲਦੀ ਮਸਲ ਆ ਜਾਊਗਾ, ਉਹਨਾਂ ਨੂੰ ਤਾਂ ਮੈਂ ਜਮ੍ਹਾਂ ਨਹੀਂ ਲੈਣ ਦਿੰਦਾ ਸਟਾਰਟਿੰਗ 'ਚ, ਨਾਟ ਬਿਕੋਜ਼ ਇਟਸ ਬੈਡ, ਬਿਕੋਜ਼ ਉਹਨਾਂ ਦੇ ਦਿਮਾਗ 'ਚ ਉਹਨਾਂ ਨੂੰ ਜੇ ਲੈਟਸ ਸੇ 6 ਮਹੀਨੇ ਮੇਰੇ ਨਾਲ ਉਹਨਾਂ ਨੇ ਲਾਏ ਅਤੇ ਕਿਸੇ ਵੀ ਰੀਜ਼ਨ ਕਰਕੇ ਉਹਨਾਂ ਨੂੰ ਜਿਮ ਛੱਡਣੀ ਪੈ ਜਾਂਦੀ ਹੈ ਅੱਜ, ਅਤੇ 6 ਮਹੀਨੇ ਬਾਅਦ ਉਹਨਾਂ ਨੇ ਦੁਬਾਰਾ ਸ਼ੁਰੂ ਕੀਤੀ ਨਾ ਜਿਮ, ਉਹ ਜਿਮ ਤੋਂ ਪਹਿਲੇ ਪ੍ਰੋਟੀਨ ਲੈਣ ਜਾਣਗੇ, ਕਿ ਉਹਨਾਂ ਨੂੰ ਪਤਾ ਕਿ ਉਹਨੇ ਕੰਮ ਕੀਤਾ ਸੀਗਾ, ਮੈਂ ਥੋੜ੍ਹੀ ਕੰਮ ਕੀਤਾ, ਪ੍ਰੋਟੀਨ ਤੋਂ ਮੇਰਾ ਕੰਮ ਨਹੀਂ ਚੱਲਣਾ, ਉਹ ਬ੍ਰੇਨ ਰੀਵਾਇਰ ਹੋ ਗਿਆ ਇਸ ਪਾਸਿਓਂ। ਦੈਟਸ ਦ ਥਿੰਗ।
ਸੋ ਤੁਸੀਂ ਜਿਵੇਂ ਕਿਹਾ ਸੀ ਕਿ ਜਦੋਂ ਅਸੀਂ ਥਾਲੀ ਲੈਂਦੇ ਹਾਂ ਜਾਂ ਜਦੋਂ ਅਸੀਂ ਹੋਲਸਮ ਫੂਡ ਖਾਣਾ ਚਾਹ ਰਹੇ ਹਾਂ, ਤੁਸੀਂ ਮੈਂਸ਼ਨ ਕੀਤਾ ਸੀ ਕਿ ਅਸੀਂ ਰੋਟੀ ਰੱਖ ਲਈ ਥੋੜ੍ਹਾ ਜਿਹਾ ਪ੍ਰੋਟੀਨ ਉਹਦੇ ਨਾਲ ਖਾ ਸਕਦੇ ਹਾਂ ਜੀ। ਵਾਸ ਦੈਟ ਇਨ ਐਡੀਸ਼ਨ ਟੂ ਦ ਪਨੀਰ ਜਾਂ ਜਿਹੜਾ ਚਿਕਨ ਅਸੀਂ ਖਾ ਰਹੇ ਹਾਂ ਨਹੀਂ, ਕਿ ਇੰਸਟੈਡ ਆਫ ਪਨੀਰ? ਸੋ ਉਹ ਪ੍ਰੋਟੀਨ ਸੋਰਸਿਸ ਨੇ ਸਾਰੇ। ਚਿਕਨ ਇਜ਼ ਆਲਸੋ ਸੋਰਸ ਆਫ ਪ੍ਰੋਟੀਨ। ਸੋ ਉਹਦੇ ਐਡੀਸ਼ਨ ਵਿੱਚ ਅਸੀਂ ਸ਼ੇਕ ਪੀ ਸਕਦੇ ਹਾਂ ਜਾਂ ਉਹਦੇ ਪ੍ਰੋਟੀਨ ਲੈ ਨਾਲ ਸਕਦੇ ਹਾਂ? ਨਹੀਂ। ਸੋ ਜਿਵੇਂ ਤੁਸੀਂ ਲੈਟਸ ਸੇ ਉਹ ਵੀ ਪ੍ਰੋਟੀਨ ਹੈ, ਜਾਂ ਚਿਕਨ ਲੈ ਲਓ ਨਾਲ, ਜਾਂ shake ਤੁਸੀਂ ਸ਼ੇਕ ਪੀ ਲਓ, ਜਾਂ ਤੁਸੀਂ 4 ਜਾਂ 5 ਐਗ ਵਾਈਟਸ ਰੱਖ ਲਓ, ਜਾਂ ਤੁਸੀਂ ਗ੍ਰੀਕ ਯੋਗਰਟ ਰੱਖ ਲਓ, ਜਾਂ ਨਾਲ ਤੁਸੀਂ ਟੋਫੂ ਲੈ ਲਓ ਜਾਂ ਪਨੀਰ ਲੈ ਲਓ। ਓਕੇ। ਅੱਛਾ, ਡਿਪੈਂਡ ਕਰਦਾ ਉਸ ਤੋਂ ਬਾਅਦ ਤੁਸੀਂ ਡਿਪੈਂਡਿੰਗ ਔਨ ਦ ਗੋਲਸ ਯੂ ਹੈਵ ਜਾਂ ਡਿਪੈਂਡਿੰਗ ਔਨ ਦ ਡਾਈਟ ਯੂ ਆਰ ਫੋਲੋਇੰਗ ਜੀ। ਕਿ ਕਿੰਨੇ ਗ੍ਰਾਮ ਲੈਣਾ, ਕਿੱਦਾਂ ਖਾਣਾ। ਇੱਕ ਹੋਰ ਮਿਥ ਹੈਗਾ ਵੀਰ ਜੀ ਕਿ ਜਿਹੜੇ ਜ਼ਿਆਦਾ ਪ੍ਰੋਟੀਨ ਖਾਂਦੇ ਆ ਉਹ ਉਹਨਾਂ ਨੂੰ ਕਿਡਨੀ ਦੀ ਪ੍ਰੋਬਲਮ ਆ ਜਾਂਦੀ ਹੈ ਜਾਂ ਪੱਥਰੀ ਹੋ ਜਾਂਦੀ ਹੈ, ਇਹਦੇ ਬਾਰੇ ਥੋੜ੍ਹਾ ਦੱਸੋ ਵੀਰੇ ਕਿ ਅਗਰ ਦੇਖੋ, ਬਹੁਤ ਜ਼ਿਆਦਾ ਪ੍ਰੋਟੀਨ ਖਾ ਲਿਆ ਜਾਏ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਕੋਈ ਵੀ ਹੈ, ਚਾਹੇ ਪਾਣੀ ਹੋ, ਚਾਹੇ ਰੋਟੀ ਹੋ, ਚਾਹੇ ਪ੍ਰੋਟੀਨ ਹੋ, ਹਰ ਚੀਜ਼ ਮੋਡਰੇਸ਼ਨ 'ਚ ਖਾਈ ਜਾਏ। ਆਪਾਂ ਸ਼ੁਰੂ ਹੀ ਇੱਥੋਂ ਕੀਤਾ ਸੀਗਾ ਪੋਡਕਾਸਟ ਜੀ ਕਿ ਹਰ ਚੀਜ਼ ਮੋਡਰੇਸ਼ਨ 'ਚ ਖਾਈ ਜਾਏ ਤਾਂ ਵਧੀਆ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੰਨੇ ਗ੍ਰਾਮ ਖਾ ਰਹੇ ਹੋ ਅਤੇ ਕਿੰਨਾ ਟਾਈਮ ਵਾਸਤੇ ਉਹਨੂੰ ਬੈਲੈਂਸ ਕਿੱਦਾਂ ਕਰਨਾ ਜੀ। ਲੈਸੇ ਜੇ ਤੁਸੀਂ ਇਕੱਲੀ ਪ੍ਰੋਟੀਨ ਇਨਟੇਕ ਨੂੰ ਅਪ ਕਰ ਦਿੰਦੇ ਹੋ ਔਰ ਪਾਣੀ ਨਾਲ ਨਹੀਂ ਪੀਂਦੇ, ਦੇਖੋ ਜੇ ਤੁਸੀਂ ਪ੍ਰੋਟੀਨ ਅਪ ਕਰ ਰਹੇ ਹੋ, ਯੂਅਰ ਵਾਟਰ ਇਨਟੇਕ ਸ਼ੁੱਡ ਆਲਸੋ ਬੀ ਹਾਈ। ਓਕੇ। ਠੀਕ ਹੈ, ਨਹੀਂ ਤੁਹਾਡੀ ਬੋਡੀ ਦੱਸੂਗੀ ਉਹ ਚੀਜ਼। ਲਾਈਕ ਯੂਲ ਬੀ ਏਬਲ ਟੂ ਸੀ ਦਾਣੇ ਨਿਕਲਣ ਲੱਗ ਗਏ ਨੇ, ਯੂਲ ਫੀਲ ਦੈਟ ਹੀਟ ਇਨਸਾਈਡ ਯੂਅਰ ਬੋਡੀ। ਗਰਮੀ ਹੋ ਜਾਂਦੀ ਹੈ ਬੋਡੀ ਦੇ ਵਿੱਚ। ਓਕੇ। ਠੀਕ ਹੈ, ਮੂੰਹ ਛਾਲੇ ਹੋਣ ਲੱਗ ਜਾਣਗੇ, ਤੁਹਾਨੂੰ ਪਤਾ ਲੱਗੂਗਾ ਕਿ ਬੋਡੀ 'ਚ ਗਰਮੀ ਹੈ। ਜੇ ਤੁਸੀਂ ਨਾਲ ਪਾਣੀ ਦਾ ਇਨਟੇਕ ਨਹੀਂ ਕੀਤਾ, ਤੁਸੀਂ ਵਰਕਆਊਟ ਵੀ ਨਹੀਂ ਕਰੀ ਜਾਂਦੇ, 200-250 ਗ੍ਰਾਮ ਪ੍ਰੋਟੀਨ ਤੁਸੀਂ ਖਾਈ ਜਾਂਦੇ ਹੋ, ਜੀ। ਐਂਡ ਇਟ ਮੇ ਲਿਟਰਲੀ ਗੈਟ ਯੂ ਔਨ ਬੈਡ ਟੂ। ਓਕੇ। ਅਗਰ ਇਕੱਲਾ ਤੁਸੀਂ ਪ੍ਰੋਟੀਨ ਬਹੁਤ ਲੰਬੇ ਟਾਈਮ ਵਾਸਤੇ ਹਾਈ ਰੱਖਿਆ ਹੋਇਆ, ਕਿਉਂਕਿ ਪਤਾ ਲੱਗਦਾ ਹੈ ਨਾ ਕਿ ਅੰਦਰ ਅਗਰ ਗਰਮੀ ਹੈਗੀ ਤੁਹਾਨੂੰ ਪਤਾ ਲੱਗ ਰਿਹਾ ਚੀਜ਼ਾਂ ਦਾ। ਪਾਣੀ ਨੂੰ ਹਾਈ ਰੱਖੋ। ਅਗਰ ਤੁਸੀਂ ਪ੍ਰੋਟੀਨ ਇਨਟੇਕ ਹਾਈ ਰੱਖਿਆ ਹੋਇਆ, ਯੂਅਰ ਗ੍ਰੀਨਸ ਐਂਡ ਯੂਅਰ ਵਾਟਰ ਇਨਟੇਕ ਸ਼ੁੱਡ ਆਲਸੋ ਬੀ ਹਾਈ ਆਲ ਦ ਟਾਈਮ। ਓਕੇ। ਅਗਰ ਗ੍ਰੀਨਸ ਤੁਸੀਂ ਨਹੀਂ ਖਾ ਰਹੇ, ਇਕੱਲਾ ਪ੍ਰੋਟੀਨ ਅਪ ਕੀਤਾ ਹੋਇਆ, ਇਟ ਮੇ ਗੈਟ ਯੂ ਕੌਨਸਟੀਪੇਟਡ। ਓਕੇ। ਦੈਟਸ ਅ ਵੈਰੀ ਨੋਰਮਲ ਥਿੰਗ। ਆਈ ਹੈਵ ਬੀਨ ਅ ਵਿਕਟਿਮ। ਨਹੀਂ ਪਤਾ ਸੀਗਾ ਉਹ ਚੀਜ਼ਾਂ ਦਾ ਕਿ ਕਿਸੇ ਨੇ ਕਹਤਾ ਪ੍ਰੋਟੀਨ ਖਾਓ, ਕਿਸੇ ਨੇ ਨਹੀਂ ਦੱਸਿਆ ਵੀ ਨਾਲ ਗ੍ਰੀਨਸ ਵੀ ਖਾਣੀ ਪੈਂਦੀਆਂ ਨੇ। ਜੀ। ਗ੍ਰੀਨਸ ਨਹੀਂ ਖਾਓਗੇ ਤਾਂ ਯੂ ਲਿਟਰਲੀ ਐਂਡ ਅਪ ਹੈਵਿੰਗ ਕੌਨਸਟੀਪੇਸ਼ਨ। ਅੱਛਾ, ਇਹ ਚੀਜ਼ਾਂ ਦੀ ਲੋਕ ਗੱਲ ਹੀ ਨਹੀਂ ਕਰਦੇ, ਇਕੱਲਾ ਪ੍ਰੋਟੀਨ ਦੀ ਗੱਲਾਂ ਹੋ ਰਹੀਆਂ ਨੇ ਕਿ ਲੋਕ ਗੱਲ ਹੀ ਮਸਲ ਗੇਮ 'ਤੇ ਖਤਮ ਹੋ ਜਾਂਦੀ ਹੈ। ਐਂਡ ਮੈਂ ਬੜੇ ਟ੍ਰੇਨਰਸ ਨੂੰ ਦੇਖਿਆ ਇੰਡੀਆ 'ਚ ਵੀ, ਇੱਥੇ ਵੀ, ਇੰਡੀਆ 'ਚ ਖਾਸ ਕਰਕੇ, ਜਿਹੜੇ ਤੇ ਬਹੁਤ ਜ਼ਿਆਦਾ ਸਪੋਂਸਰ ਬਣੇ ਹੁੰਦੇ ਆ ਕਿ ਨਹੀਂ ਪ੍ਰੋਟੀਨ ਨਾਲ ਹੀ ਸਭ ਕੁਝ ਹੋਣਾ ਜੀ, ਅਤੇ ਪ੍ਰੋਟੀਨ ਖਾਓ ਅਤੇ ਪ੍ਰੋਟੀਨ ਖੁੱਲ੍ਹਾ ਚੱਕੋ। ਸੋ ਲਾਈਕ ਦ ਫੈਕਟ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਹਿਲੇ ਬੀ ਕਮਿਟਡ, ਆਪਣੀ ਬੋਡੀ ਨੂੰ ਉਹਦਾ ਟ੍ਰੇਨ ਕਰ ਲਿੱਤਾ ਜਾਏ ਪਹਿਲੇ, ਕਿ ਤੁਹਾਨੂੰ ਪਤਾ ਕਿ ਤੁਸੀਂ ਫਿਜ਼ੀਕਲੀ ਵੀ ਕਮਿਟਡ ਹੋ ਜਿਮ ਜਾਣ ਲਈ ਐਂਡ ਮੈਂਟਲੀ ਵੀ ਤੁਹਾਡੀ ਬੋਡੀ ਮੰਗ ਰਹੀ ਹੈ ਕਿ ਹਾਂਜੀ ਆਈ ਨੀਡ ਮੋਰ ਪ੍ਰੋਟੀਨ। ਸੋ ਫਿਰ ਉਹ ਪ੍ਰੋਟੀਨ ਐਜ਼ ਅ ਸਪਲੀਮੈਂਟ ਅਸੀਂ ਲੈਣਾ ਸ਼ੁਰੂ ਕਰਦੇ ਹਾਂ ਇੰਸਟੈਡ ਆਫ ਰਿਲਾਇੰਗ ਔਨ ਪ੍ਰੋਟੀਨ ਐਜ਼ ਅ ਫੂਡ। ਦੇਖੋ ਜਿਹਦਾ ਨਾਮ ਹੀ ਸਪਲੀਮੈਂਟ ਹੈ, ਦੈਟਸ ਅ ਸਪਲੀਮੈਂਟ ਟੂ ਦਾ ਹੋਲ ਫੂਡ। ਜੀ। ਜੇ ਤੁਸੀਂ ਨੋਰਮਲ ਡਾਈਟ ਤੋਂ ਆਪਣਾ ਪ੍ਰੋਟੀਨ ਪੂਰਾ ਨਹੀਂ ਕਰ ਸਕਦੇ ਤਾਂ ਉਹ ਯੂਜ਼ ਕਰੋ। ਹਾਂ, ਮੈਂ ਆਫਟਰ ਵਰਕਆਊਟ ਜ਼ਰੂਰ ਸੁਜੈਸਟ ਕਰਦਾ ਕਿ ਲਿਆ ਕਰੋ, ਬਿਕੋਜ਼ ਉਹ ਜਲਦੀ ਡਾਈਜੈਸਟ ਹੋ ਜਾਂਦੀ ਹੈ ਇੱਕ ਚੀਜ਼। ਓਕੇ। ਅਤੇ ਉਸ ਟਾਈਮ ਮਸਲਸ ਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ ਜਿਹੜੀ ਜਲਦੀ ਡਾਈਜੈਸਟ ਹੋਵੇ ਬੋਡੀ। ਐਂਡ ਟੂ ਐਡ ਟੂ ਦੈਟ ਵੀਰ ਜੀ, ਪ੍ਰੋਟੀਨ ਅਸੀਂ ਰਾਤੀ ਖਾ ਸਕਦੇ ਹਾਂ ਡਿਨਰ ਵਿੱਚ? ਕੋਈ ਪ੍ਰੋਬਲਮ ਨਹੀਂ ਵੀਰੇ, ਜਦ ਮਰਜ਼ੀ ਖਾਓ, ਡਾਈਜੈਸ਼ਨ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ। ਹਾਂ, ਕੁਛ ਲੋਕ ਇੱਥੇ ਲੈਕਟੋਸ ਇੰਟੋਲਰੈਂਟ ਜ਼ਰੂਰ ਹੈਗੇ, ਇੱਥੇ ਨੋਰਮਲ ਚੀਜ਼ ਹੈ, ਲੈਕਟੋਸ ਇੰਟੋਲਰੈਂਟ ਦੇ ਹੈਗੇ ਨੇ ਲੋਕ, ਉਹਨਾਂ ਨੂੰ ਦੇਖ ਕੇ ਖਾਣਾ ਚਾਹੀਦਾ ਕਿ ਵੇ ਪ੍ਰੋਟੀਨ ਉਹਨਾਂ ਨੂੰ ਨਹੀਂ ਸੂਟ ਕਰੂਗਾ। ਓਕੇ। ਦੇ ਸ਼ੁੱਡ ਬੀ ਗੋਇੰਗ ਫॉर ਪਲਾਂਟ ਬੇਸਡ ਔਰ ISO। ਓਕੇ, ਠੀਕ ਹੈ। ਆਈ ਹੈਵ ਸੋ ਮਚ ਮੋਰ ਟੂ ਟਾਕ ਅਬਾਊਟ ਵੀਰ ਜੀ, ਬਟ ਮੈਨੂੰ ਪਤਾ ਸਮਾਂ ਅੱਜ ਤੁਹਾਡੀ ਵੀ ਕਮਿਟਮੈਂਟ ਹੈਗੀ ਆ, ਬਟ ਮੈਂ ਸੋਸ਼ਲ ਮੀਡੀਆ 'ਤੇ ਥੋੜ੍ਹਾ ਜਿਹਾ ਗੱਲ ਕਰਨਾ ਚਾਹੁੰਦਾ, ਕਿਉਂਕਿ ਜਿਹੜਾ ਤੁਹਾਡਾ ਪੇਜ ਹੈਗਾ ਦ ਵਿੰਟੇਜ ਸਿੰਘ ਹੈ ਨਾ, ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ ਐਂਡ ਟਾਕ ਅਬਾਊਟ ਦ ਫਿਊ ਥਿੰਗਸ ਦੈਟ ਯੂ ਡੂ, ਕਿਉਂਕਿ ਜਦੋਂ ਕੋਈ ਵੀ ਪੇਜ ਜਿੰਨੇ ਅਜੇ ਤੱਕ ਨਹੀਂ ਚੈੱਕਆਊਟ ਕੀਤਾ ਉਹ ਕਰੇਗਾ, ਵਨ ਆਫ ਦ ਥਿੰਗਸ ਦੈਟ ਵਿਲ ਪੌਪ ਆਊਟ ਇਜ਼ ਕਿ ਤੁਸੀਂ ਸਿਰਫ ਐਕਟਿਵ ਨਹੀਂ ਹੋ, ਯੂ ਕੌਨਸਟੈਂਟਲੀ ਬ੍ਰਿੰਗ ਅਬਾਊਟ ਨਿਊ ਆਈਡੀਆਜ਼ ਹੈ ਨਾ, ਉਹ ਭਾਵੇਂ ਰੀਲਸ ਹੋ ਜਾਣ, ਭਾਵੇਂ ਤੁਹਾਡੀ ਸਟੋਰੀਜ਼ ਹੋਣ, ਅਤੇ ਉਹ ਤੁਸੀਂ ਕਿਵੇਂ ਮੈਨੇਜ ਕਰਦੇ ਪਏ ਆਪਣੀ ਲਾਈਫ ਵਿੱਚ? ਫਿਰ ਇੱਕ ਟਾਈਮ 'ਤੇ ਆ ਕੇ ਨਾ ਇਹ ਪਾਰਟ ਆਫ ਲਾਈਫ ਬਣ ਜਾਂਦਾ ਹੈ। ਵੈਨ ਯੂ ਸੀ ਪੀਪਲ ਅਪਰੋਚਿੰਗ ਯੂ ਐਂਡ ਸੇਇੰਗ ਕਿ ਬਹੁਤ ਮੋਟੀਵੇਸ਼ਨ ਮਿਲਦੀ ਹੈ, ਵੀ ਆਰ ਡਾਊਨ ਇਨ ਆਰ ਲਾਈਫ ਐਂਡ ਯੂ ਗਿਵ ਦ ਮੋਟੀਵੇਸ਼ਨ। ਯਾਰ ਮੈਂ ਤਾਂ ਇੱਦਾਂ ਕੁਛ ਕੀਤਾ ਹੀ ਨਹੀਂ, ਮੇਰਾ ਬਸ ਕੰਸਿਸਟੈਂਟ ਸੀਗਾ ਵਟ ਆਈ ਐਮ ਡੂਇੰਗ ਇਨ ਮਾਈ ਲਾਈਫ। ਇਫ ਦੈਟ ਕੈਨ ਹੈਲਪ ਸਮਬਡੀ ਦੈਨ ਵਾਈ ਨਾਟ। ਜੀ। ਬਸ ਇੱਕ ਉਹ ਬੇਸਿਕ ਜਿਹਾ ਇੱਕ ਫਾਰਮੂਲਾ ਸੀਗਾ ਯਾਰ ਕਿ ਐਵੇਂ ਦੀ ਕੋਈ ਚੀਜ਼ ਨਹੀਂ ਕਰਨੀ, ਦੈਟ ਮੇਕਸ ਨੋ ਸੈਂਸ। ਓਕੇ, ਰਿਲੇਟੇਬਲ ਟੂ ਦ ਮਾਸਸ। ਐਜ਼ ਅ ਸੋਸ਼ਲ ਮੀਡੀਆ ਇਨਫਲੂਐਂਸਰ ਸਾਨੂੰ ਬਹੁਤ ਚੀਜ਼ਾਂ ਕਦੇ ਕਦੇ ਐਸੀ ਕਰਨੀ ਵੀ ਪੈਂਦੀਆਂ ਨੇ ਵਿਚ ਆਰ ਐਕਚੁਅਲੀ ਚੀਜ਼ੀ, ਔਰ ਇਹ ਨੋਰਮਲ ਜੀ ਗੱਲ ਹੈ, ਪੀਪਲ ਡੂ ਇਟ ਜਸਟ ਫॉर द ਫੋਲੋਅਰਸ, ਔਰ ਲੋਕ ਐਕਚੁਅਲੀ ਫੋਲੋ ਵੀ ਉਹਨੂੰ ਨਹੀਂ ਕਰ ਰਹੇ ਨੇ। ਅਗਰ ਤੁਸੀਂ ਮੇਰੇ ਅਕਾਊਂਟ ਦੀ ਗੱਲ ਕਰੋ, ਲਾਈਕ ਮੇਰੇ ਅਕਾਊਂਟ ਦੀ ਅੱਜ ਕੱਲ੍ਹ ਰੀਚ ਹੈਗੀ ਹੈ 5-6 ਲੱਖ ਦੇ ਆਸ-ਪਾਸ ਮੰਥਲੀ ਜਿਹੜੀ ਹੈਗੀ ਹੈ, ਅਤੇ ਕਦੇ 1-2 ਮਿਲੀਅਨ ਵੀ ਸੀਗੀ ਪਿਛਲੇ 6-7 ਮਹੀਨੇ ਵਾਸਤੇ ਲਗਾਤਾਰ ਸੀਗੀ। ਉਹ ਕੁਛ ਰੀਲਸ ਅੱਛੀ ਚੱਲ ਗਈਆਂ, ਪੀਪਲ ਡੋਂਟ ਫੋਲੋ, ਦੇ ਸੇਵ ਦ ਥਿੰਗਸ, they share it, they don't follow. But you know that they are checking you.
ਸੋ ਇਟਸ ਲਾਈਕ ਕਿ ਚੀਜ਼ਾਂ ਅੱਛੀ ਦੈਟਸ ਵਨ ਥਿੰਗ ਦੈਟ ਵੀ ਕੈਨ ਰਿਲੇਟ, ਕਿਉਂਕਿ ਹੁਣ ਚੈਨਲ ਹੈਗਾ ਤੇ ਆਈ ਨੋ ਪੀਪਲ ਡੋਨਟ ਸਬਸਕ੍ਰਾਈਬ ਬਟ ਦੇ ਆਰ ਵਾਚਿੰਗ ਇਟ ਜੀ ਪੀਪਲ ਡੂ ਵਾਚ ਇਟ ਬਟ ਦੇ ਡੋਨਟ ਫੋਲੋ ਜੀ ਲੋਕ ਨਾ ਦੇ ਆਰ ਲੁਕਿੰਗ ਫॉर ਮੋਟੀਵੇਸ਼ਨ ਆਲ ਦ ਟਾਈਮ ਸੋ ਇਟਸ ਲਾਈਕ ਕਿ ਯਾਰ ਤੁਸੀਂ ਕੋਈ ਅੱਛੀ ਚੀਜ਼ ਦਿਓ ਲੋਕਾਂ ਨੂੰ ਲੋਕ ਫੋਲੋ ਕਰਨਗੇ ਮੇਰਾ ਇਨੀਸ਼ੀਅਲੀ ਤਾਂ ਇੱਕ ਟਾਰਗੇਟ ਸੀਗਾ ਕਿ ਉਹਨੂੰ ਬੇਸਿਕ ਜਿਹਾ ਚੈਨਲ ਬਣਾਵਾਂਗਾ ਬਿਕੋਜ਼ ਮਾਈ ਗੋਲ ਵਾਜ਼ ਨੈਵਰ ਟੂ ਬੀ ਅ ਫਿਟਨੈਸ ਇੰਸਟਰਕਟਰ ਔਰ ਅ ਟ੍ਰੇਨਰ ਚਲੋ ਚੀਜ਼ਾਂ ਉੱਦਾਂ ਹੁੰਦੀ ਗਈਆਂ ਅਤੇ ਮੈਂ ਬਣ ਗਿਆ ਅਤੇ ਹੁਣ ਮੇਰਾ ਫੁੱਲ ਟਾਈਮ ਕੰਮ ਹੀ ਆਈ ਆਫਲਾਈਨ ਅਤੇ ਔਨਲਾਈਨ ਸੋ ਜਦੋਂ ਮੈਂ ਇਹ ਚੀਜ਼ ਨੋਟ ਕੀਤੀ ਹੈ ਕਿ ਲੋਕ ਨਾ ਰੈਦਰ ਦੈਨ ਹਾਇਰਿੰਗ ਅ ਟ੍ਰੇਨਰ ਉਹਨਾਂ ਨੂੰ ਨਾ ਰੂਟੀਨ ਵਿੱਚ ਚੀਜ਼ਾਂ ਮੈਨੇਜ ਕਰਨੀਆਂ ਔਖੀਆਂ ਹੁੰਦੀਆਂ ਨੇ ਸੋ ਵੈਨ ਦੇ ਸੀ ਸਮਬਡੀ ਡੂਇੰਗ ਇਟ ਇਨ ਦੇਅਰ ਓਨ ਰੂਟੀਨ ਦੇ ਟਰਾਈ ਟੂ ਫੋਲੋ ਇਟ ਜੀ ਦੇ ਸੀ ਕਿ ਯਾਰ ਇਹ ਅਗਰ ਬੰਦਾ ਸਾਰਾ ਦਿਨ ਟ੍ਰੇਨ ਕਰਕੇ ਲੋਕਾਂ ਨੂੰ ਆਪਣੀ ਰੂਟੀਨ 'ਚ ਡਾਈਟ ਵੀ ਖਾ ਰਿਹਾ ਸਾਰਾ ਕੁਝ ਕਰੀ ਵੀ ਜਾਂਦਾ ਅਤੇ ਵਾਈ ਨਾਟ ਅਤੇ ਉਹ ਚੀਜ਼ ਨੇ ਇੱਕ ਮੋਟੀਵੇਸ਼ਨ ਦੇਤੀ ਉਹਨੂੰ ਲੋਕ ਕਹਿੰਦੇ ਆ ਕਿ ਅੱਛਾ ਕਰ ਰਹੇ ਹੋ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਡਾਈਟ ਜਾਂ ਵਰਕਆਊਟ ਕਰਨ ਦੀ ਰੀਸੈਂਟਲੀ ਆਈ ਹੈਡ ਅ ਸਰਜਰੀ ਲਾਸਟ ਈਅਰ ਉਸ ਤੋਂ ਬਾਅਦ ਆਈ ਸਟਾਰਟਡ ਵਰਕਿੰਗ ਆਊਟ ਬਹੁਤ ਲੋਕਾਂ ਨੇ ਅਪਰੋਚ ਕੀਤਾ ਕਿ ਵੀ ਗੇਵ ਅਪ ਨਾਓ ਵੀ ਆਰ ਆਲਸੋ ਵਰਕਿੰਗ ਆਊਟ ਐਜ਼ ਯੂ ਆਰ ਸੋ ਉਹ ਇੱਕ ਮੋਟੀਵੇਸ਼ਨ ਦਿੰਦੀ ਹੈ ਸਾਨੂੰ ਚੀਜ਼ ਕਿ ਹਾਂ ਠੀਕ ਹੈ ਯਾਰ ਚਲੋ ਕੋਈ ਤਾਂ ਮੋਟੀਵੇਟ ਹੋ ਰਿਹਾ ਐਂਡ ਆਈ ਥਿੰਕ ਬੜੀ ਵਾਰੀ ਇਹ ਉਲਟਾ ਵੀ ਕੰਮ ਕਰਦਾ ਕਿ ਕਿਉਂਕਿ ਤੁਸੀਂ ਮੋਟੀਵੇਟ ਤੇ ਕਰ ਹੀ ਰਹੇ ਹੋ ਦੂਜਿਆਂ ਨੂੰ ਬੜੀ ਵਾਰੀ ਜਦੋਂ ਬੰਦਾ ਖੁਦ ਡਾਊਨ ਹੁੰਦਾ ਨਾ ਤੇ ਕਿਸੇ ਦਾ ਮੈਸੇਜ ਆਉਂਦਾ ਅਸੀਂ ਮੋਟੀਵੇਟ ਹੋ ਜਾਂਦੇ ਹਾਂ ਕਿ ਆਈ ਗੋਟਾ ਡੂ ਸਮਥਿੰਗ ਫॉर द ਪੀਪਲ ਆਈ ਐਮ ਡੂਇੰਗ ਇਟ ਫॉर ਜੀ ਸੋ ਇਫ ਦੈਟ ਮੇਕਸ ਸੈਂਸ ਜੀ ਬਿਲਕੁਲ ਦੈਟਸ ਟੋਟਲੀ ਪ੍ਰੋਪੋਰਸ਼ਨਲ ਦੋਵੇਂ ਪਾਸੇ ਮੋਟੀਵੇਸ਼ਨ ਹੈ ਐਦਾਂ ਤੇ ਹੈਗਾ ਨਹੀਂ ਕਿ ਮੈਂ 100% ਮੋਟੀਵੇਟਡ ਆਲ ਦ ਟਾਈਮ ਥਿੰਗਸ ਗੋ ਅਪ ਐਂਡ ਡਾਊਨ ਟੂ ਦੋਵੇਂ ਪਾਸੇ ਜੀ ਅਤੇ ਇੱਕ ਇਹ ਬੜੀ ਅੱਛੀ ਚੀਜ਼ ਹੈ ਤੁਹਾਡੀ ਕਿ ਯੂ ਸੋ ਅਪਫਰੰਟ ਤੁਸੀਂ ਬੜਾ ਇੱਦਾਂ ਖੁੱਲ੍ਹ ਕੇ ਜਿਵੇਂ ਗੱਲ ਕਰ ਰਹੇ ਹੋ ਨਾ ਕਿ ਜਿਵੇਂ ਕਿ ਇਨਫਲੂਐਂਸਰ ਬਣ ਕੇ ਕਈ ਚੀਜ਼ ਥਿੰਗਸ ਵੀ ਕਰਨੀਆਂ ਪੈਂਦੀਆਂ ਕਈ ਵਾਰੀ ਜੋ ਕਰਨਾ ਪੈਂਦਾ ਦੈਟਸ ਨਾਟ ਸਮਥਿੰਗ ਜਿਹੜਾ ਲੋਕੀ ਬੜਾ ਨਾਰਮਲੀ ਬੋਲ ਦਿੰਦੇ ਆ ਦੇਖੋ ਮੇਰੀ ਕੋਸ਼ਿਸ਼ ਰਹਿੰਦੀ ਹੈ ਵੀਰੇ 80 to 90% ਕੰਟੈਂਟ ਤੇ ਉਹ ਦਿੱਤਾ ਜਾਏ ਜਿਹੜਾ ਕਿਸੇ ਦੀ ਹੈਲਪ ਕਰੇ ਇਫ ਦ ਕੰਟੈਂਟ ਇਜ਼ ਹੈਲਪਿੰਗ ਦੈਨ ਯੂ ਡੋਂਟ ਨੀਡ ਟੂ ਆਸਕ ਪੀਪਲ ਟੂ ਫੋਲੋ ਔਰ ਡੂ ਐਨੀਥਿੰਗ ਇਫ ਇਟ ਇਜ਼ ਹੈਲਪਿੰਗ ਪੀਪਲ ਵਿਲ ਐਕਚੁਅਲੀ ਰਿਕਗਨਾਈਜ਼ ਯੂ ਜੀ ਜੇ ਲੋਕ ਅਗਰ ਇੱਕ ਅਕਾਊਂਟ ਦੀ ਮੇਰੇ ਨਹੀਂ ਕਿਸੇ ਦੇ ਵੀ ਅਕਾਊਂਟ ਦੀ ਇੱਕ ਸਪੈਸੀਫਿਕ ਰੀਚ ਹੈਗੀ ਹੈ ਦੈਟ ਇਟ ਮੀਨਸ ਲੋਕ ਦੇਖ ਤਾਂ ਰਹੀ ਨੇ ਚਾਹੇ ਫੋਲੋ ਨਹੀਂ ਵੀ ਕਰ ਰਹੇ ਬਟ ਮੇਕ ਸ਼ੋਰ ਕਿ ਉਹ ਸਹੀ ਚੀਜ਼ ਦੇਖਣ ਸੋ ਮੈਂ ਇਹੀ ਕੋਸ਼ਿਸ਼ ਕਰਦਾ ਕਿ ਚਾਹੇ ਫਿਟਨੈਸ ਦੀ ਮੇਰੀ ਜਿਹੜੀ ਵੀਡੀਓ ਸ਼ੁਰੂ ਹੋਈ ਸੀ ਨਾ ਚੱਲਣੀਆਂ ਬਹੁਤ ਜ਼ਿਆਦਾ ਉਹ ਸ਼ੁਰੂ ਹੋਈ ਸੀਗੀ ਵੀਰੇ ਮੇਰੀ ਨਾ ਇੱਕ ਵੀਡੀਓ ਸੀਗੀ ਜਿਹੜੀ ਮੈਂ ਪਾਈ ਸੀ ਕਿ ਮੈਗਡੀ ਦੇ ਉੱਤੇ ਮਤਲਬ ਮੇਰੀ ਟਿਮ ਹਾਰਟਨਸ ਦੀ ਵੀਡੀਓਜ਼ ਲਾ ਲਓ ਜਾਂ ਜੀ ਹੈਲਦੀ ਫੂਡ ਆਊਟਸਾਈਡ ਵਾਟ ਆਰ ਦ ਆਪਸ਼ਨਸ ਯੂ ਸ਼ੁੱਡ ਹੈਵ ਜਾਂ ਇਹ ਵਾਲਾ ਬੇਗਲ ਖਾਣਾ ਚਾਹੀਦਾ ਇਹ ਖਾਣਾ ਚਾਹੀਦਾ ਕੌਫੀ ਇਹ ਵਾਲੀ ਪੀਣੀ ਚਾਹੀਦੀ ਕਿ ਇਹ ਵਾਲੀ ਪੀਣੀ ਚਾਹੀਦੀ ਹੈ ਜਿਹੜੀ ਚੀਜ਼ਾਂ ਰਿਲੇਟ ਕਰ ਪਾ ਰਹੀ ਸੀ ਲੋਕਾਂ ਨਾਲ ਉਹ ਲਿਟਰਲੀ ਲੋਕਾਂ ਨਾਲ ਜਦ ਚੀਜ਼ ਰਿਲੇਟ ਕੀਤੀ ਲੋਕਾਂ ਨੇ ਲਾਈਕ ਕੀਤਾ ਜੀ ਉਸ ਤੋਂ ਬਾਅਦ ਮੈਂ ਇੱਕ ਵੀਡੀਓ ਪਾਈ ਮੈਗਡੀ ਦੇ ਉੱਤੇ ਕਿ ਮੈਗਡੀ ਵਿੱਚ ਇਹ ਹੈਲਦੀ ਆਪਸ਼ਨਸ ਹੈਗੇ ਨੇ ਜਿਹੜੇ ਤੁਹਾਨੂੰ ਖਾਣੇ ਚਾਹੀਦੇ ਨੇ ਲਾਈਕ ਦੇਰ ਵਾਜ਼ ਅ ਬਰਗਰ ਕਾਲਡ ਪਤਾ ਨਹੀਂ ਸੈਂਡਵਿਚ ਸੀਗਾ ਚਿਕਨ ਸੈਂਡਵਿਚ ਕਰਕੇ ਉਹ ਲੋਕਾਂ ਨੇ ਮਤਲਬ ਅੱਛੀ ਚੀਜ਼ ਤਾਂ ਪਿਕ ਕੀਤੀ ਪਰ ਉਹਦੇ ਉੱਤੇ ਜਿਹੜੀ ਕਮੈਂਟਿੰਗ ਸ਼ੁਰੂ ਹੋਈ ਉਹ ਅਲੱਗ ਹੀ ਸ਼ੁਰੂ ਹੋ ਗਿਆ ਉਹ ਨੈਰੇਟਿਵ ਕਿਤੇ ਹੋਰ ਚਲਾ ਗਿਆ ਮੈਂ ਉੱਥੇ ਦੱਸਣਾ ਚਾਹ ਰਿਹਾ ਸੀਗਾ ਜੇ ਤੁਸੀਂ ਮੈਕਡੀ ਜਾਓ ਕਿ ਦੇਰ ਆਰ ਫਿਊ ਆਪਸ਼ਨਸ ਵਿਚ ਯੂ ਕੈਨ ਹੈਵ ਅਗਰ ਤੁਸੀਂ ਕੋਈ ਡਾਈਟ ਫੋਲੋ ਕਰਨਾ ਚਾਹੁੰਦੇ ਹੋ ਤਾਂ ਇਹ ਚੀਜ਼ ਫੋਲੋ ਕਰ ਸਕਦੇ ਹੋ ਤੁਸੀਂ ਪਰ ਉੱਥੇ ਚੀਜ਼ਾਂ ਸ਼ੁਰੂ ਹੋ ਗਈ ਤੂੰ ਸਿੱਖ ਹੋ ਗਏ ਤੂੰ ਚਿਕਨ ਖਾਈ ਜਾਣਾ ਉਹ ਚੀਜ਼ ਬਹੁਤ ਫੋਲੋ ਉਹ ਲੋਕਾਂ ਨੇ ਮਤਲਬ ਉਹ ਫੜ ਹੀ ਲਈ ਚੀਜ਼ ਦੂਜਾ ਰੌਂਗ ਐਂਡ ਫੜ ਲਿਆ ਹਾਂਜੀ ਕਿ ਤੇਰੀ ਦਾੜੀ ਖੁੱਲੀ ਆ ਤੂੰ ਚਿਕਨ ਖਾਣਾ ਵੀ ਤੂੰ ਕੀ ਪ੍ਰਮੋਟ ਕਰੀ ਜਾਣਾ ਯਾਰ ਮੈਂ ਕਿਹਾ ਇਹ ਨਵੀਂ ਚੀਜ਼ ਹੈ ਤੁਹਾਡੇ ਵਾਸਤੇ ਕਿੱਥੋਂ ਆਏ ਤੁਸੀਂ ਜਿਹੜੇ ਜਗ੍ਹਾ ਤੋਂ ਅਸੀਂ ਆਉਂਦੇ ਹਾਂ ਇੰਨਾ ਤਾਂ ਨਹੀਂ ਇਸ ਚੀਜ਼ ਨੂੰ ਨੋਰਮਲਾਈਜ਼ ਚੀਜ਼ ਇਹ ਹੈ ਵੀ ਚਿਕਨ ਖਾ ਰਹੇ ਨੇ ਆਪਣੇ ਲੋਕ ਕਿੰਨੀ ਕੁ ਵੱਡੀ ਗੱਲ ਹੈ ਜੀ ਮਤਲਬ ਇਹ ਇੰਨੀ ਮਤਲਬ ਸਟਾਰਲਾਈਟ ਕਰਨ ਵਾਲੀ ਚੀਜ਼ ਤਾਂ ਨਹੀਂ ਹੈਗੀ ਨਾ ਕਿ ਮੈਂ ਇਕੱਲਾ ਚਿਕਨ ਖਾ ਰਿਹਾ ਵੀ ਦਾੜੀ ਮੇਰੀ ਖੁੱਲੀ ਹੈ ਮੈਂ ਚਿਕਨ ਨਹੀਂ ਖਾ ਸਕਦਾ ਮੈਂ ਕਿਹਾ ਤੁਸੀਂ ਲੋਕ ਉਹੀ ਗਾਣਾ 'ਤੇ ਨੱਚ ਰਹੇ ਹੋ ਦਾਰੂ ਪੀ ਕੇ ਯਾਰ ਮੈਂ ਮਤਲਬ ਕੋਈ ਗੰਦੀ ਚੀਜ਼ ਤਾਂ ਨਹੀਂ ਪ੍ਰਮੋਟ ਕਰੀ ਜਾਂਦਾ ਅੱਛਾ ਜੇ ਤੁਹਾਨੂੰ ਚੀਜ਼ ਨਹੀਂ ਅੱਛੀ ਲੱਗਦੀ ਤਾਂ ਠੀਕ ਹੈ ਅੱਛਾ ਉਹੀ ਇੱਕ ਵੀਡੀਓ ਵਿੱਚ ਮੇਰੇ 5000 ਸੇਵ ਸੀਗਾ ਟਿਕਟੋਕ 'ਤੇ ਅੱਛਾ ਅਤੇ ਮੇਰੇ ਖਿਆਲ ਤੋਂ 6-7 ਲੱਖ ਵਿਊ ਸੀਗੇ ਉਹਦੇ ਔਰ ਟਿਕਟ ਇੱਥੇ ਇੰਸਟਾਗ੍ਰਾਮ 'ਤੇ ਬਹੁਤ ਲੋਕਾਂ ਨੇ ਚੱਕ ਲਈ ਉਹ ਬੜੇ ਪੇਜਾਂ ਨੇ ਚੱਕ ਲਈ ਉਹ ਕਿਉਂਕਿ ਉਹ ਚੀਜ਼ ਆਲਰੇਡੀ ਹਾਈਪ 'ਤੇ ਚਲੀ ਗਈ ਕੋਈ ਹੋਰ ਰੀਜ਼ਨਸ ਕਰਕੇ ਔਰ ਮੈਂ ਦੇਖ ਰਿਹਾ ਆਪਣੇ ਸਰਦਾਰ ਲੋਕ ਜਾਂ ਆਪਣੇ ਸਿੰਘ ਲੋਕ ਇਹ ਚੀਜ਼ ਨੂੰ ਕੁਐਸਚਨੇਬਲ ਬਣਾ ਰਹੇ ਨੇ ਮੈਂ ਕਿਹਾ ਯਾਰ ਇਹ ਚੀਜ਼ ਨੋਰਮਲਾਈਜ਼ ਹੋਣੀ ਚਾਹੀਦੀ ਹੈ ਮਤਲਬ ਇਹ ਮੇਰੀ ਆਪਣੀ ਵਿਸ਼ ਹੈ ਕਿ ਮੈਂ ਖਾ ਰਿਹਾ ਨਹੀਂ ਖਾ ਰਿਹਾ ਪਰ ਚਲੋ ਮਤਲਬ ਇਹ ਚੀਜ਼ ਤੁਹਾਡੇ ਵਾਸਤੇ ਇੱਕ ਆਸਟ੍ਰਾਸਾਈਜ਼ਿੰਗ ਨਹੀਂ ਹੋਣੀ ਚਾਹੀਦੀ ਯਾਰ ਇਹ ਕਿੱਦਾਂ ਇਹ ਤਾਂ ਪਹਿਲੀ ਵਾਰ ਹੋ ਰਿਹਾ ਪੂਰੀ ਦੁਨੀਆ 'ਚ ਇਹ ਚੀਜ਼ਾਂ ਬਹੁਤ ਹੋਈਆਂ ਉਹ ਵੀਡੀਓ ਚੱਲ ਗਈ ਅੱਛਾ ਮੁੜ ਕੇ ਫਿਰ ਉਹ ਇੱਕ ਉਸ ਤੋਂ ਬਾਅਦ ਕਿ ਉਹਨੂੰ ਆਡੀਅੰਸ ਵੀ ਮਿਲ ਗਈ ਉੱਥੋਂ ਚਲੋ ਕਹਿ ਲਓ ਚਾਹੇ ਜਿਵੇਂ ਮਰਜ਼ੀ ਅੱਛਾ ਉਸ ਤੋਂ ਬਾਅਦ ਘਰ ਵਾਲੀ ਵੀਡੀਓ ਚੱਲ ਗਈਆਂ ਕਿ ਤੁਹਾਨੂੰ ਨੋਰਮਲ ਡਾਈਟਸ ਕੀ ਖਾਣਾ ਚਾਹੀਦਾ ਕਿ ਲੈਟਸ ਸੇ ਤੁਹਾਡੀ ਮੰਚਿੰਗ ਕਿੱਦਾਂ ਨਹੀਂ ਹੋਣੀ ਚਾਹੀਦੀ ਹੈ ਕਿ ਛੋਲੇ ਖਾਣੇ ਚਾਹੀਦੇ ਨੇ ਨਹੀਂ ਖਾਣੇ ਚਾਹੀਦੇ ਜਾਂ ਮੰਚਿੰਗ ਕਰਨੀ ਚਾਹੀਦੀ ਹੈ ਚਿਪਸ ਦੀ ਨਹੀਂ ਕਰਨੀ ਚਾਹੀਦੀ ਜੋ ਵੀ ਜਿਵੇਂ ਡੇ ਟੂ ਡੇ ਪ੍ਰੋਬਲਮਸ ਆਉਂਦੀਆਂ ਤੁਸੀਂ ਉਹਨੂੰ ਫੜ ਕੇ ਉਹਦੇ 'ਤੇ ਵੀਡੀਓ ਉਹਨਾਂ ਦੀ ਵੀਡੀਓਜ਼ ਮੈਂ ਬਹੁਤ ਰੈਗੂਲਰ ਪਾਈਆਂ ਅਤੇ ਉਹ ਮੇਰੀ ਸਾਰੀ ਵੀਡੀਓਜ਼ ਚੱਲੀਆਂ ਲਾਈਕ ਜੈਨੂਅਨਲੀ ਲੱਖ ਵਿਊ ਸਾਰਿਆਂ ਨਾਲ ਟੱਪਿਆ
ਐਂਡ ਵਿਜੇ ਤੁਸੀਂ ਸਰਦਾਰਾਂ ਸਿੱਖਾਂ ਦੀ ਗੱਲ ਜਿਵੇਂ ਕਰ ਰਹੇ ਹੋ, ਜੀ ਇੱਕ ਹੋਰ ਚੀਜ਼ ਬੜੀ ਕੌਨਸਟੈਂਟ ਹੈਗੀ ਕਿ ਜਿਵੇਂ ਤੁਸੀਂ ਜਦੋਂ ਵਰਕਆਊਟ ਕਰਦੇ ਹੁੰਦੇ ਹੋ ਜੀ ਪਿੱਛੇ ਮੈਨੀ ਟਾਈਮਸ ਮੈਂ ਇਹੀ ਨੋਟਿਸ ਕੀਤਾ ਕਿ ਨਾਰਮਲ ਮਿਊਜ਼ਿਕ ਨਹੀਂ ਲੱਗਾ ਹੁੰਦਾ, ਜਿਵੇਂ ਵੈਸਟਰਨ ਹਿਪ ਹੌਪ ਕਹਿ ਲਓ, ਪਿੱਛੇ ਜਾਂ ਦੀਵਾਰਾਂ ਲੱਗੀਆਂ ਹੁੰਦੀਆਂ ਜਾਂ ਕੋਈ ਆਪਣੇ ਜਿਵੇਂ ਕਹਿ ਲਓ ਕਿ ਕੀ ਨਾਮ ਦੇਵਾਂਗੇ ਉਹਨਾਂ ਨੂੰ, ਜਿਵੇਂ ਸਿੱਖੀ ਸਿਧਾਂਤਾਂ 'ਤੇ ਜਿਹੜੇ ਗਾਣੇ ਹੁੰਦੇ ਆ ਜਾਂ ਜਿਵੇਂ ਸਿੱਖੀ ਗਾਣੇ ਕਹਿ ਲਓ, ਪਿੱਛੋਂ ਲੱਗਿਆ ਹੁੰਦਾ। ਸੋ ਜਿਵੇਂ ਇੱਕ ਤੁਸੀਂ ਫਿਟਨੈਸ 'ਤੇ ਹੈਗੇ ਹੀ ਹੋ, ਬਟ ਬੀਇੰਗ ਅ ਸਿੱਖ ਵਿਦ ਸਾਬਤ ਸੂਰਤ ਸਰੂਪ, ਕਿ ਤੁਹਾਡੀ ਦਾੜੀ ਹੈਗੀ ਹੈ, ਤੁਹਾਡੇ ਕੇਸ ਹੈਗੇ ਆ। ਸੋ ਬੀਇੰਗ ਦ ਸਿੱਖ ਐਂਡ ਲੀਡਿੰਗ ਦ ਵੇ ਹੈ ਨਾ, ਕਿ ਫਿਟਨੈਸ 'ਚ ਜਾ ਕੇ ਯੂ ਡੋਂਟ ਨੀਡ ਟੂ ਵੈਕਸ ਯੋਰ ਸੈਲਫ, ਕਿਉਂਕਿ ਨੋਰਮਲੀ ਤਾਂ ਦੇਖਿਆ ਮੇਰੇ ਵੀ ਇੱਕ ਦੋ ਫਰੈਂਡਸ ਪਰਸਨਲੀ ਹੈਗੇ ਆ ਜਿਹੜੇ ਜਦੋਂ ਫਿਟਨੈਸ ਪਏ ਆ ਦੇ ਬਿਲਡ ਅਪ ਦੇ ਮਸਲਸ ਹੈ ਨਾ, ਉਹਨਾਂ ਦੀ ਚੈਸਟ ਡੋਲੇ ਸ਼ੋਲੇ ਸਾਰੇ ਬਣ ਗਏ। ਹੁਣ ਕਿਉਂਕਿ ਉਹਦਾ ਪ੍ਰਗਟਾਵਾ ਕਰਨਾ ਹੈ ਓਬਵੀਅਸਲੀ ਹੈ ਨਾ, ਮਿਹਨਤ ਲਾਈਏ, ਚਲੋ ਬੰਦਾ ਕਹਿੰਦਾ ਮੈਂ ਦਿਖਾਵਾਂ, ਅਤੇ ਉਹਨਾਂ ਨੇ ਹੁਣ ਆਪਣੀ ਚੈਸਟ ਵੈਕਸ ਕੀਤੀ, ਸਭ ਕੁਝ ਦੇ ਆਰ ਜਿਵੇਂ ਕਹਿ ਲਓ ਕਿ ਉਹਨਾਂ ਨੇ ਆਪਣਾ ਕਰਾ ਲਿਆ, ਦੇ ਆਰ ਕੇਸ ਫਰੀ। ਸੋ ਤੁਸੀਂ ਉਹ ਵਾਲੀ ਚੀਜ਼ ਨੂੰ ਕਿਵੇਂ ਟੈਕਲ ਕਰਦੇ ਹੋ ਕਿ ਜਿਵੇਂ ਜਦੋਂ ਦੁਨੀਆ ਅੱਗੇ ਖੜ੍ਹੇ ਹੋਣਾ ਵੀ ਪੈਂਦਾ, ਬਟ ਤੁਸੀਂ ਚੂਜ਼ ਕਰ ਰਹੇ ਹੋ ਐਵਰੀ ਡੇ ਕਿ ਨਹੀਂ, ਕਿ ਮੇਰੀ ਹਾਂ ਦਾੜੀ ਹੈਗੀ ਹੈ ਅਤੇ ਮੇਰੇ ਕੇਸ ਹੈਗੇ ਆ ਸਰੀਰ 'ਤੇ? ਮੈਂ ਵੀਰੇ ਇਹ ਗੱਲਾਂ ਅੱਜ ਤੱਕ ਕਿਸੇ ਨਾਲ ਸ਼ੇਅਰ ਨਹੀਂ ਕੀਤੀ, ਕਿਉਂਕਿ ਤੁਸੀਂ ਗੱਲ ਛੇੜੀ ਹੈ ਨਾ, ਅਤੇ ਇਹ ਨਾ ਲਾਈਕ ਮੈਂ ਨਹੀਂ ਕਹਿੰਦਾ ਕਿ ਮੈਂ ਬੜਾ ਸਟਰੋਂਗ ਸੀਗਾ ਸਟਾਰਟਿੰਗ ਤੋਂ ਹੀ, ਜਾਂ ਮੇਰੇ ਦਿਲ 'ਚ ਕਦੇ ਆਇਆ ਨਹੀਂ, ਬਿਕੋਜ਼ ਇੰਡਸਟਰੀ ਇਹੋ ਜਿਹੀ ਹੈ 100% ਜੋ ਦਿਖਦਾ ਉਹੀ ਵਿਕਦਾ ਇੱਥੇ। ਅੱਜ ਤੋਂ 7-8 ਸਾਲ ਪਹਿਲੇ ਮੈਂ ਜਦੋਂ ਚੰਡੀਗੜ੍ਹ ਰਹਿੰਦਾ ਸੀਗਾ ਉਸ ਟਾਈਮ 'ਤੇ ਮੇਰਾ ਨਾ ਮੋਡਲਿੰਗ 'ਚ ਬੜਾ ਉਸ ਟਾਈਮ ਰੁਝਾਨ ਹੋ ਗਿਆ ਸੀਗਾ ਕਿ ਮੋਡਲਿੰਗ ਕਰਨੀ ਯਾਰ ਮੈਂ। ਅਤੇ ਮੈਂ ਚੰਡੀਗੜ੍ਹ ਮੂਵ ਕਰ ਗਿਆ, ਉੱਥੇ ਮੈਂ ਇੱਕ ਏਜੰਸੀ ਸੀਗੀ ਉਸ ਟਾਈਮ 'ਤੇ, ਉੱਥੇ ਉਹਨਾਂ ਨਾਲ ਮੇਰਾ MOU ਸਾਈਨ ਹੋ ਗਿਆ ਅਤੇ ਮੈਨੂੰ ਉਹ ਐਡ ਸ਼ੂਟਸ ਦੇਣ ਲੱਗ ਗਏ ਜਾਂ ਮੈਨੂੰ ਮੋਡਲਿੰਗ ਕਰਾਉਣ ਲੱਗ ਗਏ। ਕੁਝ ਰੈਂਪ ਵਾਕਸ ਵੀ ਕੀਤੀਆਂ ਮੈਂ ਉਸ ਟਾਈਮ ਉੱਥੇ। ਅਤੇ ਮੇਰਾ ਨਾ ਇੱਕ ਸ਼ੂਟ ਸੀਗਾ ਉੱਥੇ ਮੋਹਾਲੀ ਦੇ ਵਿੱਚ, ਨਾਰਥ ਕੰਟਰੀ ਮਾਲ ਹੈ ਉੱਥੇ ਇੱਕ, ਹੁਣ ਤਾਂ ਨਾਮ ਚੇਂਜ ਹੋ ਗਿਆ ਸ਼ਾਇਦ ਉਹਦਾ, 2014-15 ਦੀ ਗੱਲ ਹੋਣੀ ਹੈ। ਅਤੇ ਮੈਂ ਨਵਾਂ ਪਤਲਾ ਸੀ ਉਸ ਟਾਈਮ, ਚਲੋ ਇੱਕ ਇਹ ਹੈਗਾ ਵੀ ਸੀਗਾ ਕਿ ਮੋਡਲਿੰਗ ਕਰਨੀ ਹੈ। ਅਤੇ ਉੱਥੇ ਉਹਨਾਂ ਨੇ ਇੱਕ ਨਾ ਕੰਡੀਸ਼ਨ ਲਾ ਦਿੱਤੀ, ਕਹਿੰਦੇ ਕਿ ਯੋਰ ਆਰਮ ਸ਼ੁੱਡ ਬੀ ਵੈਕਸਡ ਇਫ ਯੂ ਵਾਂਟ ਟੂ ਗੋ ਔਨ ਦ ਰੈਂਪ। ਓਕੇ, ਉਹ ਕੰਡੀਸ਼ਨ ਲਾ ਦਿੱਤੀ ਜਿਹਨਾਂ ਦਾ ਸ਼ੋਅ ਸੀਗਾ। ਅਤੇ ਅੱਛਾ, ਜਦੋਂ ਤੁਸੀਂ, ਮੇਰੀ ਏਜ ਉਸ ਟਾਈਮ ਸੀਗੀ 16-17 ਸਾਲ। ਓਕੇ, ਉਸ ਟਾਈਮ ਨਾ ਤੁਹਾਨੂੰ ਇਹ ਚੀਜ਼ਾਂ ਨਹੀਂ ਸਮਝ ਆਉਂਦੀਆਂ, ਚਾਹੇ ਸਾਡੇ ਘਰ ਵਿੱਚੋਂ ਸਿੱਖੀ ਨਿਕਲੀ ਹੈ ਜਾਂ ਮੈਂ ਉੱਥੋਂ ਹੀ ਸਿੱਖਿਆ ਸਾਰਾ ਕੁਛ, ਬਟ ਇੱਕ ਟਾਈਮ 'ਤੇ ਆ ਕੇ ਜਦੋਂ ਤੁਸੀਂ ਬਾਹਰ ਜਾਂਦੇ ਹੋ ਨਾ, ਆਪਣੇ ਸ਼ਹਿਰ ਤੋਂ, ਆਪਣੀ ਜਗ੍ਹਾ ਤੋਂ ਉੱਠ ਕੇ, ਇਹ ਚੀਜ਼ਾਂ ਬਹੁਤ ਕਾਊਂਟ ਕਰਦੀਆਂ ਨੇ। ਕਿ ਬਿਕੋਜ਼ ਇੱਕ ਮੇਰੇ ਦਿਮਾਗ 'ਚ ਯਾਰ ਗਰੋ ਕਰਨਾ, ਕਿਸੇ ਫਾਰਮ 'ਚ ਵੀ ਗਰੋ ਕੀਤਾ ਜਾਏ ਜੀ, ਕਿਉਂਕਿ ਬੰਦਾ ਪ੍ਰੋਡਕਟਿਵ ਸੋਚਦਾ ਹੀ ਆਪਣੇ ਬਾਰੇ, ਅਤੇ ਇਹ ਚੀਜ਼ਾਂ ਬੰਦਾ ਕਹਿੰਦਾ ਠੀਕ ਹੈ ਯਾਰ ਹੁਣ ਕਰਨਾ ਹੀ ਪਊਗਾ। ਚਲੋ ਉਸ ਟਾਈਮ ਮੈਂ ਇੱਕ ਪਤਾ ਨਹੀਂ ਕਿੱਦਾਂ ਡਿਸੀਜਨ ਲੈ ਕੇ ਆ ਗਿਆ ਕਿ ਮੈਂ ਕਿਹਾ ਨਹੀਂ ਕਰਨਾ, ਗੱਲ ਖਤਮ, ਕਿ ਅੱਜ ਮੈਂ ਰੈਡੀ ਨਹੀਂ ਹੈਗਾ, ਮੈਂ ਦੇਖ ਲਾਂਗਾ ਮੁੜ ਕੇ। ਇੱਕ ਵਾਰ ਦਿਲ ਬਣ ਜਾਂਦਾ ਬੰਦੇ ਦਾ, ਕੋਈ ਨਹੀਂ ਯਾਰ ਇੱਕ ਵੱਡੀ ਸਟੇਜ ਮਿਲ ਰਹੀ ਹੈ, ਕਰ ਲੈਂਦੇ ਹਾਂ। ਚਲੋ ਉਸ ਟਾਈਮ ਇੱਕ ਸਟੈਪ ਲੈ ਲਿਆ ਕਿ ਨਹੀਂ ਕਰਨਾ, ਬੈਕ ਸਟੈਪ ਕਰ ਲਿਆ। ਅਤੇ ਆ ਕੇ ਮੈਂ ਅਰਦਾਸ ਕੀਤੀ ਗੁਰੂ ਸਾਹਿਬ ਅੱਗੇ ਕਿ ਗੁਰੂ ਸਾਹਿਬ ਤੁਹਾਡੇ ਹੱਥ ਹੈ, ਜੋ ਵੀ ਹੈਗਾ ਕਰਾਉਣਾ ਕਰਾ ਦਿਓ, ਨਹੀਂ ਕਰਾਉਣਾ ਚ ਨਾ ਕਰਾਇਓ, ਤੁਹਾਡੇ ਹੱਥ ਹੈ। ਮੈਨੂੰ ਨਹੀਂ ਪਤਾ ਮੈਂ ਕੀ ਕਰਾਂਗਾ, ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਨਾ। ਔਰ ਮੇਰੇ ਨਾਲ ਇੱਕ ਵਾਰ ਨਹੀਂ ਹੋਇਆ ਵੀਰੇ, ਬਹੁਤ ਵਾਰ ਹੋਇਆ, ਕਿਉਂਕਿ ਮੈਨੂੰ ਇਸ ਲਾਈਨ 'ਚ ਲਿਟਰਲੀ ਬਹੁਤ ਟਾਈਮ ਹੋ ਗਿਆ ਜੀ। ਅਤੇ ਇਹ ਗੱਲ ਬਹੁਤ ਸੱਚ ਹੈ ਇਸ ਇੰਡਸਟਰੀ ਵਿੱਚ ਕਿ ਜੋ ਦਿਖੂਗਾ ਉਹ ਵਿਕੂਗਾ, ਅਤੇ ਬੰਦਾ ਚਾਹੁੰਦਾ ਕਿ ਦਿਖੇ ਜਲਦੀ ਤੋਂ ਜਲਦੀ। ਇੱਕ ਵਾਰੀ ਉਹਨੂੰ ਕਿਸੇ ਨੇ ਕਿਹਾ ਵੈਕਸ ਕਰ ਲਿਆ ਕਰ, ਉਹ 1-2 ਵਾਰ ਵੈਕਸ ਕਰਨੀ ਸ਼ੁਰੂ ਕਰਤੀ ਮੈਂ ਇੱਥੋਂ ਕਿ ਉਹਨੂੰ ਸੋਹਣਾ ਦਿਖਣਾ। ਉਹ ਯਾਰ ਏਜ ਐਸੀ ਸੀਗੀ, ਉਹ ਫਿਰ ਮੁੜ ਕੇ ਫੀਲ ਹੋਇਆ ਯਾਰ ਮੈਂ ਕਰੀ ਕੀ ਜਾਣਾ। ਚਲੋ ਮਾਫੀ ਮੰਗੀ ਆ ਮੈਂ ਨਾ, ਇੱਕ ਅਰਦਾਸ ਜ਼ਰੂਰ ਕੀਤੀ ਹੈ ਸ਼ੁਰੂ ਤੋਂ, ਬਹੁਤ ਕੰਮ ਕੀਤੀ ਹੈ ਮੇਰੇ ਵਾਸਤੇ ਉਹ, ਅਤੇ ਰਸਤੇ ਨਾ ਆਪੇ ਨਿਕਲਦੇ ਚਲੇ ਗਏ ਨੇ, ਖਾਸ ਕਰ ਸਿੱਖੀ ਵਿੱਚ। ਅਤੇ ਖਾਸ ਕਰਕੇ ਕਿਉਂਕਿ ਮੇਰੀ ਨਾ ਸ਼ੁਰੂ ਤੋਂ ਲਾਈਨ ਇਹ ਰਹੀ ਹੈ, ਅਤੇ ਇਹਦੇ ਵਿੱਚ ਮੈਂ 90% ਲੋਕਾਂ ਨੂੰ ਦੇਖਿਆ ਅਤੇ ਕੰਪਰੋਮਾਈਜ਼ ਕੀਤਾ ਹੀ ਜਾਂਦਾ, ਅਤੇ ਉਹਨੂੰ ਬੜਾ ਨੋਰਮਲਾਈਜ਼ ਕੀਤਾ ਜਾ ਰਿਹਾ ਕੰਪਰੋਮਾਈਜ਼ ਕਰਨ ਨੂੰ ਵੀ। ਜਿੱਦਾਂ ਕਿ ਅੱਜ ਕੱਲ੍ਹ ਦਾੜੀ ਕਰਨ ਨੂੰ ਬੜਾ ਨੋਰਮਲਾਈਜ਼ ਕੀਤਾ ਜਾ ਰਿਹਾ। ਦਾੜੀ ਕਰਲ ਕਰਾਉਣੀ ਤਾਂ ਨੋਰਮਲਾਈਜ਼ਡ ਹੈ, ਉਹ ਬੜੀ ਚੀਜ਼, ਉਹ ਇੱਦਾਂ ਹੀ ਇਹ ਚੀਜ਼ ਨੋਰਮਲਾਈਜ਼ਡ ਹੈ। ਸੋ ਉਹ ਨਾ ਇੱਕ ਵਾਹਿਗੁਰੂ ਹੱਥ ਛੱਡਤੀ ਸੀਗੀ ਮੈਂ ਚੀਜ਼, ਉਹ ਕਿ ਯਾਰ ਵਾਹਿਗੁਰੂ ਤੁਸੀਂ ਹੋ, ਮੈਂ ਕਿਹਾ ਦਸਮੇਸ਼ ਪਿਤਾ ਜੀ ਤੁਹਾਡੇ ਬੱਚੇ ਹਾਂ, ਤੁਸੀਂ ਆਪ ਸਾਂਭਣਾ, ਜਿਹੜੇ ਪਾਸੇ ਤੁਸੀਂ ਲੈ ਜਾਓਗੇ ਅਸੀਂ ਚਲੇ ਜਾਵਾਂਗੇ। ਅਤੇ ਵਾਹਿਗੁਰੂ ਨੇ ਆਪ ਹੀ ਸਾਂਭਿਆ ਅੱਜ ਤੱਕ। ਮੈਂ ਇਹਦੇ ਵਿੱਚ ਡਾਊਟ ਨਹੀਂ ਕਰਨਾ, ਮੈਂ ਆਪ ਨਹੀਂ ਇਹਦਾ ਕ੍ਰੈਡਿਟ 1% ਵੀ ਲਾਵਾਂਗਾ ਕਿ ਕ੍ਰੈਡਿਟ ਗੋਜ਼ ਟੂ ਵਾਹਿਗੁਰੂ। ਮੈਂ ਸੱਚੀ ਦੇ ਇਹਦੇ ਵਿੱਚ ਕੋਈ ਕੀਤਾ, ਅਰਦਾਸ ਜ਼ਰੂਰ ਕੀਤੀ ਹੈ ਜਦੋਂ ਲੱਗਦਾ ਸੀਗਾ ਕਿ ਉੱਪਰ ਨੀਚੇ ਹੋਣ ਲੱਗਾ, ਅਰਦਾਸ ਕੀਤੀ ਬਸ, ਹੋਰ ਕੁਛ ਨਹੀਂ। ਕਿਉਂਕਿ ਸਾਡੀ ਇੰਡਸਟਰੀ ਵੀ ਬੇਸਡ ਇਹਦੇ 'ਤੇ ਹੈ ਨਾ ਕਿ ਆਪਣੇ ਸਰੀਰ ਦਾ ਪ੍ਰਗਟਾਵਾ ਕਰਨਾ। ਤੁਹਾਡੀ ਜਿਹੜੀ ਪੋਸਟ ਹੁਣ ਪੈ ਰਹੀ ਹੈ ਉਹਦੇ ਵਿੱਚ ਤੁਹਾਡੇ ਆਪਣੇ ਰਿਜ਼ਲਟ ਨਹੀਂ ਆਉਣਗੇ ਬੋਡੀ ਦੇ, ਅਤੇ ਫਿਰ ਅਗੇਨ ਫਿਰ ਕੋਈ ਫੋਲੋ ਨਹੀਂ ਕਰੇਗਾ। ਗੱਲ ਉੱਥੇ ਹੀ ਹੈ ਵੀਰੇ, ਗੱਲ ਉੱਥੇ ਹੀ ਹੈ। ਅੱਛਾ, ਆਪਣੇ ਲੋਕਾਂ ਨੇ ਨਾ ਇੱਕ ਇਸ ਚੀਜ਼ ਦਾ ਇੱਕ ਦੂਜੇ ਪਾਸੇ ਹੀ ਬੜਾ ਲੈ ਗਏ ਨੇ ਕੰਮ, ਕਿ ਲੈਟਸ ਸੇ ਕਿ ਤੁਸੀਂ ਜਿਮ 'ਚ ਆ ਰਹੇ ਹੋ, ਅਤੇ ਇੱਕ ਤੁਸੀਂ ਉਹ ਵੀਡੀਓ ਜੀ ਦੇਖੀ ਹੋਣੀ ਹੈ, ਥੋੜ੍ਹੇ ਟਾਈਮ ਪਹਿਲੇ ਚੱਲ ਗਈ ਸੀਗੀ ਵੀ ਉਹਨੂੰ ਪਾਠ ਕਰਿਆ ਕਰੋ, ਪਾਠ ਕਰਕੇ ਜਿਮ 'ਚ ਜਾਇਆ ਕਰੋ, ਤੁਸੀਂ ਕੰਸਨਟਰੇਟਡ ਫੀਲ ਕਰੋਗੇ, ਤੁਸੀਂ ਮੋਟੀਵੇਟਡ ਫੀਲ ਕਰੋਗੇ, ਤੁਸੀਂ ਪ੍ਰੀ ਵਰਕਆਊਟ ਕਿਉਂ ਲੈਂਦੇ ਹੋ। ਉਹ 2-3 ਬੰਦਿਆਂ ਨੇ ਪਾਈ ਵੀਡੀਓ, ਇੱਕ ਤਾਂ ਸਿੰਘ ਆਪਣਾ ਬੰਦਾ, ਉਹਦੀ ਉਮਰ ਵੀ ਚੰਗੀ ਹੈ, ਕਿ ਉਹਨੂੰ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਤੁਸੀਂ, ਕਹਿੰਦਾ ਜਦੋਂ ਜਿਮ ਜਾਂਦੇ ਹੋ
ਤੇ ਮੋਟੀਵੇਟਡ ਫੀਲ ਕਰੋਗੇ। ਗੱਲ ਗਲਤ ਨਹੀਂ, ਪਰ ਗਲਤ ਰਿਲੇਟ ਕਿੱਥੇ ਕੀਤੀ ਜਾ ਰਹੀ ਹੈ? ਦੇਖੋ ਨਾ, ਸਿੱਖੀ ਦਾ ਯੂਜ਼ ਤਾਂ ਕੀਤਾ ਜਾ ਰਿਹਾ, ਪਰ ਕਿਹੜੇ ਫਾਰਮ 'ਚ ਕੀਤਾ ਜਾ ਰਿਹਾ? ਵੀ ਜਿਹੜਾ ਬੰਦਾ ਸੁਣੂਗਾ ਉਹਨੂੰ ਲੱਗੇਗਾ ਹਾਂ ਵੀ ਬੰਦਾ ਸਿੱਖੀ ਨਾਲ ਜੁੜਿਆ ਹੋਇਆ, ਇਹਦੇ ਕੋਲ ਚਲੀਏ, ਪਰ ਉਹਦੇ ਨਾਲ ਰਿਲੇਸ਼ਨ ਤਾਂ ਕੁਛ ਨਹੀਂ ਹੈਗਾ ਨਾ ਉਸ ਚੀਜ਼ ਦਾ। ਤੁਸੀਂ ਪਾਰਟ ਜਿਮ ਵਾਸਤੇ ਕਰ ਰਹੇ ਹੋ। ਅੱਛਾ, ਉਹ ਆਪਣੇ ਜਿਮ ਬੁਲਾ ਰਹੇ ਸੀ? ਨਹੀਂ, ਉਹ ਕਹਿੰਦੇ ਵੀ ਤੁਸੀਂ ਜਦੋਂ ਜਿਮ ਲਾਉਂਦੇ ਹੋ ਨਾ, ਤਾਂ ਤੁਸੀਂ ਪਾਠ ਕਰਕੇ ਜਿਮ ਲਾਇਆ ਕਰੋ। ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਤੇ ਜਾਂ ਜਾਪ ਸਾਹਿਬ ਦਾ ਪਾਠ ਕਰਕੇ ਦੇਖੋ ਸ਼ਕਤੀ ਕਿੰਨੀ ਆਉਂਦੀ ਹੈ। ਚੰਡੀ ਦੀ ਵਾਰ ਦਾ ਪਾਠ ਕਰਿਆ ਕਰੋ। ਕਹਿੰਦੇ ਤੁਹਾਨੂੰ ਸ਼ਕਤੀ ਮਿਲੂਗੀ, ਕਹਿੰਦੇ ਤੁਹਾਨੂੰ ਮੋਟੀਵੇਸ਼ਨ ਮਿਲੂਗੀ। ਠੀਕ ਹੈ, ਮੋਟੀਵੇਸ਼ਨ ਵਾਲੀ ਗੱਲ, ਪਰ ਤੁਸੀਂ ਫਿਟਨੈਸ ਨਾਲ ਰਿਲੇਟ ਕਰਕੇ ਆਪਣਾ ਧੰਦਾ ਸਹੀ ਕਰਨਾ ਚਾਹ ਰਹੇ ਹੋ ਨਾ। ਗੱਲ ਗਲਤ ਨਹੀਂ ਹੈ ਕਿ ਪਾਠ ਕਰਨਾ, ਪਰ ਜਿਮ ਵਾਸਤੇ ਪਾਠ ਕਰਨ ਨੂੰ ਇੱਕ ਉਹ ਬਣਾਇਆ ਜਾ ਰਿਹਾ ਨਾਲ, ਇੱਕ ਇਹਨਾਂ ਨੈਰੇਟਿਵ ਜਿਹਾ। ਓਕੇ, ਠੀਕ ਹੈ, ਹਾਂਜੀ। ਉੱਦਾਂ ਵੀ ਯੂਜ਼ ਕੀਤਾ ਜਾਂਦਾ ਇਹਨੂੰ। ਸੋ ਕਹਿ ਲਓ ਕਿ ਜਿਵੇਂ ਇੰਟੈਂਸ਼ਨ ਸਹੀ ਨਾ ਹੋਣ ਕਾਰਨ ਉਹਨੂੰ ਮਾਰਕੀਟਿੰਗ ਟੂਲ ਵਾਂਗੂ ਜ਼ਿਆਦਾ ਵਰਤਿਆ ਗਿਆ। ਮਾਰਕੀਟਿੰਗ ਟੂਲ ਮਤਲਬ ਚੀਜ਼, ਹੁਣ ਜੇ ਮੈਂ ਕਹਾਂਗਾ ਯਾਰ ਪਾਠ ਕਰਕੇ ਕੋਈ ਫਾਇਦਾ ਨਹੀਂ ਮਿਲਣਾ, ਉਹ ਬੰਦਿਆਂ ਨੇ ਕਹਿਣਾ ਪਾਠ ਕੀ ਕਹੀ ਜਾਣਾ, ਪਾਠ ਕਰਕੇ ਫਾਇਦਾ ਕਿਉਂ ਨਹੀਂ ਮਿਲੂਗਾ? ਕਿਉਂਕਿ ਉਹ ਠੀਕ ਵੀ ਨਹੀਂ। ਹਾਂ, ਪਾਠ ਕਰਕੇ ਫਾਇਦਾ ਤਾਂ ਮਿਲਣਾ ਹੀ ਹੈ। ਗੱਲ ਉੱਥੇ ਹੀ ਹੈ, ਪਰ ਉਹ ਕਹਿੰਦੇ ਪਾਠ ਕਰਕੇ ਜਿਮ 'ਚ ਵੀ ਫਾਇਦਾ ਮਿਲੂਗਾ ਜੇ ਦੁਨੀਆ 'ਚ ਮਿਲਦਾ। ਪਰ ਉਹ ਗੱਲਾਂ ਮਤਲਬ ਉਹ ਨਾ ਇਸ ਤਰੀਕੇ ਦੇ ਆਕਸੀਮੋਰੋਨ ਨੇ ਕਿ ਲੈਟਸ ਸੇ ਜੇ ਬੰਦਾ ਪੋਜ਼ਿਟਿਵ ਬੋਲੇ ਤਾਂ ਹੀ ਮਰਿਆ, ਨੈਗੇਟਿਵ ਬੋਲੇ ਤਾਂ ਹੀ ਮਰਿਆ, ਤੇ ਪੋਜ਼ਿਟਿਵ ਬੋਲ ਕੇ ਆਪਣੀ ਵਾਹਵਾਹੀ ਖੱਟ ਲਓ। ਸੋ ਟੂ ਬੀ ਵੈਰੀ ਕੇਅਰਫੁਲ ਜੋ ਸੋਸ਼ਲ ਮੀਡੀਆ 'ਤੇ ਹੈਗੇ ਹੋ। ਹਾਂਜੀ, ਸੋ ਇਹ ਚੀਜ਼ਾਂ ਮਤਲਬ ਮੈਂ ਕਹਿੰਦਾ ਗਲਤ ਨੇ। ਹੁਣ ਜੇ ਮੈਂ ਕਹਾਂ ਕਿ ਮੈਂ ਸਾਬਤ ਸੂਰਤ ਹਾਂ, ਤੁਸੀਂ ਮੇਰੇ ਕੋਲ ਟ੍ਰੇਨਿੰਗ ਲਓ ਆ ਕੇ, ਬਿਕੋਜ਼ ਮੈਂ ਹਾਂ, ਇਹ ਚੀਜ਼ ਦਾ ਮੈਂ ਮਤਲਬ ਇਹ ਮਾਰਕੀਟਿੰਗ ਮੇਰੀ ਕੋਈ ਉਹ ਨਹੀਂ ਹੈਗੀ ਸਟ੍ਰੈਟਜੀ। ਦਿਸ ਇਜ਼ ਬਿਕੋਜ਼ ਦਿਸ ਇਜ਼ ਵਾਟ ਆਈ ਐਮ, ਆਈ ਸ਼ੁਡ ਨਾਟ ਮਾਰਕੀਟ ਇਟ। ਸਮਝ ਰਹੇ ਹੋ? ਤੁਹਾਡੀ ਐਕਸਪਰਟੀਜ਼ ਬੋਲਣੀ ਚਾਹੀਦੀ ਹੈ। ਸੋ ਮਤਲਬ ਜੇ ਮੈਂ ਪਾਠ ਕਰਕੇ ਮਤਲਬ ਮੈਂ ਜਿਮ ਲਾ ਰਿਹਾ, ਠੀਕ ਹੈ, ਆਈ ਸ਼ੁਡ ਸੇ ਯਾਰ ਮੈਂ ਇੱਦਾਂ ਕਰਦਾ, ਤੁਸੀਂ ਵੀ ਇੱਦਾਂ ਕਰੋ। ਤੁਸੀਂ ਪ੍ਰੀ ਵਰਕਆਊਟ ਕਿਉਂ ਲੈਂਦੇ ਹੋ? ਮਤਲਬ ਉਹ ਥੋੜ੍ਹਾ ਜਿਹਾ ਅਜੀਬ ਹੋ ਜਾਂਦਾ ਜੀ। ਐਂਡ ਕਿਉਂਕਿ ਵੀ ਜੀ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਹਾਂ, ਮੇ ਬੀ ਵਨ ਆਫ ਦ ਲਾਸਟ ਕੁਐਸਚਨਸ ਜੀ, ਵਿੰਟੇਜ ਸਿੰਘ ਨਾਮ ਕਿਉਂ? ਪਤਾ ਨਹੀਂ ਕੀ ਮਤਲਬ? ਪਤਾ ਹੀ ਨਹੀਂ ਵੀਰੇ, ਕਿਹਨੂੰ ਪਤਾ? ਪਤਾ ਨਹੀਂ ਕਦੋਂ, ਮੇਰੇ ਯਾਦ ਵੀ ਨਹੀਂ। ਮੈਂ ਚਾਹੁੰਦਾ ਸੀਗਾ ਕਿ ਨਾਮ ਥੋੜ੍ਹਾ ਜਿਹਾ ਅਲੱਗ ਹੋ ਜਾਏ। ਪਾਇਆ ਤੁਸੀਂ? ਹਾਂਜੀ, ਪਾਇਆ। ਮੇਰੇ ਯਾਦ ਵੀ ਨਹੀਂ, ਸਹੀ ਦੱਸਾਂ ਮੈਂ। ਓਕੇ, ਮੈਂ ਕੈਨੇਡਾ ਆਉਣ ਤੋਂ ਪਹਿਲਾਂ ਹੀ ਰੱਖ ਲਿਆ ਸੀਗਾ ਨਾਮ, ਪਤਾ ਨਹੀਂ, ਯਾਦ ਨਹੀਂ ਮੈਨੂੰ ਮੈਂ ਕਿਉਂ ਰੱਖਿਆ ਸੀਗਾ। ਥੋੜ੍ਹਾ ਜਿਹਾ ਜਿਵੇਂ 80s ਐਰਾ ਦਾ ਲੱਗਦਾ ਵਰਡ, ਕਿ ਜਿਵੇਂ ਵਿੰਟੇਜ, ਕਿ ਜਿਵੇਂ ਬੜਾ ਕੂਲ ਹੈ, ਐਜੀ ਹੈ ਥੋੜ੍ਹਾ ਜਿਹਾ, ਬੜਾ ਨੋਰਮਲ ਨਹੀਂ ਬਣਾ, ਜਿਵੇਂ ਲੋਕਾਂ ਨੇ ਰੱਖਿਆ ਹੁੰਦਾ ਨਾ ਖਾਲਸਾ ਸਿੰਘ, ਦ ਸਿੰਘ। ਮਤਲਬ ਉਸ ਟਾਈਮ ਨਾ ਇੱਕ ਇੱਦਾਂ ਚੱਲ ਰਿਹਾ ਸੀਗਾ, ਉਹ ਇੱਦਾਂ ਚੱਲੀ ਜਾਂਦਾ ਸੀਗਾ ਕਿ ਹਰ ਬੰਦਾ ਨਾ ਇੰਸਟਾਗ੍ਰਾਮ 'ਤੇ ਐਕਟਿਵ ਸੀਗਾ, ਅਤੇ ਹਰ ਕਿਸੇ ਦਾ ਕੋਈ ਇੱਕ ਨੇਮ ਸੀਗਾ ਅਲੱਗ ਤੋਂ। ਮਤਲਬ ਇੱਕ ਅੱਛਾ ਜਿਹਾ ਵੀ ਲੱਗਦਾ ਸੀਗਾ, ਕੂਲ ਜਿਹਾ ਵੀ ਲੱਗਦਾ ਸੀਗਾ, ਅਤੇ ਮੈਂ ਹੀ ਬਸ ਉਹ ਫਲੋ 'ਚ ਰੱਖ ਲਿਆ ਨਾਮ। ਮੈਂ ਕਦੀ ਸੋਚਿਆ ਨਹੀਂ ਸੀਗਾ ਵੀ ਇੱਦਾਂ ਦਾ ਕੋਈ ਨਾਮ ਰੱਖਣਾ, ਜਾਂ ਸੋਚਾਂਗਾ ਜਾਂ ਸੋਚ ਕੇ ਰੱਖਾਂਗਾ, ਨਹੀਂ, ਪਰ ਰੱਖਿਆ ਗਿਆ ਵੀਰੇ। ਨਹੀਂ, ਗੁੱਡ ਸਟਫ। ਅਤੇ ਉਹ ਚੱਲ ਗਿਆ ਵਗਾ। ਅਤੇ ਜਸਟ ਟੂ ਐਂਡ ਇਟ ਅਪ ਵੀਰ ਜੀ, ਦੱਸੋ ਸਾਰੇ ਲਿਸਨਰਸ ਨੂੰ ਕਿ ਇਫ ਜੇ ਉਹ ਤੁਹਾਡੇ ਥਰੂ ਟ੍ਰੇਨ ਹੋਣਾ ਚਾਹ ਰਹੇ ਨੇ, ਜਾਂ ਉਹ ਕਿਤੇ ਲੋਕਲੀ ਰਹਿੰਦੇ ਹੈ ਅਤੇ ਉਹ ਕਿਸੇ ਨੂੰ ਰეკਮੈਂਡ ਕਰਨਾ ਚਾਹ ਰਹੇ ਹੈ, ਦੇ ਵਾਂਟ ਟੂ ਇੰਪਰੂਵ ਦੇਅਰ ਲਾਈਫ ਔਰ ਸਮਬਡੀ ਐਲਸਸ ਲਾਈਫ, ਅਸੀਂ ਇੰਸਟਾਗ੍ਰਾਮ 'ਤੇ ਤੁਹਾਡਾ ਪੇਜ ਦਾ ਨਾਮ ਬਹੁਤ ਵਾਰੀ ਲੈ ਲਿਆ, ਦ ਵਿੰਟੇਜ ਸਿੰਘ ਨਾਮ ਹੈਗਾ, ਇਫ ਸਮਬਡੀ ਵਾਂਟਸ ਟੂ ਰੀਚ ਆਊਟ। ਉਸ ਤੋਂ ਇਲਾਵਾ ਦੱਸੋ ਜੀ ਤੁਸੀਂ ਕਿੱਥੇ ਪ੍ਰੈਕਟਿਸ ਕਰ ਰਹੇ ਹੋ, ਐਂਡ ਅਗਰ ਕੋਈ ਤੁਹਾਡੇ ਨੂੰ ਨਾਲ ਰਾਬਤਾ ਰੱਖਣਾ ਚਾਹੁੰਦਾ, ਕਿਵੇਂ ਮਿਲ ਸਕਦਾ? ਸੋ ਜੇ ਤੁਸੀਂ ਟ੍ਰੇਨਿੰਗ ਲੈਣਾ ਚਾਹ ਰਹੇ ਹੋ ਮੇਰੇ ਕੋਲੋਂ ਵੀ, ਤਾਂ ਮੈਂ ਬਰੈਂਪਟਨ 'ਚ ਕੰਮ ਕਰਦਾ, ਬਰੈਂਪਟਨ 'ਚ ਹੀ ਮੈਂ ਟ੍ਰੇਨ ਕਰਦਾ। ਅਤੇ ਐਜ਼ ਈਜ਼ੀ ਐਜ਼ ਦੈਟ ਕਿ ਜਸਟ ਰੀਚ ਮੀ ਆਊਟ ਔਨ ਮਾਈ ਇੰਸਟਾਗ੍ਰਾਮ, DM ਛੱਡ ਦਿਓ, ਫੋਨ ਨੰਬਰ ਵੀ ਮੇਰਾ ਉੱਥੇ ਹੈਗਾ, ਜਾਂ ਕਾਲ ਕਰਨੀ ਹੈ ਕਾਲ ਕਰ ਲਿਓ। ਇੱਕ ਛੋਟੀ ਜਿਹੀ ਅਪੋਇੰਟਮੈਂਟ ਆਪਾਂ ਰੱਖ ਲਾਂਗੇ, ਅਸੈਸਮੈਂਟ ਕਰ ਲਾਂਗੇ ਪਹਿਲੇ ਕਿ ਕਿੱਦਾਂ ਤੁਹਾਡੀ ਬੋਡੀ ਖੜੀ ਹੈ ਅਤੇ ਕਿੰਨੀ ਕੁ ਲੋਡ ਹੈਗੀ ਹੈ ਸਾਨੂੰ ਕਿੱਥੇ, ਅਤੇ ਉਹਦੇ ਅਕੋਰਡਿੰਗਲੀ ਫਿਰ ਆਪਾਂ ਗੋਲ ਸੈੱਟ ਕਰ ਲਾਂਗੇ ਤੁਹਾਡੇ। ਪਰਫੈਕਟ। ਐਂਡ ਆਈ ਐਮ ਅ ਟੈਸਟਮੈਂਟ ਕਿ ਵੀਰ ਜੀ ਨੂੰ ਅਗਰ ਇੰਸਟਾਗ੍ਰਾਮ 'ਤੇ ਰੀਚ ਆਊਟ ਕੀਤਾ ਜਾਏ, ਵੀਰ ਜੀ ਦਾ ਟਰਨ ਅਰਾਊਂਡ ਟਾਈਮ ਬਹੁਤ ਕੁਇਕ ਹੈ, ਵੀਰ ਜੀ 10 ਮਿੰਟ 'ਚ ਰਿਪਲਾਈ ਕਰ ਦਿੰਦੇ ਆ, ਸੋ ਦੈਟਸ ਗੁੱਡ। ਵੀਰ ਜੀ, ਐਨੀ ਲਾਸਟ ਵਰਡਸ ਵੀਰ ਜੀ? ਅਸੀਂ ਬਾਏ ਦ ਵੇ ਆਮ ਪ੍ਰੋਮਿਸਿੰਗ ਟੂ ਦ ਲਿਸਨਰਸ ਵਿਦਾਊਟ ਤੁਹਾਡੀ ਪਰਮਿਸ਼ਨ ਅਜੇ ਕਿ ਅਸੀਂ ਇੱਕ ਹੋਰ ਪੋਡਕਾਸਟ ਵੈਰੀ ਸੂਨ ਫਿਰ ਤੋਂ ਕਰਾਂਗੇ, ਕਿਉਂਕਿ ਦੇयर ਇਜ਼ ਅ ਲੋਟ ਵੀ ਕੈਨ ਟਾਕ ਅਬਾਊਟ ਫਿਟਨੈਸ, ਹੈ ਨਾ? ਜੀ ਵੀਰੇ, ਬਿਲਕੁਲ। ਠੀਕ ਹੈ। ਇਹਦੇ ਵਾਸਤੇ ਐਕਚੁਅਲੀ ਮੈਂ ਵੀ ਬਹੁਤ ਰੈਡੀ ਨਹੀਂ ਸੀਗਾ। ਓਕੇ, ਕੁਝ ਅੱਛਾ ਮੇਰਾ ਗਲਾ ਜਿਹਾ ਬੈਠਾ ਹੈ, ਬੋਲਿਆ ਨਹੀਂ, ਯੂ ਡਿਡ ਅ ਗ੍ਰੇਟ ਜੌਬ। ਇਟਸ ਜਸਟ ਲਾਈਕ ਕਿ ਵੀ ਟਰਾਈ ਟੂ ਕਵਰ ਦ ਬੇਸਿਕ ਥਿੰਗਸ। ਹਾਂਜੀ, ਬਟ ਜਦੋਂ ਇਹਨੂੰ ਤੁਸੀਂ ਇੱਕ ਸਪੈਸੀਫਿਕ ਟਾਈਮ ਰੇਂਜ ਹੁੰਦੀ ਹੈ ਨਾ ਕਿ ਇੰਨੇ 'ਚ ਬੋਲਣਾ, ਬੰਦਾ ਪ੍ਰੀਪੇਅਰ ਹੋ ਕੇ ਆਉਂਦਾ ਕਿ ਉਹਨੂੰ ਇੰਨੇ, ਜਦੋਂ ਤੁਸੀਂ ਲੰਬੀ ਗੱਲ ਕਰਦੇ ਕਦੇ ਆਊਟ ਆਫ ਦਾ ਟੋਪਿਕ ਵੀ ਚਲੀ ਜਾਂਦੀ ਹੈ, ਉਹ ਜੋ ਅੱਜ ਮੈਂ ਫੀਲ ਕੀਤਾ ਹੋਈ ਹੈ। ਓਕੇ, ਬਟ ਕੋਸ਼ਿਸ਼ ਕਰਾਂਗੇ ਆਪਾਂ ਨੈਕਸਟ ਟਾਈਮ ਅਸੀਂ ਟੌਪਿਕਸ ਘੱਟ ਰੱਖ ਕੇ ਮੇ ਬੀ ਜ਼ਿਆਦਾ ਡੀਪ ਜਾ ਸਕਦੇ। ਵਿਲ ਸੀ ਕਿ ਕਿਵੇਂ ਦੇ ਕਮੈਂਟਸ ਆਉਂਦੇ ਨੇ ਲੋਕਾਂ ਦੇ, ਦੇਖਦੇ ਹਾਂ ਇੱਕ ਵਾਰ, ਹੋਪਫੁਲੀ ਚੰਗੇ ਹਨ, ਉਹਦੇ ਅਕੋਰਡਿੰਗਲੀ ਫਿਰ ਅੱਗੇ ਚੱਲਦੇ ਹਾਂ ਆਪਾਂ। ਠੀਕ ਹੈ, ਚਲੋ ਠੀਕ ਹੈ। ਸ਼ਾਊਟ ਆਊਟ ਟੂ ਦੀ ਆਡੀਅੰਸ ਕਿ ਦੱਸੋ ਸਾਨੂੰ ਕਿ ਵਟ ਡੂ ਯੂ ਵਾਂਟ ਮੋਰ ਆਫ ਆਊਟ ਆਫ ਵੀਰ ਜੀ। ਸੋ ਅਸੀਂ ਹੋਪਫੁਲੀ ਅਸੀਂ ਅੱਜ ਨੌਲੇਜ ਕਾਫੀ ਐਕਸਟ੍ਰੈਕਟ ਕਰ ਲਈ ਤੁਹਾਡੇ ਤੋਂ। ਬਾਕੀ ਠੀਕ ਹੈ, ਲੈਟਸ ਸਾਈਨ ਆਫ ਵੀਰ ਜੀ। ਹੋਪ ਤੁਸੀਂ ਯੂ ਸਟੇ ਫਿਟ ਐਂਡ ਯੂ ਕੀਪ ਅਸ ਫਿਟ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਐਂਡ ਐਕਚੁਅਲੀ ਕਾਲਿੰਗ ਮੀ। ਵਾਹਿਗੁਰੂ, ਨਹੀਂ ਟੂ ਚੀਅਰਸ ਟੂ ਮੈਨੀ ਮੋਰ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।